ਦਾ ਜਿਹੜਾ ਮੇਨ ਟੌਪਿਕ ਹੋਏਗਾ ਉਹ ਹੋਏਗਾ ਡਿਮਾਂਡ ਐਂਡ ਸਪਲਾਈ। ਜਿਵੇਂ ਅੱਜ ਅਸੀਂ ਚਾਰਟ ਤੇ ਵੀ ਦੇਖਾਂਗੇ ਕਿ ਕਿੰਨੀ ਓਪਰਚੁਨਿਟੀ ਸਾਨੂੰ ਅੱਜ ਮਿਲੀ ਸੀਗੀ ਗੋਲਡ 'ਚ। ਸੋ ਜਿਨ੍ਹਾਂ ਨੇ ਦੇਖੀ ਉਹਨਾਂ ਨੇ ਐਂਟਰੀ ਲਿੱਤੀ, ਬਾਕੀਆਂ ਨੂੰ ਉਹ ਦਿਖੀ ਨਹੀਂ, ਹੈ ਨਾ, ਰਾਈਟ। ਸੋ ਅਸੀਂ ਇੱਦਾਂ ਦੀ ਅਸੀਂ ਪ੍ਰੈਕਟਿਸ ਕਰਨੀ ਹੈਗੀ ਹੈ ਡੇਲੀ ਕਿ ਅਸੀਂ ਓਪਰਚੁਨਿਟੀਜ਼ ਨੂੰ ਕਿਵੇਂ ਜਿਹੜਾ ਹੈਗਾ ਉਹ ਲੌਕ ਕਰਨਾ ਹੈ ਕਿ ਇੱਥੇ ਇਹ ਚੀਜ਼ ਹੈ। ਸੋ ਹਾਊ ਵੀ ਵਿਲ ਗੈਟ ਇਨਟੂ ਦ ਟ੍ਰੇਡ। ਓਕੇ, ਸੋ ਫਸਟ ਆਫ ਆਲ ਤਾਂ ਜਿਹੜਾ ਹੈਗਾ ਕਿਸੇ ਨੂੰ ਕੋਈ ਕੁਐਸਚਨ, ਕੋਈ ਸਵਾਲ ਡਿਮਾਂਡ ਐਂਡ ਸਪਲਾਈ ਦੀ ਵੈਲਿਡਿਟੀ ਉੱਤੇ? ਐਨੀਬਡੀ ਹੈਵ ਐਨੀ ਡਾਊਟ? ਨੋਬਡੀ। ਜੇ ਕਿਸੇ ਨੂੰ ਹੈਗਾ ਤਾਂ ਪੁੱਛ ਲਓ ਹੁਣ ਹੀ। ਡਾਊਟ ਤਾਂ ਹੈਗੇ ਪਰ ਸਮਝ ਨਹੀਂ ਆਉਂਦਾ ਕਿੱਥੋਂ ਸ਼ੁਰੂ ਕਰੀਏ। ਓਕੇ, ਐਂਟਰੀ ਦਾ ਪਤਾ ਨਹੀਂ ਹੈਗਾ, ਹੈ ਨਾ, ਲੈਵਲਸ ਦਾ ਕੰਫੀਡੈਂਸ ਨਹੀਂ ਹੁੰਦਾ ਕਿ ਜਿਹੜਾ ਲੈਵਲ ਅਸੀਂ ਮਾਰਕ ਕੀਤਾ ਮਾਰਕੀਟ ਇੱਥੇ ਕਿਵੇਂ ਆ ਕੇ ਰਿਐਕਟ ਕਰੇਗੀ, ਰਾਈਟ। ਸੋ ਇਹ ਵੀ ਇੱਕ ਡਾਊਟ ਹੁੰਦਾ ਹੈ। ਇਹ ਤੁਹਾਨੂੰ ਇਕੱਲਿਆਂ ਨੂੰ ਨਹੀਂ, ਇਹ ਸਾਨੂੰ ਵੀ ਹੁੰਦਾ ਸੀ ਸਟਾਰਟਿੰਗ 'ਚ। ਸੋ ਡਿਮਾਂਡ ਐਂਡ ਸਪਲਾਈ ਬਾਰੇ ਕੋਈ ਡਾਊਟ ਨਹੀਂ, ਕਿਉਂਕਿ ਇਹ ਕੋਈ ਰਿਟੇਲਰਸ ਦਾ ਮਾਈਂਡਸੈਟ ਨਹੀਂ ਹੁੰਦਾ। ਇਹਦੇ ਪਿੱਛੇ ਵੱਡੇ ਵੱਡੇ ਇੰਸਟੀਟਿਊਸ਼ਨਸ ਨੇ ਤੇ ਉਹ ਕਦੇ ਵੀ ਆਪਣਾ ਪਲਾਨ ਈਜ਼ਲੀ ਚੇਂਜ ਨਹੀਂ ਕਰਦੇ, ਠੀਕ ਹੈ। ਸੋ 2 ਮਿੰਟ ਦੇਖ ਲੈਂਦੇ ਹੋਰ, ਫਿਰ ਅਸੀਂ ਕਿਸੇ ਨੂੰ ਵੀ ਇੰਟਰ ਨਹੀਂ ਕਰਨਾ ਮੀਟਿੰਗ 'ਚ। ਸੋ ਮੈਨੂੰ ਜਿਹੜਾ ਮੇਰਾ ਐਕਸਪੀਰੀਅੰਸ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜਿਹੜਾ ਮੇਰਾ ਇੱਕ ਨਿੱਜੀ ਐਕਸਪੀਰੀਅੰਸ ਹੈਗਾ, ਜੇ ਮੈਂ ਆਪਣੀ ਗੱਲ ਕਰਾਂ, ਜਿਵੇਂ ਕਿ ਇਹ ਸਟਾਰਟਿੰਗ ਹੀ ਮਿਸ਼ਨ ਦੀ ਸੋਚ ਨਾਲ ਸੀਗੀ ਕਿ ਜਿਹੜੀ ਚੀਜ਼ ਮੇਰੇ ਲਈ ਫਾਇਦੇਮੰਦ ਹੈ ਨਾ, ਕਿਉਂ ਨਾ ਉਸਨੂੰ ਸ਼ੇਅਰ ਕੀਤਾ ਜਾਏ। ਤਾਂ ਇੱਕ ਵੱਡਾ ਪਰਿਵਾਰ ਜਿਹੜਾ ਹੈਗਾ ਉਹ ਸਾਡੇ ਨਾਲ ਹੁਣ ਜੁੜਿਆ ਹੋਇਆ ਹੈ ਨਾ। ਸੋ ਮੈਂ ਅਗਰ ਡਿਮਾਂਡ ਐਂਡ ਸਪਲਾਈ ਦੀ ਗੱਲ ਕਰਾਂ, ਆਲਵੇਜ਼ ਕੰਮ ਕਰਦੀ ਹੈ ਨਾ। ਮੈਂ ਇਹ ਕਹਾਂ ਕਿ 90% ਓਕੇ ਸਾਨੂੰ ਨਹੀਂ ਦਿਖਦੀ ਚਾਰਟ ਉੱਤੇ, ਉਹ ਸਾਡੀ ਆਪਣੀ ਪ੍ਰੈਕਟਿਸ ਦੀ ਕਮੀ ਹੈਗੀ ਹੈ। ਓਕੇ, ਜੇ ਮੈਂ ਇਹ ਕਹਾਂ ਕਿ 3-4 ਸਾਲ $1000 ਕੋਈ 22-23 ਹਜ਼ਾਰ ਡਾਲਰ ਜਿਹੜਾ ਹੈਗਾ ਮੈਂ ਉਹ ਕਲਾਸਿਸ ਉੱਤੇ, ਸਿਗਨਲਸ ਦੇ ਉੱਤੇ, ਰਾਈਟ। ਸੋ ਕੁਝ ਲੋਕ ਪੈਸਾ ਲੈ ਕੇ ਭੱਜ ਗਏ ਸੀ, ਬ੍ਰੋਕਰਸ, ਜਿਵੇਂ ਕਿ ਸਵਿਸ ਪ੍ਰਾਈਮ ਦੇ ਨਾਂ ਤੇ ਹਰਿੰਦਰ ਜਾਣਦੇ ਹੋਣਗੇ, ਇੱਥੇ ਦੁਬਈ 'ਚ ਹੈਗਾ, ਐਕਸਚੇਂਜ ਟਾਵਰ 'ਚ ਉਹਨਾਂ ਦਾ ਆਫਿਸ ਸੀਗਾ। ਸੋ ਉਹਨਾਂ ਨੂੰ ਦੁਬਈ 'ਚ ਬੰਦ ਕਰਾਉਣ ਵਾਲਾ ਵੀ ਮੈਂ ਹੀ ਸੀਗਾ ਉਦੋਂ, ਠੀਕ ਹੈ। ਦੁਬਈ ਸਿਕਿਉਰਿਟੀਜ਼ ਦੇ ਕੋਲ ਜਾ ਕੇ ਉਹਨਾਂ ਦੀ ਕੰਪਲੇਂਟਸ ਵਗੈਰਾ ਕੀਤੀਆਂ ਤੇ ਬਹੁਤ ਲੜਿਆ 1 ਸਾਲ, ਕਿਉਂਕਿ ਬਾਕੀਆਂ ਦਾ ਨੁਕਸਾਨ ਹੋਵੇ ਇਹ ਨਹੀਂ ਸੀ ਚਾਹੁੰਦਾ ਉਦੋਂ। ਸੋ ਐਨੀ ਹਾਓ ਇੰਨਾ ਕੁਛ ਲੋਸ ਕੀਤਾ ਤੇ ਪੱਲੇ ਕੁਛ ਨਹੀਂ ਸੀ ਪਿਆ, ਹੈ ਨਾ, ਰਸਤਾ ਨਹੀਂ ਸੀ ਨਜ਼ਰ ਆ ਰਿਹਾ ਵੀ ਕੀ ਕੀਤਾ ਜਾਏ। ਫਿਰ ਫਾਈਨਲੀ ਲੱਕਲੀ ਤੁਸੀਂ ਕਹਿ ਸਕਦੇ ਹੋ ਕਿ ਡਿਮਾਂਡ ਐਂਡ ਸਪਲਾਈ ਦਾ ਪਤਾ ਚੱਲਿਆ। ਫਿਰ ਮੈਂ ਕੋਈ 6 ਮਹੀਨੇ ਬੈਕ ਟੈਸਟਿੰਗ ਕੀਤੀ ਸੌਫਟਵੇਅਰ ਦੇ ਨਾਲ, ਉਹਦੀ ਕਿਵੇਂ ਕੰਮ ਕਰਦੀ ਹੈ ਕਿਵੇਂ ਨਹੀਂ। ਸੋ ਡਿਮਾਂਡ ਐਂਡ ਸਪਲਾਈ ਦੇ ਨਾਲ ਤੁਸੀਂ ਅਗਰ ਆਪਣੀ ਇਹਨੂੰ ਹੀ ਪ੍ਰਾਈਸ ਐਕਸ਼ਨ ਕਹਿੰਦੇ ਹੈ ਨਾ, ਕੈਂਡਲ ਸਟਿਕਸ ਜਿਸ ਲੈਵਲ 'ਤੇ ਆ ਕੇ ਰਿਐਕਟ ਕਰਦੀ ਹੈ ਉਹਨੂੰ ਹੀ ਡਿਮਾਂਡ ਐਂਡ ਸਪਲਾਈ ਕਹਿੰਦੇ। ਸੋ ਪ੍ਰਾਈਸ ਐਕਸ਼ਨ ਦੇ ਕੰਬੀਨੇਸ਼ਨ ਦੇ ਨਾਲ ਤੁਸੀਂ ਅਗਰ ਇਹਨੂੰ ਪ੍ਰੋਪਰਲੀ ਪ੍ਰੈਕਟਿਸ ਕਰਦੇ ਹੋ, ਫੋਲੋ ਕਰਦੇ ਹੋ ਵਿਦ ਸਮਾਲ ਲੋਟ ਸਾਈਜ਼ਸ, ਸੋ ਫੋਰ ਸ਼ੋਰ ਕਿ ਉਹ ਦਿਨ ਵੀ ਆਏਗਾ ਜਦੋਂ ਤੁਹਾਨੂੰ ਈਜ਼ਲੀ ਜਿਹੜਾ ਹੈਗਾ ਇਹਨੂੰ ਚਾਰਟ ਉੱਤੇ ਤੁਹਾਨੂੰ ਨਜ਼ਰ ਆਏਗੀ। ਸੋ ਤੁਸੀਂ ਜਿਹੜਾ ਹੈਗਾ ਫਰਦਰ ਫਿਊਚਰ ਦੇ ਵਿੱਚ ਆਪਣੀ ਟ੍ਰੇਡ ਇੰਡੀਪੈਂਡੈਂਟਲੀ ਲੈ ਸਕਦੇ ਹੋ। ਜਿਵੇਂ ਪਵੀ ਕਹਿ ਰਹੇ ਨੇ ਕਿ ਪਤਾ ਨਹੀਂ ਚੱਲਦਾ, ਓਕੇ, ਬਿਗਨਿੰਗ ਦੇ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਚੱਲਦਾ, ਓਕੇ। ਸੋ ਇਹ ਕੋਈ ਤੁਹਾਡੇ ਨਾਲ ਨਹੀਂ ਹੋ ਰਿਹਾ ਇਕੱਲੇ, ਸਾਡੇ ਨਾਲ ਵੀ ਹੋਇਆ। ਸੋ ਵੀ ਹੈਵ ਟੂ ਗੋ ਥਰੂ ਦਿਸ। ਉਹ ਫੇਜ਼ ਅਸੀਂ ਜਿਹੜਾ ਹੈਗਾ ਕ੍ਰੋਸ ਕਰਨਾ ਹੈਗਾ ਆਪਣੀ ਡਿਮਾਂਡ ਥੋੜੀ ਲਰਨਿੰਗ ਦਾ। ਲਰਨਿੰਗ ਤੋਂ ਬਿਨਾਂ ਜਿਹੜਾ ਹੈਗਾ ਅਸੀਂ ਜੇ ਸੋਚੀਏ ਕਿ ਅਸੀਂ, ਉਹ ਗੱਲ ਹੈ ਵੀ ਗੱਲ ਇੰਨੀ ਸਹੀ ਹੈ ਕਿ ਕੋਈ ਨਹੀਂ ਚਾਹੇਗਾ, ਹੈ ਨਾ, ਇਵੇਂ ਅਸੀਂ ਵੈਸੇ ਪੰਜਾਬ ਚੱਲਦਾ ਲੇਕਿਨ ਦੁਬਈ 'ਚ ਕੋਈ ਨਹੀਂ ਚਾਹੇਗਾ ਕਿ ਬਿਨਾਂ ਪ੍ਰੋਪਰ ਰੋਡ ਦੇ ਉੱਤੇ ਪ੍ਰੈਕਟਿਸ ਕੀਤੇ, ਵਿਦਾਊਟ ਲਾਇਸੈਂਸ ਲੈ ਕੋਈ ਰੋਡ ਦੇ ਉੱਤੇ ਜਾਏ, ਕਿਉਂਕਿ ਕੰਸੀਕੁਐਂਸਿਸ ਬਹੁਤ ਮਾੜੇ ਹੁੰਦੇ ਨੇ, ਹੈ ਨਾ। ਜੇ ਤਾਂ ਪੁਲਿਸ ਨੇ ਫੜਿਆ ਫਿਰ 10-20 ਹਜ਼ਾਰ ਦਰਾਮ ਦਾ ਫਾਈਨ ਹੈ ਨਾ, 2 ਜਾਂ 3 ਲੱਖ ਰੁਪਈਆ। ਜੇ ਨਹੀਂ ਫੜਿਆ, ਕਿਸੇ ਨੇ ਹੋਰ ਤੁਹਾਨੂੰ ਹਿੱਟ ਕੀਤਾ, ਹੈ ਨਾ, ਸੋ ਉਦੋਂ ਕਿਸੇ ਨੂੰ ਇੰਜਰੀ ਹੋ ਗਈ, ਫਿਰ ਇੱਕ ਪਰਮਾਨੈਂਟ ਬਲੈਕ ਲਿਸਟ UAE 'ਚੋਂ, ਹੈ ਨਾ। ਮੇਰੇ ਜਿਹੜੇ ਹੈਗੇ ਇੱਕ ਫਰੈਂਡ ਸੀਗੇ ਕ੍ਰਿਸਚਨ ਚੰਡੀਗੜ੍ਹ ਤੋਂ, ਉਹਨਾਂ ਦਾ ਇੱਕ ਬਹੁਤ ਵੱਡਾ ਬਿਜ਼ਨਸ ਸੀਗਾ ਉੱਥੇ ਚੰਡੀਗੜ੍ਹ, ਉੱਥੇ ਦੀ UAE 'ਚ ਉਹ ਫੂਡ ਸਪਲਾਈ, ਵੈਜੀਟੇਬਲ ਸਪਲਾਈ ਸਾਰਾ ਉਹਨਾਂ ਦਾ ਸੀਗਾ ਮੋਸਟਲੀ। ਸੋ ਉਹਨਾਂ ਨੇ ਇੱਕ ਪੈਡੈਸਟਰੀਅਨ ਕ੍ਰੋਸਿੰਗ ਉੱਤੇ ਬਰਦੁਬਈ ਦੇ ਵਿੱਚ ਇੱਕ ਬੰਦੇ ਨੂੰ ਹਿੱਟ ਕੀਤਾ। ਸੋ ਤੁਸੀਂ ਯਕੀਨ ਕਰੋ ਕਿ ਵਿਦਿਨ 3 ਮੰਥ ਉਹ ਬੰਦਾ ਆਊਟ ਆਫ UAE ਸੀਗਾ, ਉਹਦੀ ਫੈਮਿਲੀ ਦੇ ਵੀਜ਼ੇ ਕੈਂਸਲ ਹੋ ਗਏ ਤੇ ਉਹਦਾ ਸਾਰਾ ਬਿਜ਼ਨਸ ਉਹਨਾਂ ਨੇ ਸੀਜ਼ ਕੀਤਾ, ਓਕੇ। ਸੋ ਇੱਦਾਂ ਦਾ ਸੀਵੀਅਰ ਕਨਸੀਕੁਐਂਸਿਸ ਜਿਹੜੇ ਹੈਗੇ ਉਹ ਟ੍ਰੇਡਿੰਗ 'ਚ ਵੀ ਹੁੰਦੇ ਨੇ, ਓਕੇ। ਸੋ ਜਿਹੜਾ ਇਹ ਲਰਨਿੰਗ ਫੇਜ਼ ਹੈ,
ਇਹਨੂੰ ਅਸੀਂ ਕ੍ਰੋਸ ਆਰਾਮ ਨਾਲ ਕਰਨਾ ਹੈ, ਇਹਨੂੰ ਨਾ ਕੰਪਲੀਟ। ਇਹਦੇ 'ਚ ਕੋਈ ਜਲਦਬਾਜ਼ੀ ਨਹੀਂ ਹੈ, ਜਿਹਦੇ 'ਚ ਕਿ ਮੈਂ ਇਹ ਸਮਝਦਾ ਕਿ ਜਦੋਂ ਤੁਸੀਂ ਸਾਰਾ ਕਨਸੈਪਟ ਤੁਹਾਨੂੰ ਥਿਓਰੈਟੀਕਲੀ ਪਤਾ ਹੋ ਗਿਆ, ਤੁਸੀਂ ਡੈਮੋ ਦੀ ਪ੍ਰੈਕਟਿਸ ਕਰ ਰਹੇ ਹੋ, ਤੁਸੀਂ ਮਾਰਕਿੰਗ ਆਪਣੇ ਆਪ ਕਰ ਰਹੇ ਹੋ ਆਪਣੇ ਚਾਰਟ ਦੇ ਉੱਤੇ। ਸੋ ਉਹ ਮਾਰਕਿੰਗ, ਉਹ ਚਾਰਟਿੰਗ ਕਰਨਾ ਤੇ ਆਪਣੇ ਇੱਕ ਨੈਕਸਟ ਲੈਵਲ ਆਫ ਕੌਨਫੀਡੈਂਸ ਤੁਹਾਨੂੰ ਜਦੋਂ ਆ ਗਿਆ ਕਿ ਯਸ ਇਹ ਮੇਰਾ ਡਿਮਾਂਡ ਐਂਡ ਸਪਲਾਈ ਹੈਗਾ ਐਜ਼ ਪਰ 30 ਮਿੰਟ, ਸੋ ਇੱਥੋਂ ਆਈ ਐਮ ਡੈਮ ਸ਼ੋਰ ਕਿ ਇੱਥੇ ਆ ਕੇ ਮਾਰਕੀਟ ਰਿਐਕਟ ਕਰੇਗੀ। ਸੋ ਤੁਸੀਂ ਉਹ ਰਿਐਕਸ਼ਨ ਦੇਖਣਾ ਹੈ ਤਾਂ ਉਹ ਬੜਾ ਕ੍ਰਿਟੀਕਲ ਮੂਮੈਂਟ ਹੁੰਦਾ ਹੈ। ਜਿਵੇਂ ਸਾਡੇ ਨਾਲ ਕਰਨਵੀਰ ਸਿੰਘ ਨੇ ਹੈਗੇ ਇਸ ਵੇਲੇ ਮੀਟਿੰਗ 'ਚ? ਨਹੀਂ, ਮੀਟਿੰਗ 'ਚ ਨਹੀਂ ਹੈ। ਕਰਨਵੀਰ ਸਿੰਘ ਨੇ ਅੱਜ ਮੈਂ ਦੇਖਿਆ ਸੀ ਉਹਨਾਂ ਦਾ ਚਾਰਟ ਕਿ ਉਹਨਾਂ ਨੇ ਡਬਲ ਬੋਟਮ ਬਣਨ ਤੋਂ ਪਹਿਲਾਂ ਹੀ, ਮਤਲਬ ਕਨਫਰਮੇਸ਼ਨ ਵਾਲੇ ਉਹ ਡਬਲ ਬੋਟਮ ਦੀ ਜਿਹੜੀ ਕੈਂਡਲ ਸੀਗੀ ਉਹ ਕਲੋਜ਼ ਨਹੀਂ ਸੀ ਹੋਈ, ਉਹਨਾਂ ਨੇ ਐਂਟਰੀ ਲੈ ਲਈ ਸੀ, ਰਾਈਟ। ਸੋ ਆਈ ਡੋਂਟ ਕੇਅਰ ਕਿ ਉਹ ਡੈਮੋ ਸੀ, ਬਟ ਉਹ ਇੰਪਲਸ ਐਂਟਰੀ ਹੈਗੀ ਹੈ। ਸੋ ਉਹਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਮਿਸਟੇਕਸ ਨਹੀਂ ਕਰਨੀ ਚਾਹੀਦੀ, ਕਿਉਂਕਿ ਬਿਗਨਰਸ ਨੂੰ ਜਿਹੜਾ ਹੈਗਾ ਉਹ ਕਨਫਰਮੇਸ਼ਨ ਦਾ ਹੀ ਵੇਟ ਕਰਨਾ ਚਾਹੀਦਾ। ਓਕੇ, ਸੋ ਹਰ ਬੰਦਾ ਸਟਰਗਲ ਕਰ ਰਿਹਾ ਹੈ ਮੇਰੀ ਟੀਮ 'ਚ ਇਸ ਵੇਲੇ, ਮੋਸਟਲੀ ਨਵੇਂ ਨੇ ਤਾਂ ਚਲੋ ਨੈਚੁਰਲੀ ਸਿੱਖਣਾ ਹੈ ਨਾ, ਹਲੇ ਉਹ ਜਦੋਂ ਸਿੱਖਣ ਤੋਂ ਬਾਅਦ ਪ੍ਰੈਕਟਿਸ ਹੋਏਗੀ, ਫਿਰ ਉਹ ਸਲੋਲੀ ਪਤਾ ਲੱਗੇਗਾ। ਇਹ ਫੇਜ਼ ਜਿਵੇਂ ਮੈਂ ਫਿਰ ਰਿਪੀਟ ਕਰ ਰਿਹਾ ਸਾਰਿਆਂ ਦੇ ਆਉਂਦਾ ਹੈ। ਸੋ ਜਿਵੇਂ ਹਰ ਬੰਦੇ ਨੇ ABCD ਲਿਖਣਾ ਸਿੱਖੀ ਹੈ ਨਾ ਜਿਹੜੇ ਇੱਥੇ ਬੈਠੇ ਨੇ, ਸੋ ਉਹੀ ਜਿਹੜਾ ਲਰਨਿੰਗ ਕਰੋ ਹੈਗਾ, ਲਰਨਿੰਗ ਫੇਜ਼ ਹੈਗਾ। ਸੋ ਵੀ ਹੈਵ ਟੂ ਗੋ ਥਰੂ ਦੈਟ। ਓਕੇ, ਸੋ ਇਹਦਾ ਕੋਈ ਵੀ ਸ਼ਾਰਟਕਟ ਨਹੀਂ ਹੈ। ਓਕੇ, ਜੇ ਹੁਣ ਅਸੀਂ ਕਹੀਏ ਕਿ ਅਸੀਂ ਅੱਜ ਆਪਣਾ ਅਕਾਊਂਟ ਖੋਲ੍ਹਿਆ, ਨਾਲ ਸਿੱਖਿਆ, 2 ਕਲਾਸਾਂ ਲਾਈਆਂ ਤੇ ਅਸੀਂ ਜਿਹੜਾ ਹੈਗਾ ਡਾਇਰੈਕਟ ਐਂਟਰੀ ਸਾਡੀ ਹੋਏ, ਸੋ ਤੇ ਸਾਨੂੰ ਕਾਮਯਾਬੀ ਵੀ ਮਿਲੇ, ਨਹੀਂ। ਪ੍ਰੈਕਟਿਸ ਜਿਹੜੀ ਹੈਗੀ ਆ ਉਹ ਸਾਨੂੰ ਚਾਹੀਦੀ ਹੈ ਟ੍ਰੇਡਿੰਗ ਦੇ ਵਿੱਚ। ਡਿਮਾਂਡ ਐਂਡ ਸਪਲਾਈ ਦੀ ਜੇ ਮੈਂ ਇਨ ਸ਼ੋਰਟ ਗੱਲ ਕਰਾਂ, ਸੋ ਇਹ ਬਿਗ ਜਿਹੜੇ ਇੰਸਟੀਟਿਊਸ਼ਨਸ ਹੁੰਦੇ ਨੇ ਉਹਨਾਂ ਦੀ ਸਟ੍ਰੈਟਜੀ ਹੁੰਦੀ ਹੈ, ਠੀਕ ਹੈ। ਇਹ ਆਲਵੇਜ਼ ਕੰਮ ਕਿਉਂ ਕਰਦੀ? ਕਿਉਂਕਿ ਉਹ ਵੱਡੇ ਜਿਹੜੇ ਹੈਗੇ ਇੰਸਟੀਟਿਊਸ਼ਨਸ ਆਪਣੀ ਸਟ੍ਰੈਟਜੀ ਚੇਂਜ ਨਹੀਂ ਕਰਦੇ, ਜਿਵੇਂ ਕਿ ਰਿਟੇਲ ਜਿਹੜੇ ਟ੍ਰੇਡਰ ਨੇ ਸਾਡੇ ਵਰਗੇ, EMA ਲਾ ਲਓ, ਆਹ ਲਾ ਲਓ, ਉਹ ਲਾ ਲਓ, ਠੀਕ ਹੈ। ਇੰਡੀਕੇਟਰ ਆ ਗਿਆ ਜੀ, RSI ਦੇਖ ਲਓ, ਤੁਸੀਂ MACD ਦੇਖ ਲਓ, ਹੈ ਨਾ। ਉਹਦੇ 'ਚ ਫਿਰ ਤੁਸੀਂ ਇਚੀਮੋਕੋ ਨਾਮ ਬੋਲਣਾ ਬੜਾ ਔਖਾ ਲੱਗਦਾ। ਸੋ 1000 ਆਫ ਇੰਡੀਕੇਟਰ ਨੇ ਅੱਜ ਕੱਲ੍ਹ। ਤਾਂ ਇੰਡੀਕੇਟਰਸ ਦੀ YouTube ਤੇ ਐਡ ਵੀ ਆਉਂਦੀ ਹੈ ਕਿ ਤੁਸੀਂ ਸਾਡਾ ਇੰਡੀਕੇਟਰ ਦੇਖੋ ਜੀ, ਆਹ ਨੂੰ ਬਾਏ ਕਰੋ, ਇਹ ਹੋਏਗਾ, ਉਹ ਹੋਏਗਾ। ਸੋ ਉਹ ਇੱਕ ਟਾਈਮ ਵੇਸਟੇਜ ਹੈ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਸਾਡੀਆਂ ਸਟ੍ਰੈਟਜੀਆਂ ਚੇਂਜ ਹੋ ਜਾਂਦੀਆਂ ਕਿਉਂਕਿ ਅਸੀਂ ਛੋਟੇ-ਮੋਟੇ ਲੋਸ ਤੋਂ ਬਾਅਦ ਸੱਜੇ ਖੱਬੇ ਦੇਖਦੇ ਹਾਂ ਕਿ ਕੋਈ ਹੋਰ ਹੈਗਾ ਜੁਗਾੜ, ਪੰਜਾਬੀ 'ਚ ਨਾ ਜੁਗਾੜ। ਸੋ ਜੁਗਾੜ ਦੇ ਤੌਰ ਤੇ ਸਾਨੂੰ ਇੰਡੀਕੇਟਰ ਨੂੰ ਮਿਲਦੇ ਨੇ ਟ੍ਰੇਡਿੰਗ ਵਿਊ ਦੇ ਉੱਤੇ। ਸੋ ਉਹ ਸਿਰਫ ਟਾਈਮ ਵੇਸਟੇਜ ਹੈ। ਓਕੇ, ਸੋ ਉਹਨਾਂ ਨੂੰ ਅਸੀਂ ਫੋਲੋ ਨਹੀਂ ਕਰਨਾ। 100 ਆਊਟ ਆਫ 100 ਮੈਂ ਕਹਿ ਸਕਦਾ ਕਿ ਉਹ ਪਾਸਟ ਪ੍ਰਾਈਸ ਐਕਸ਼ਨ ਹੈ। ਪੀਵਟ ਪੁਆਇੰਟ ਜਿਹੜਾ ਹੈਗਾ ਉਹ ਤੁਹਾਨੂੰ ਇੰਪੋਰਟੈਂਟ ਲੈਵਲਸ ਐਵਰੇਜ ਕਰਕੇ ਦਿੰਦਾ ਹੈ ਪਿਛਲੇ ਬਹੁਤ ਦਿਨਾਂ ਦੇ, ਠੀਕ ਹੈ। ਸੋ ਤੁਸੀਂ ਉਸ ਤੇ ਰਿਲਾਈ ਕਰ ਸਕਦੇ ਹੋ। ਓਕੇ, ਇਚੀਮੋਕੋ ਹੈਗਾ ਉਹ ਟਿਪੀਕਲ ਹੈਗਾ ਉਹਨੂੰ ਮੈਨੇਜ ਕਰਨਾ। ਸੋ ਉਹ ਤੁਸੀਂ ਆਈਡੀਆ ਛੱਡ ਦਿਓ, ਬਾਕੀ ਸਾਰੇ ਬਕਵਾਸ ਨੇ। ਓਕੇ, ਸੋ ਇਸ ਚੀਜ਼ ਬਾਰੇ ਕੋਈ ਡਾਊਟ ਇੰਡੀਕੇਟਰਸ ਬਾਰੇ, ਫਿਰ ਅਸੀਂ ਅੱਗੇ ਫਰਦਰ ਮੂਵ ਕਰੀਏ। Anybody, any question about indicators? No doubt, no question. Okay, so ਜਿਹੜਾ ਹੈਗਾ ਫਰਦਰ ਜੇ ਆਪਾਂ ਡਿਮਾਂਡ ਐਂਡ ਸਪਲਾਈ ਦੀ ਗੱਲ ਕਰਦੇ ਹਾਂ, ਡਿਮਾਂਡ ਐਂਡ ਸਪਲਾਈ ਵੱਡੇ ਇੰਸਟੀਟਿਊਸ਼ਨ ਦੀ ਸਟ੍ਰੈਟਜੀ ਹੈ, ਈਜ਼ਲੀ ਚੇਂਜ ਨਹੀਂ ਹੁੰਦੀ। ਇਹ ਡਿਮਾਂਡ ਐਂਡ ਸਪਲਾਈ ਅਸੀਂ ਆਪਣੇ ਬਚਪਨ ਤੋਂ ਸਿੱਖਦੇ ਆਏ ਹਾਂ। ਜਿਵੇਂ ਕਿ ਕੋਈ ਜਿਹੜੀ ਫਸਲ ਹੈਗੀ ਹੈ, ਮੈਂ ਫਿਰ ਰਿਪੀਟ ਕਰਾਂ, ਕੋਈ ਜਿਹੜੀ ਫਸਲ ਹੈਗੀ ਹੈ ਜਿਵੇਂ ਸਾਡੀ, ਹੈ ਨਾ, ਫੋਰ ਐਗਜ਼ਾਮਪਲ ਆਲੂ ਰੱਖ ਲਓ, ਹੈ ਨਾ, ਈਜ਼ਲੀ ਲੈਂਗੁਏਜ 'ਚ ਆਲੂ ਰੱਖ ਲਓ, ਉਹਦੀ ਫਸਲ ਬਹੁਤ ਜ਼ਿਆਦਾ ਹੋ ਗਈ ਤੇ ਪੋਪੂਲੇਸ਼ਨ 19 ਹੈਗੀ ਹੈ, ਡਿਮਾਂਡ ਉਹਦੀ 10 ਕੁਇੰਟਲ ਲੇਕਿਨ 12 ਕੁਇੰਟਲ ਹੋ ਗਏ, ਹੈ ਨਾ। ਉਹਦਾ ਰੇਟ ਫਿਰ ਵਧੇਗਾ ਨਹੀਂ, ਉਹਦਾ ਰੇਟ ਘਟੇਗਾ ਕਿਉਂਕਿ ਡਿਮਾਂਡ 19 ਹੋਈ ਹੈ, ਉਹਦੀ ਸਪਲਾਈ ਜ਼ਿਆਦਾ ਹੋ ਗਈ। ਤੇ ਇਹ ਜ਼ੋਨਸ ਹੁੰਦੇ ਹੈ ਜਿਹਨੂੰ ਅਸੀਂ ਰੈਜ਼ਿਸਟੈਂਸ ਤੇ ਸਪੋਰਟ ਵੀ ਕਹਿ ਦਿੰਦੇ ਆ ਇਨਡਾਇਰੈਕਟਲੀ। ਓਕੇ, ਸੋ ਇਹਦੇ ਵਿੱਚ ਜਿਹੜਾ ਹੈਗਾ ਉਹ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਡਿਮਾਂਡ ਕੀ ਹੈ, ਸਪਲਾਈ ਕੀ ਹੈ, ਇਨ ਸ਼ਾਰਟ। ਹਾਂਜੀ ਹਾਂਜੀ, ਓਕੇ, ਸੋ ਲੈਵਲਸ ਕਿਵੇਂ? ਹਾਂਜੀ, ਕੋਈ ਸਕਰੀਨ ਤੇ ਹਲੇ ਸ਼ੇਅਰ ਨਹੀਂ ਕੀਤੀ ਨਾ ਤੁਸੀਂ? ਮੈਂ ਸਕਰੀਨ ਨਹੀਂ ਸ਼ੇਅਰ ਕੀਤੀ। ਆਈ ਨੋ ਕਿ ਤੁਸੀਂ ਡਾਊਟਫੁਲ ਹੋ ਕਿਉਂਕਿ ਮੈਂ ਭੁੱਲ ਜਾਂਦਾ ਵਾਂ, ਹੈ ਨਾ, ਕਦੇ ਕਦੇ। ਤਾਂ ਹੀ ਮੈਂ ਪੁੱਛਿਆ। ਹਾਂ, ਮੈਂ ਸਕਰੀਨ ਤੁਹਾਨੂੰ ਸ਼ੇਅਰ ਕਰ ਦਿੰਦਾ ਇੱਥੇ। ਸੋ ਹੁਣ ਮੈਂ ਇਸ ਵੇਲੇ ਸਕਰੀਨ ਸ਼ੇਅਰ ਕਰ ਰਿਹਾ ਹਾਂ। ਓਕੇ,
ਇਹ ਹੈਗੀ ਹੈ GBP USD। ਇਹਦੇ 'ਚ ਤੁਸੀਂ ਦੇਖ ਸਕਦੇ ਹੋ, ਮੈਂ ਲੇਬਲ ਮਾਰਕ ਕਰਾਂਗਾ ਇਹਦੇ 'ਚ ਡਿਮਾਂਡ ਐਂਡ ਸਪਲਾਈ ਦੇ। ਫਸਟ ਆਫ ਆਲ ਮੈਂ ਰਿਮੂਵ ਕਰ ਦਵਾਂ ਸਾਰੀ, ਹੈ ਨਾ। ਓਕੇ, ਸੋ ਡੇਲੀ ਦੀ ਕੈਂਡਲ ਹੈ। ਓਕੇ, ਰੈਜ਼ਿਸਟੈਂਸ ਦਾ, ਸਪੋਰਟ ਦਾ ਸਾਰਿਆਂ ਨੂੰ ਪਤਾ ਹੈ, ਰਾਈਟ। ਜਸਪ੍ਰੀਤ ਸਿੰਘ ਜੁਆਇਨ ਕਰਨਾ ਚਾਹੁੰਦੇ ਨੇ। ਓਕੇ, ਵਾਈਟ ਕਲਰ ਦੀ ਸਕਰੀਨ ਠੀਕ ਹੈ ਜਾਂ ਬਲੈਕ ਕਲਰ ਦੀ? ਵਾਈਟ। ओके, वाइट बोलिया है तो चलो वाइट कर देने। ओके, वाइट कलर की स्क्रीन देख सकते हो। ਹੁਣ ਅਸੀਂ ਨੂੰ ਡੇਲੀ ਟਾਈਮ ਫਰੇਮ ਤੋਂ ਦੇਖੀਏਗਾ। ਲੇਬਲ ਸਾਰਿਆਂ ਨੂੰ ਮਾਰਕ ਕਰਨੇ ਆਉਂਦੇ ਆ? ਪ੍ਰੈਕਟਿਸ ਕਰ ਰਹੇ ਹੋ ਸਾਰੇ? ਲੇਬਲਸ ਮਾਰਕ ਕਰਨੇ ਆਉਂਦੇ? ਹਾਂਜੀ ਸਰ, ਮੋਸਟਲੀ ਹੁੰਦੇ ਆ। ਹਾਂਜੀ ਨਹੀਂ, ਤੁਹਾਨੂੰ ਤਾਂ ਆਉਂਦੀ, ਤੁਸੀਂ ਤਾਂ ਬੜੇ ਪੁਰਾਣੇ ਆਪਣੇ ਹੈ ਨਾ ਟ੍ਰੇਡਰ ਹੋ। ਸੋ ਮੈਂ ਬਾਕੀਆਂ ਨੂੰ ਪੁੱਛ ਰਿਹਾ। 80% ਠੀਕ ਹੋ ਜਾਂਦੇ ਆ ਭਾਜੀ। ਭਾਜੀ ਨਹੀਂ ਆਉਂਦੇ, ਬਿਲਕੁਲ ਵੀ ਨਹੀਂ ਆਉਂਦੇ, ਸਮਝ ਨਹੀਂ ਆਉਂਦੀ। ਅਮਨਦੀਪ ਭਾਜੀ ਦੇ ਸਾਰੇ ਟ੍ਰੇਡ ਲਾਏ ਹੋਏ ਨੇ W ਦੇ ਉੱਤੇ। 80% ਡਿਮਾਂਡ ਹੁੰਦੇ 80% ਕਹਿ ਰਹੇ ਨੇ ਆਪਣੇ ਹਰਸਿਮਰਨ ਭੱਟੀ ਸਾਹਿਬ, ਠੀਕ ਹੈ। ਸੋ 80% ਜਿਹੜੀ ਰੇਸ਼ੋ ਹੈ ਨਾ ਜੀ, ਇਹਨੂੰ ਲੋਕੀ ਵੱਡੇ ਜਿਹੜੇ ਟ੍ਰੇਡਰ ਨੇ ਤਰਸਦੇ ਨੇ ਕਿ ਸਾਨੂੰ ਇਹ ਸਕਸੈਸ ਰੇਟ ਮਿਲ ਜੇ। ਓਕੇ, ਕਿ ਜਿਹੜਾ ਸਾਡੇ ਲੇਬਲਸ ਨੇ, ਜਿਹੜੇ ਸਾਡੀ ਇੱਕ ਪ੍ਰੈਡਿਕਸ਼ਨ ਹੈਗੀ ਹੈ, ਉਹ ਅਗਰ 80% ਸਹੀ ਹੁੰਦੀ ਹੈ, ਤੁਸੀਂ ਫਿਰ ਨੈਕਸਟ ਐਲਨ ਮਸਕ ਹੋ। ਕਿੱਥੇ ਕੀ ਨਹੀਂ ਕਰ ਪਾ ਰਹੇ ਉਹ ਤੁਸੀਂ ਆਪ ਦੇਖਣਾ ਜੀ। ਕੁੰਵਰ ਪ੍ਰਤਾਪ ਸਿੰਘ। ਸਰ ਲੈਵਲਸ ਬਣਾਉਣ 'ਚ ਬੜੀ ਕਨਫਿਊਜ਼ਨ ਜ਼ਿਆਦਾ ਹੈਗੀ ਆ। ਜੇ ਤੁਸੀਂ ਕੋਈ ਮੈਨੂੰ ਕੁਝ ਟੈਕਨੀਕ ਦੱਸ ਸਕੋ, ਇੱਕ ਵਾਰ ਦੁਬਾਰਾ ਸਮਝਾ ਸਕੋ। ਮੈਂ ਥੋੜਾ ਹੁਣੇ ਜੁੜਿਆ, 2-3 ਦਿਨਾਂ ਤੋਂ ਜੁੜਿਆ। ਹਾਂਜੀ, ਮਿਹਰਬਾਨੀ। ਇਹਦਾ ਹੀ ਅਸੀਂ ਅੱਜ ਕਰ ਰਹੇ ਹਾਂ ਕਿ ਡਿਮਾਂਡ ਐਂਡ ਸਪਲਾਈ ਦੇ, ਜਿਹਨੂੰ ਅਸੀਂ ਸਪੋਰਟ ਐਂਡ ਰੈਜ਼ਿਸਟੈਂਸ ਵੀ ਇਨ ਸ਼ੋਰਟ ਕਹਿ ਸਕਦੇ ਹਾਂ, ਉਹ ਅਸੀਂ ਲੈਵਲ ਕਿਵੇਂ ਮਾਰਕ ਕਰਨੇ ਨੇ, ਰਾਈਟ। ਇਹ ਉਂਝ ਹੀ ਹੈ ਜਿਵੇਂ ਤੁਸੀਂ ਬੱਸ ਸਟੈਂਡ ਤੇ ਖੜੇ ਹੋ, ਠੀਕ ਹੈ। ਤੁਸੀਂ ਮਤਲਬ ਚੰਡੀਗੜ੍ਹ ਤੋਂ ਪਟਿਆਲੇ ਜਾਣਾ ਹੈ ਨਾ, ਹੁਣ ਤੁਸੀਂ ਹਰ ਬੱਸ 'ਚ ਤਾਂ ਨਹੀਂ ਚੜ੍ਹ ਸਕਦੇ ਨਾ। ਤੇ ਅਗਰ ਕਿਸੇ ਵੀ ਬੱਸ ਦੇ ਉੱਤੇ ਬੋਰਡ ਨਾ ਲੱਗਿਆ ਹੋਏ, ਉੱਤੇ ਇੱਕ ਸਾਈਨ ਬੋਰਡ ਨਾ ਲੱਗਿਆ ਹੋਏ, ਤੁਸੀਂ ਕੀ ਕਰੋਗੇ? ਫਿਰ ਪਰੇਸ਼ਾਨੀ ਹੋ ਜਾਏਗੀ ਨਾ। ਹਰ ਬੱਸ ਚੜ੍ਹ ਕੇ ਪੁੱਛਣਾ ਪਏਗਾ ਡਰਾਈਵਰ ਨੂੰ, ਭਾਈ ਕਿੱਥੇ ਜਾਣਾ, ਹੈ ਨਾ। ਲੇਕਿਨ ਜੇ ਤੁਹਾਨੂੰ ਪਤਾ ਹੈ ਕਿ ਇਸ ਬੱਸ ਦੇ ਉੱਤੇ ਲਿਖਿਆ ਹੋਇਆ ਕਿ ਚੰਡੀਗੜ੍ਹ, ਰਾਜਪੁਰਾ ਤੇ ਪਟਿਆਲਾ, ਤੁਸੀਂ ਉਹਦੇ ਬਹਿ ਜਾਓਗੇ ਨਾ ਫਿਰ, ਰਾਈਟ। ਸੋ ਇਹ ਲੇਵਲਸ ਤੁਹਾਨੂੰ ਦੱਸਦੇ ਨੇ ਕਿ ਇਹ ਜਿਹੜਾ ਹੈਗਾ, ਇਹ ਮਾਰਕੀਟ ਦੀ ਮੂਵਮੈਂਟ ਕਿੱਥੋਂ ਤੋਂ ਕਿੱਥੇ ਤੱਕ ਜਾਏਗੀ ਤੇ ਕਿੱਥੋਂ ਜਾ ਕੇ ਵਾਪਿਸ ਹੋ ਸਕਦੀ ਹੈ, ਮਾਰਕੀਟ ਰਿਵਰਸ ਕਰ ਸਕਦੀ ਹੈ। ਮੀਨਸ ਇਹ ਸਪੀਡ ਬ੍ਰੇਕਰ ਨੇ, ਜਿੱਥੇ ਆ ਕੇ ਜਾਂ ਤਾਂ ਮਾਰਕੀਟ ਯੂ ਟਰਨ ਲੈ ਲੇਗੀ ਜਾਂ ਉੱਥੇ ਆ ਕੇ ਸਲੋ ਡਾਊਨ ਕਰੇਗੀ ਜ਼ਰੂਰ। ਜਿਸ ਲੈਵਲ ਉੱਤੇ ਮਾਰਕੀਟ ਐਟਲੀਸਟ ਸਲੋ ਡਾਊਨ ਹੁੰਦੀ ਹੈ ਨਾ, ਇਟ ਮੀਨਸ ਮਾਰਕੀਟ ਦੇ ਜਿਹੜੇ ਯੂਜ਼ਰਸ ਨੇ, ਰਿਟੇਲਰਸ ਤੇ ਇੰਸਟੀਟਿਊਸ਼ਨਸ, ਉਹ ਉਸ ਲੈਵਲ ਦੀ ਰਿਸਪੈਕਟ ਕਰ ਰਹੇ। ਸੋ ਉਸ ਲੈਵਲ ਨੂੰ ਅਸੀਂ ਮਾਰਕ ਕਰਨਾ ਹੈ। ਹੁਣ ਉਹ ਜਿਹੜਾ ਹੈਗਾ ਬਲੂਪ੍ਰਿੰਟ ਅਸੀਂ ਕਿਵੇਂ ਤਿਆਰ ਕਰਨਾ ਹੈ ਨਾ। ਸੋ ਫਸਟ ਆਫ ਆਲ, ਜਿਵੇਂ ਸਭ ਨੂੰ ਪਤਾ ਕਿ ਅਸੀਂ ਦੇਖਣਾ ਟ੍ਰੈਂਡ ਕੀ ਹੈ ਮਾਰਕੀਟ ਦਾ। ਟ੍ਰੈਂਡ ਕਿਵੇਂ ਅਸੀਂ ਆਪਣਾ ਡਿਸਾਈਡ ਕਰਨਾ ਕਿ ਮਾਰਕੀਟ ਅਪ ਟ੍ਰੈਂਡ 'ਚ ਹੈਗੀ ਹੈ, ਕੰਸੋਲੀਡੇਸ਼ਨ 'ਚ ਹੈਗੀ ਹੈ, ਜਾਂ ਡਾਊਨ ਟ੍ਰੈਂਡ 'ਚ ਹੈ, ਜਾਂ ਡਿਸਟ੍ਰੀਬਿਊਸ਼ਨ ਚੱਲ ਰਿਹਾ। ਉਹ ਇਹਦੇ ਬਾਰੇ ਕੋਈ ਡਾਊਟ ਹੈਗਾ ਕਿ ਟ੍ਰੈਂਡ ਕਿਵੇਂ ਡਿਸਾਈਡ ਕਰਨਾ ਹੈ? ਨੋ ਸਰ, ਨੋ ਡਾਊਟ ਭਾਜੀ, ਨੋ ਡਾਊਟ। ਬਿਗਨਰਸ ਨੂੰ ਪੁੱਛ ਲਓ, ਬਿਗਨਰਸ ਦੱਸੋ ਬਾਈ। ਜਿਹੜੇ ਬਿਗਨਰਸ ਨੇ, ਦੇਖੋ ਅਸੀਂ ਇੱਥੇ ਫੈਮਿਲੀ ਹੈ, ਇੰਨਾ ਫਰੈਂਡਲੀ ਮਾਹੌਲ ਅਸੀਂ ਇੱਥੇ ਸਿਰਜਦੇ ਹੁੰਦੇ ਹਮੇਸ਼ਾ, ਹੈ ਨਾ। ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਤੁਹਾਡੇ ਜਿਹੜੇ ਸਵਾਲ ਹੈ ਨਾ, ਤੁਸੀਂ ਉਹਨਾਂ ਨੂੰ ਆਖਰੀ ਦਮ ਤੱਕ ਨਾਲ ਲੈ ਕੇ ਜਾਓ। ਆਪਣੇ ਸਵਾਲ ਕਰੋ ਇੱਥੇ। ਜਦੋਂ ਤੱਕ ਤੁਸੀਂ ਸਵਾਲ ਨਹੀਂ ਕਰਨੇ, ਉਦੋਂ ਤੱਕ ਸਾਨੂੰ ਨਹੀਂ ਪਤਾ ਕਿ ਤੁਸੀਂ ਕਿਹੜੀ ਚੀਜ਼ 'ਚ ਵੀਕ ਹੋ, ਕਿਹੜਾ ਤੁਹਾਡਾ ਪਲੱਸ ਪੁਆਇੰਟ ਹੈ ਨਾ। ਸੋ ਅਸੀਂ ਕੀ ਤੁਹਾਨੂੰ ਕਲੈਰੀਫਿਕੇਸ਼ਨ ਦੇਣੀ। ਸੋ ਜਿਹੜੇ ਨਵੇਂ ਜੁੜੇ ਹੋਏ ਨੇ, ਬਿਲਕੁਲ ਨਾ, ਮਤਲਬ ਤੁਸੀਂ ਕੀ ਕਹਿੰਦੇ ਉਹਨੂੰ ਪੰਜਾਬੀ 'ਚ, ਹੁਣ ਬੇਸ਼ਰਮ ਤਾਂ ਨਹੀਂ ਭਾਜੀ ਮੈਂ ਕਹਿੰਦਾ ਵਾ ਬਈ, ਸ਼ਰਮ ਨਾ ਮਹਿਸੂਸ ਕਰਿਓ, ਬਾਅਦ 'ਚ ਇਹ ਮੌਕਾ ਨਹੀਂ ਮਿਲਣਾ। ਇਹ ਗੁਰੂ ਜੀ ਸਮਝਾ ਰਹੇ ਨੇ, ਮੁੜ ਕੇ ਸਾਡੇ ਕੋਲ ਸਮਝੋ। ਕਿਸਕੋ ਨਾ ਦੱਸਣ ਜੀ। ਬਿਲਕੁਲ। ਪ੍ਰਭੂ ਜੀ ਤੇ ਸੰਦੀਪ ਭਾਜੀ, ਪ੍ਰਭੂ ਜੀ ਤੇ ਸੰਦੀਪ ਭਾਜੀ ਦੇਖਿਓ, ਟ੍ਰੈਂਡ ਲਾਈਨ ਬਣਾ ਕੇ ਦਿਖਾ ਦਿਓ ਇੱਕ ਵਾਰੀ। ਓਕੇ, ਸੋ ਕੁੰਵਰ ਪ੍ਰਤਾਪ ਸਿੰਘ ਜੀ, ਭਾਜੀ ਆਪਾਂ ਕਿੰਨੇ ਟਾਈਮ ਤੋਂ ਇਹ ਦੇਖਣਾ ਹੈ, ਜਿਹੜੀ ਰੈਜ਼ਿਸਟੈਂਸ ਤੇ ਸਪੋਰਟ ਲਾਈਨ ਬਣਾਉਣੀ ਹੈ, ਕਿੰਨੇ ਟਾਈਮ ਤੋਂ ਆਪਾਂ ਬਣਾ ਸਕਦੇ ਹਾਂ? ਮਤਲਬ ਕਿ 6 ਮਹੀਨੇ ਪੁਰਾਣੀ ਲੈ ਕੇ, ਜਾਂ ਕਿੰਨਾ ਪੁਰਾਣਾ ਲੈ ਕੇ ਆਪਾਂ ਇਹਨੂੰ ਡਰਾਪ? ਤੁਸੀਂ ਜਦੋਂ ਕੰਸੋਲੀਡੇਸ਼ਨ ਦੇਖਣੀ ਹੈ, ਟ੍ਰੈਂਡ ਡਿਸਾਈਡ ਕਰਨਾ, ਤੁਸੀਂ ਐਟਲੀਸਟ 1 ਆਵਰ ਦੀ 200 ਕੈਂਡਲਸ ਦੇਖੋ, ਠੀਕ ਹੈ। ਸੋ 200 ਕੈਂਡਲ ਤੁਹਾਨੂੰ ਦੱਸੇਗੀ ਕਿ ਟ੍ਰੈਂਡ ਕੀ ਚੱਲ ਰਿਹਾ, ਠੀਕ ਹੈ ਜੀ। ਉਦੋਂ ਤੱਕ ਥੋੜਾ ਜਿਹਾ ਹਰਿੰਦਰ ਭਾਜੀ ਲੈਣਗੇ ਮਾਈਕ। ਹਰਿੰਦਰ ਭਾਜੀ,
ਹਾਂਜੀ ਭਾਜੀ। ਫਿਰ ਥੋੜਾ ਜਿਹਾ ਕੰਟੀਨਿਊ ਕਰੋ ਥਿਉਰੀ ਚ, ਮੈਂ ਜਰਾ 1 ਮਿੰਟ ਚ ਆਇਆ ਹਾਂ। ਨੋ ਪ੍ਰੋਬਲਮ। ਬੇਸਿਕਲੀ ਜਿਹੜਾ ਟ੍ਰੈਂਡ ਹੁੰਦਾ ਆ, ਅਸੀਂ 1 ਆਵਰ ਜਿੱਦਾਂ ਭਾਜੀ ਨੇ ਦੱਸਿਆ 1 ਆਵਰ ਦੀ ਟਾਈਮ ਫਰੇਮ ਲਾ ਕੇ ਪਿਛਲੀ 200 ਕੈਂਡਲਸ ਨੂੰ ਤੁਸੀਂ ਦੇਖੋ। ਹੁਣ ਜਿੱਦਾਂ ਤੁਹਾਡੇ ਸਾਹਮਣੇ ਸਕਰੀਨ ਓਪਨ ਆ, ਹੈਲੋ ਆਈ ਥਿੰਕ ਆਲਮੋਸਟ ਹੈਲੋ ਵੀਰ ਜੀ, ਜਿਹੜਾ ਤੁਸੀਂ ਕਹਿੰਦੇ ਵੀ 200 ਕੈਂਡਲ ਦੇਖਣੀਆਂ ਨੇ, ਇਹਦੇ ਵਾਸਤੇ ਕਿਹੜਾ ਟੂਲ? ਤੁਸੀਂ ਸਕੇਲ ਯੂਜ਼ ਕਰ ਸਕਦੇ ਆ। ਸਕੇਲ ਉੱਤੇ ਹਾਂਜੀ, ਸਕੇਲ ਤੋਂ ਤੁਸੀਂ ਯੂਜ਼ ਕਰ ਸਕਦੇ ਆ। ਟੇਕ ਓਵਰ ਕਰਾਂ ਜੀ, ਹਰਿੰਦਰ ਟੇਕ ਓਵਰ ਕਰਾਂ? ਹਾਂਜੀ ਭਾਜੀ। ਆ ਇੱਥੇ ਸਕੇਲ ਹੁੰਦਾ ਹੈ ਟ੍ਰੇਡਿੰਗ ਵਿਊ ਦੇ ਵਿੱਚ, ਠੀਕ ਹੈ। ਆ ਵਾਲਾ ਇੱਕ ਫੁੱਟ ਆ ਜਿਹਨੂੰ ਅਸੀਂ ਮਤਲਬ ਸਕੇਲ ਕਹਿ ਦਿੰਦੇ ਆ। ਓਕੇ, ਤੁਸੀਂ ਸਕੇਲ ਤੇ ਕਲਿੱਕ ਕਰਕੇ ਆ ਜਿਹੜੀ ਕਰੰਟ ਕੈਂਡਲ ਚੱਲ ਰਹੀ ਹੈ ਡੇਲੀ ਦੀ ਹੈਗੀ ਹੈ, 1 ਆਵਰ ਤੇ ਲੈ ਕੇ ਆਓ, ਠੀਕ ਹੈ। 1 ਆਵਰ ਤੇ ਲੈ ਕੇ ਤੁਸੀਂ ਇਹਨੂੰ ਨਾ ਆਪਣਾ ਚਾਰਟ ਨੂੰ ਰੀਸੈਟ ਕਰੋ। ਇੱਥੋਂ ਤੁਸੀਂ ਇਹਨੂੰ ਲਾਸਟ ਕੈਂਡਲ ਤੋਂ ਬੈਕਵਰਡ ਅਸੀਂ ਜਿਹੜਾ ਇਹਨੂੰ ਕਰਨਾ ਹੈ ਡਿਸਾਈਡ ਕਰਨ ਵਾਸਤੇ ਟ੍ਰੈਂਡ ਕੀ ਚੱਲ ਰਿਹਾ। ਓਕੇ, ਸੋ ਇਹ 209 ਬਾਰਸ ਹੋ ਗਈ ਹੈ ਨਾ। ਤੁਸੀਂ ਇਹਨੂੰ ਹੋਰ ਵੀ ਕਰ ਸਕਦੇ ਹੋ। ਇਸ ਵੇਲੇ ਤੁਸੀਂ ਨੀਚੇ ਪੜ੍ਹ ਸਕਦੇ ਹੋ ਰੈੱਡ ਕਲਰ ਵੀ ਜਿਹੜਾ ਬਾਕਸ ਆ ਰਿਹਾ 395 ਬਾਰਸ ਹੈ ਨਾ। ਸੋ 200 ਬਾਰ ਜਿਹੜੀ ਹੈਗੀ ਆ ਉਹ ਇਨਫ ਹੁੰਦੀ ਹੈਗੀ ਹੈ। 4 ਆਵਰ ਤੁਸੀਂ ਕਰ ਸਕਦੇ ਹੋ ਉਹਦੇ ਲਈ, ਜ਼ਿਆਦਾ ਸਟਰੋਂਗ ਤੁਸੀਂ ਜੇ ਕਨਫਰਮੇਸ਼ਨ ਦੇਣੀ ਹੈ, ਰਾਈਟ। ਸੋ 200 ਬਾਰ ਜਿਹੜੀ ਹੈਗੀ ਤੁਹਾਨੂੰ ਦੱਸੇਗੀ ਕਿ ਟ੍ਰੈਂਡ ਕੀ ਹੈ। ਤੇ 4 ਆਵਰ ਦੇ ਜਿਹੜੇ ਲੈਵਲਸ ਨੇ, 4 ਆਵਰ ਦੇ ਲੈਵਲ ਨੇ ਉਹ ਸਟਰੋਂਗ ਲੈਵਲ ਮੰਨੇ ਜਾਂਦੇ ਆ। ਜਿੰਨੀ ਵੱਡੀ ਤੁਸੀਂ ਆਵਰਸ ਦੀ ਕੈਂਡਲ ਲਾਓਗੇ ਉਨਾ ਵੱਡੀ ਸਟਰੋਂਗ ਤੁਹਾਡੀ ਕਨਫਰਮੇਸ਼ਨ ਹੋਏਗੀ। ਹੁਣ ਤੁਸੀਂ ਮੈਨੂੰ ਇੱਕ ਸਿੰਪਲ ਜਿਹਾ ਸਵਾਲ ਦੱਸੋ, 5 ਮਿੰਟ ਦੀ ਕਨਫਰਮੇਸ਼ਨ ਸਟਰੋਂਗ ਹੋਏਗੀ ਟ੍ਰੈਂਡ ਨੂੰ ਡਿਸਾਈਡ ਕਰਨ ਵਾਸਤੇ ਜਾਂ 1 ਆਵਰ ਦੀ? 1 ਆਵਰ। ਹੁਣ ਤੁਸੀਂ 229 ਬਾਰਸ ਇੱਥੇ ਲੈ ਲਈਆਂ। ਟ੍ਰੈਂਡ ਜਿਹੜਾ ਹੈਗਾ ਤੁਹਾਨੂੰ ਕਹਿ ਰਿਹਾ ਕਿ ਇਹ ਓਵਰਆਲ ਡਾਊਨ ਟ੍ਰੈਂਡ ਅਪ ਟ੍ਰੈਂਡ ਸੀਗਾ। ਓਕੇ, ਬਟ ਮਾਰਕੀਟ ਨੇ ਇਹਨੂੰ ਇੱਥੇ ਇੱਕ ਹਾਰਡ ਕੀਤਾ। ਓਕੇ, ਮਾਰਕੀਟ ਨੇ ਟ੍ਰੈਂਡ ਜਿਹੜਾ ਹੈਗਾ ਸਿੰਪਲ ਟ੍ਰੈਂਡ ਲਾਈਨ ਲਾ ਸਕਦੇ ਹੋ, ਠੀਕ ਹੈ। ਜੇ ਅਸੀਂ ਬਹੁਤਾ ਥਿਉਰੀ 'ਚ ਨਾ ਵੜੀਏ, ਸਿੰਪਲ ਤੁਸੀਂ ਟ੍ਰੈਂਡ ਲਾਈਨ ਲੈ ਲਓ। ਓਕੇ, ਇੱਥੋਂ ਟ੍ਰੈਂਡ ਜਿਹੜਾ ਹੈਗਾ ਉਹ ਬ੍ਰੇਕ ਹੋ ਕੇ ਡਾਊਨ ਗਿਆ ਸੀ, ਬਟ ਇੱਥੋਂ ਕਿਉਂਕਿ ਪ੍ਰੀਵੀਅਸ ਇੱਕ ਸਪੋਰਟ ਸੀਗੀ ਇੱਥੇ 1900 ਦਾ ਲੈਵਲ ਸੀਗਾ, ਉੱਥੇ ਆ ਕੇ ਇਹਨਾਂ ਦੁਬਾਰੇ ਸਪੋਰਟ ਲਿੱਤੀ। 1900 ਲੈਵਲ ਤੇ ਕਿਉਂ ਲਿੱਤੀ? ਕਿਉਂਕਿ 1900 ਜਿਹੜਾ ਹੈਗਾ ਇੱਕ ਸਾਈਕੋਲੋਜੀਕਲ ਲੈਵਲ ਹੈਗਾ, ਰਾਊਂਡ ਫਿਗਰ ਹੈ। 1900, 1950, 2000, 2050, 2100 ਇਦਾਂ ਦੇ ਲੈਵਲ ਜਿਹੜੇ ਹੁੰਦੇ ਨੇ ਨਾ, ਈਵਨ ਨੰਬਰਸ। ਸੋ ਉਹ ਇੱਕ ਸਾਈਕੋਲੋਜੀਕਲ ਲੈਵਲ ਕਹਿੰਦੇ ਆ। ਉੱਥੇ ਆ ਕੇ ਵੀ ਮਾਰਕੀਟ ਹਰ ਪੇਅਰ ਦੇ ਵਿੱਚ ਮੋਸਟਲੀ ਹਰ ਸਟਾਕਸ ਦੇ ਵਿੱਚ ਰਿਐਕਟ ਕਰਦੀ ਹੈਗੀ। ਓਕੇ, ਸੋ ਜੇ ਹੁਣ ਤੁਹਾਨੂੰ ਟ੍ਰੈਂਡ ਪਤਾ ਲੱਗ ਗਿਆ, ਓਵਰਆਲ ਅਪ ਟ੍ਰੈਂਡ ਹੈ। ਇੰਜ ਦੇਖ ਲਓ, ਓਵਰਆਲ ਅਪ ਟ੍ਰੈਂਡ ਹੈ। ਜਦੋਂ ਤੱਕ ਇਹ ਸਵਿੰਗ ਲੋ ਨਹੀਂ ਤੋੜਦਾ ਉਦੋਂ ਤੱਕ ਇਹ ਅਪ ਟ੍ਰੈਂਡ ਹੀ ਹੈਗਾ। ਓਕੇ, ਸੋ ਇੱਥੇ ਮਾਰਕੀਟ ਨੇ ਰਿਕਵਰ ਕੀਤਾ ਖੁਦ ਨੂੰ, ਡਬਲ ਬੋਟਮ ਬਣਾਇਆ, ਠੀਕ ਹੈ। ਸੋ ਇੱਥੇ ਇਹ ਬ੍ਰੇਕ ਨਹੀਂ ਕਰ ਪਾਈ। ਸੋ ਐਨੀ ਹਾਊ ਇਜ਼ ਟਰਾਈਂਗ ਟੂ ਗੋ ਅਪ। ਸੋ ਹੁਣ ਇਹਨੂੰ ਰੋਕ ਕੌਣ ਰਿਹਾ? ਜੇ ਅਸੀਂ ਡੇਲੀ ਦਾ ਕੈਂਡਲ ਦਾ ਦੇਖੀਏ ਓਵਰਆਲ ਇੱਕ ਸਿਨਾਰੀਓ, ਤੁਹਾਨੂੰ ਨਜ਼ਰ ਆਏਗਾ 3 ਦਫਾ ਮਾਰਕੀਟ ਇਸ ਲੈਵਲ ਤੇ ਆ ਚੁੱਕੀ ਹੈਗੀ ਹੈ। 2020 ਚ ਇੱਥੇ ਮਾਰਕੀਟ ਆਈ ਸੀ ਇਸ ਪ੍ਰਾਈਸ ਤੇ, ਸਭ ਨੂੰ ਨਜ਼ਰ ਆ ਰਿਹਾ ਨਾ ਜੀ? ਹਾਂਜੀ ਹਾਂਜੀ ਓਕੇ, ਹਾਂਜੀ ਸਰ। ਤੁਸੀਂ ਦੇਖਿਓ ਪਾਵਰ ਆਫ ਸਪਲਾਈ, ਡਿਮਾਂਡ ਐਂਡ ਸਪਲਾਈ ਦੇ ਸੈਸ਼ਨ ਅੱਜ ਪਾਵਰ ਆਫ ਸਪਲਾਈ ਕੀ ਹੁੰਦੀ। 2020 ਜਦੋਂ ਕਰੋਨਾ ਸੀਗਾ ਮਾਰਕੀਟ ਇੱਥੇ ਆਈ। ਲਾਈਨ ਮੈਂ ਇਹਨੂੰ ਨਾ ਡਾਰਕ ਕਰਦਾ ਕਿਉਂਕਿ ਮੈਂ ਬਲੈਕ ਲਈ ਕੀਤੀ ਸੀ, ਬਲੈਕ ਕਲਰ ਦੀ ਹੀ ਰੱਖਾਂਗੇ। ਓਕੇ, 2020 ਦੇ ਵਿੱਚ ਅਰਾਊਂਡ ਮਾਰਕੀਟ ਇੱਥੇ ਆਈ ਸੀ, ਆਲ ਟਾਈਮ ਹਾਈ ਸੀਗਾ ਇਹਦਾ 2020 ਦੇ ਵਿੱਚ। ਓਕੇ, ਕਿੰਨਾ ਸੀ ਪ੍ਰਾਈਸ? 2074 ਸੀਗਾ ਇਹਦਾ ਪ੍ਰਾਈਸ। ਓਕੇ, ਮਾਰਕੀਟ ਨੇ ਡਾਊਨਵਰਡ ਨੂੰ ਮੂਵ ਕੀਤਾ, ਸਪੋਰਟ ਲਿੱਤੀ 1 2 3 ਟਾਈਮ। ਓਕੇ, ਫਿਰ ਮਾਰਕੀਟ ਨੇ ਕੋਸ਼ਿਸ਼ ਕੀਤੀ 2070 ਤੱਕ। ਓਕੇ, ਕਿਹੜੀ ਚੀਜ਼ ਸੀਗੀ ਜਿਹਨੇ ਇਹਨੂੰ ਦੁਬਾਰੇ ਇੱਥੋਂ ਮੋੜਿਆ, ਉੱਪਰ ਨਹੀਂ ਜਾਣ ਦਿੱਤਾ? ਰੈਸਿਸਟੈਂਸ ਲੈਫਟ ਹੈਂਡ ਸਾਈਡ ਤੇ ਸਪਲਾਈ ਜ਼ੋਨ ਜਿਹਨੂੰ ਤੁਸੀਂ ਰੈਜ਼ਿਸਟੈਂਸ ਕਹਿ ਰਹੇ ਹੋ। ਓਕੇ, ਇੱਥੇ ਸਪਲਾਇਰ ਬੈਠੇ ਸੀ, ਆਲ ਟਾਈਮ ਹਾਈ ਸੀਗਾ। ਜਦੋਂ ਮਾਰਕੀਟ ਦੁਬਾਰਾ ਇੱਥੇ ਰੀਟੈਸਟ ਹੋਈ ਨਾ ਦੂਸਰੀ ਦਫਾ, ਤੁਸੀਂ ਦੇਖ ਸਕਦੇ ਹੋ ਮਾਰਕੀਟ ਸ਼ਾਰਪਲੀ ਡਾਊਨਵਰਡ ਗਈ ਬਿਨਾਂ ਰੁਕੇ। ਓਕੇ, ਸੋ ਤੀਸਰੀ ਦਫਾ ਉੱਪਰ ਲੈ ਜਾਣ ਵਾਲਾ ਕੌਣ ਸੀ? ਇਹਨੂੰ ਮਾਰਕੀਟ ਨੂੰ ਨੀਚੇ ਆਈ, ਉੱਪਰ ਲੈ ਜਾਣ ਵਾਲਾ ਕੌਣ ਸੀ? ਇੱਥੇ ਬਾਇਰਸ ਬੈਠੇ ਨੇ ਜਿਹਨੂੰ ਅਸੀਂ ਡਿਮਾਂਡ ਜ਼ੋਨ ਕਹਿੰਦੇ, ਉੱਪਰ ਸੈਲਰਸ ਬੈਠੇ ਨੇ।
ਸੋ ਜਦੋਂ 2 ਦਫਾ ਇੱਥੇ ਮਾਰਕੀਟ ਉੱਪਰ ਗਈ, ਓਕੇ, ਸੋ ਤੀਜੀ ਦਫਾ ਵੀ ਇਹ ਹੋਣ ਦੇ ਚਾਂਸਸ ਜ਼ਿਆਦਾ ਸੀਗੇ, ਠੀਕ ਹੈ। ਕਿ ਤੀਜੀ ਦਫਾ ਇੰਜ ਹੋਇਆ ਕਿ ਨਹੀਂ ਹੋਇਆ? ਮਾਰਕੀਟ ਡਾਊਨ ਆਈ ਨਾ, ਰਾਈਟ? ਜੀ ਨਹੀਂ ਨਜ਼ਰ ਆ ਰਿਹਾ? ਇੱਕ ਦਫਾ ਮਾਰਕੀਟ ਆਲ ਟਾਈਮ ਹਾਈ ਬਣਾਇਆ ਸੀ, ਦੂਜੀ ਦਫਾ ਮਾਰਕੀਟ ਡਾਊਨ ਆਈ, ਦੂਸਰੀ ਦਫਾ ਨੂੰ ਫਿਰ ਉਹਨੂੰ ਉਸ ਲੈਵਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਬਟ ਨਹੀਂ, ਪਹਿਲਾਂ ਹੀ ਰਿਵਰਸ ਹੋ ਗਈ $5, ਓਕੇ। ਸੋ ਤੀਸਰੀ ਦਫਾ ਉਹਨੇ ਫਿਰ ਅਟੈਂਪਟ ਕੀਤੀ, ਲੇਕਿਨ ਤੀਸਰੀ ਦਫਾ ਵੀ ਉਹਨੂੰ ਸੇਮ ਲੈਵਲ ਤੋਂ ਰਿਜੈਕਸ਼ਨ ਮਿਲੀ। ਆ ਦੇਖੋ, ਆਲ ਟਾਈਮ ਹਾਈ ਬਣਿਆ ਇਹਦਾ 2079 ਤੱਕ ਪੁੱਜੀ ਹੈ, $2-4 ਦਾ ਫਰਕ ਪਿਆ ਹੈ, ਬਟ ਉਸ ਨੂੰ ਆਪਣੀ ਜਿਹੜੀ ਮੂਵ ਨੂੰ ਕੰਟੀਨਿਊ ਨਹੀਂ ਕਰ ਸਕੀ ਬੈਕ ਟੂ ਬੈਕ। ਕਿਹਨੇ ਇਹਨੂੰ ਰੋਕਿਆ? ਇੱਥੇ ਆ ਕੇ ਇੱਥੇ ਬੈਠੇ ਨੇ, ਇਹ ਸਪਲਾਈ ਜ਼ੋਨ ਹੈ, ਦਿਸ ਇਜ਼ ਅ ਪਾਵਰ ਆਫ ਸਪਲਾਈ ਜ਼ੋਨ। ਦੁਨੀਆ ਦੀ ਵੱਡੇ ਇੰਸਟੀਟਿਊਸ਼ਨ ਇੱਥੇ ਆ ਕੇ ਹਾਰ ਗਏ ਨੇ, ਬਕਾਇਦਾ ਉਹੀ ਇੱਥੇ ਬੈਠੇ ਨੇ ਜਿਹੜੇ ਇਸ ਲੈਵਲ ਤੇ ਆ ਕੇ ਸੈਲ ਕਰਦੇ ਨੇ, ਠੀਕ ਹੈ। ਉਹਨਾਂ ਨੂੰ ਪਤਾ ਕਿ ਜੇ ਇੱਕ ਨया ਲੈਵਲ ਬਣਿਆ ਤਾਂ ਉਸ ਨੂੰ ਫਿਰ ਨੈਚੁਰਲੀ ਕੋਸਟਲੀ ਗੋਲਡ ਬਹੁਤ ਮਹਿੰਗਾ ਹੋ ਜਾਏਗਾ, ਇਸ ਕਰਕੇ ਉਸ ਚੀਜ਼ ਨੂੰ, ਉਸ ਕਮੋਡਿਟੀ ਨੂੰ ਆਪਣੇ ਅੰਡਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਪ੍ਰਾਈਸ ਨਾ ਤਾਂ ਬਹੁਤਾ ਡਾਊਨ ਜਾਵੇ ਨਾ ਬਹੁਤਾ ਉੱਤੇ ਜਾਵੇ। ਜੇ ਆਪਾਂ ਸੋਚ ਰਹੇ ਕਿ ਸਾਡਾ 0.05 ਤੇ 1 ਲੋਟ ਨੇ ਮਾਰਕੀਟ ਨੂੰ ਮੂਵ ਕਰਨਾ ਹੈ, ਤੁਹਾਨੂੰ ਕੀ ਲੱਗਦਾ ਕਿ ਸਾਡੇ 'ਚ ਇੰਨੀ ਕਪੈਸਿਟੀ ਹੈ ਕਿ ਅਸੀਂ ਮਾਰਕੀਟ ਨੂੰ ਅਸੀਂ ਅਪ ਡਾਊਨ ਕਰ ਸਕੀਏ? ਨਹੀਂ। ਵੱਡੇ ਇੰਸਟੀਟਿਊਸ਼ਨਸ ਨੇ ਪ੍ਰਾਈਸ ਐਕਸ਼ਨ ਉਹ ਯੂਜ਼ ਕਰਦੇ ਨੇ, ਅਸੀਂ ਪ੍ਰਾਈਸ ਐਕਸ਼ਨ ਨੂੰ ਉਸ ਲੈਵਲ ਤੇ ਦਾ ਸਮਝ ਕੇ ਅਸੀਂ ਉਸ ਲੈਵਲ ਤੇ ਪ੍ਰੈਕਟਿਸ ਕਰਕੇ ਅਸੀਂ ਉਹਨਾਂ ਦੇ ਫੁੱਟ ਸਟੈਪ ਨੂੰ ਨਾਲ ਫੋਲੋ ਕਰਨਾ ਹੈ, ਓਕੇ। ਸੋ ਤੁਸੀਂ ਦੇਖ ਸਕਦੇ ਹੋ ਇਹਦੇ 'ਚ ਕੋਈ ਗੋਲਡ ਦਾ ਐਗਜ਼ਾਮਪਲ ਤਾਂ ਦਿੱਤਾ ਕਿਉਂਕਿ ਗੋਲਡ ਜਿਹੜਾ ਹੈਗਾ ਉਹ ਪ੍ਰਾਈਸ ਐਕਸ਼ਨ ਨੂੰ ਬਹੁਤ ਬੈਸਟ ਫੋਲੋ ਕਰਦਾ ਹੈ, ਓਕੇ। ਸੋ ਤੁਸੀਂ ਹੁਣ ਦੇਖ ਸਕਦੇ ਹੋ ਕਿ 3 ਦਫਾ 3 ਟਾਈਮ ਮਤਲਬ ਇੱਥੇ ਗੋਲਡ ਨੇ ਆ ਕੇ ਰਿਐਕਟ ਕੀਤਾ ਇਸ ਜ਼ੋਨ ਤੇ, ਓਕੇ। ਮੰਨਦੇ ਹੋ ਉਹਦੀ ਪਾਵਰ? ਬਿਲਕੁਲ ਬਾਜੀ ਮੰਨਦੇ ਆ ਦੇਖੋ, ਇੱਕ ਦਫਾ ਇੱਥੇ ਆਇਆ ਗੋਲਡ, ਨੈਕਸਟ ਟਾਈਮ ਫੇਰ ਆਇਆ ਇੱਥੇ ਨਾ, ਆਪਾਂ ਨੇ ਅੰਨੇ ਹੋ ਗਏ ਜੇ ਮੈਂ ਕਹਿੰਦਾ ਸੀ ਸੈਲ ਕਰਨਾ ਸੀ ਇਸ ਲੈਵਲ ਤੇ, ਓਕੇ। ਸੋ ਜੇ ਮੈਂ ਆਪਣੀ ਗੱਲ ਕਰਾਂ, ਨਵੰਬਰ ਅਗਸਤ ਦੇ ਵਿੱਚ ਮੈਂ ਬਾਏ ਕੀਤਾ ਸੀਗਾ, ਤੇ ਬਾਏ ਤੇ ਸੈਲਿੰਗ 'ਚ ਓਵਰਆਲ 2 ਮਹੀਨੇ ਦਾ ਮੈਂ ਦੱਸਾਂ ਤਾਂ ਮੈਨੂੰ ਕੋਈ $1.5 ਲੱਖ ਦੇ ਕਰੀਬ ਪ੍ਰੋਫਿਟ ਹੋਇਆ ਸੀ ਬਾਏ ਤੇ ਸੈਲਿੰਗ 'ਚ, ਓਕੇ। ਸੋ ਇਹ ਪਾਵਰ ਹੈਗੀ ਹੈ। ਜਦੋਂ ਵੀ ਅਸੀਂ ਕਿਸੇ ਲੈਵਲ ਦੇ ਉੱਤੇ ਆਉਂਦੇ ਹਾਂ ਉੱਥੇ ਸਾਨੂੰ ਬਹੁਤ ਜ਼ਿਆਦਾ ਐਕਟਿਵ ਹੋ ਜਾਣਾ ਹੈ ਨਾ। ਜਿਵੇਂ ਅਸੀਂ ਸਵੇਰੇ ਸੁਣਿਆ ਟ੍ਰੇਡਾਂ ਅਸੀਂ ਪੁਸ਼ ਕਰ ਰਹੇ ਸੀਗੇ ਗੋਲਡ 'ਚ, ਸਵੇਰੇ ਤਾਂ ਕੋਈ ਗੋਲਡ 'ਚ ਖਾਸ ਮੂਵਮੈਂਟ ਹੀ ਨਹੀਂ ਸੀ, ਅਸੀਂ ਟ੍ਰੇਡਾਂ ਪੁਸ਼ ਕਰ ਰਹੇ ਸੀ, ਗਰੁੱਪ 'ਚ ਮੈਂ ਦੇਖ ਰਿਹਾ ਸੀ 2 ਸਟਾਪ ਲੋਸ 3 ਲੋਸ ਲੈ ਕੇ ਅਸੀਂ ਡਨ ਫॉर द डे ਕਰਕੇ ਬੈਠੇ ਸੀ। ਵਾਈ? ਕਿਉਂ? ਕੀ ਅਸੀਂ ਇੱਕ ਮੈਂ ਨਾਲ ਸਵਾਲ ਕਰ ਰਿਹਾ ਕਿ ਅਸੀਂ ਉਸ ਸਮੁੰਦਰ 'ਚੋਂ, ਉਸ ਨਦੀ 'ਚੋਂ ਮੱਛੀਆਂ ਲੱਭ ਸਕਦੇ ਜਿੱਥੇ ਮੱਛੀਆਂ ਹਲੇ ਹੈ ਹੀ ਨਹੀਂ ਹੈ ਨਾ? ਜਿੱਥੇ ਜੋ ਚੀਜ਼ ਹਲੇ ਤਿਆਰ ਹੀ ਨਹੀਂ ਹੈ, ਬਣੀ ਨਹੀਂ ਹੈ, ਅਸੀਂ ਉਹਨੂੰ ਕਿਵੇਂ ਉੱਥੋਂ ਮਤਲਬ ਕਿ ਲੱਭ ਸਕਦੇ ਹਾਂ? ਹਰ ਇੱਕ ਦਾ ਟਾਈਮ, ਹਰ ਚੀਜ਼ ਦਾ ਟਾਈਮਿੰਗ ਹੈ। ਸੋ ਮਾਰਕੀਟ ਦਾ ਵੀ ਇੱਕ ਟਾਈਮਿੰਗ ਹੁੰਦਾ, ਇੱਕ ਜ਼ੋਨ ਹੁੰਦਾ, ਇੱਕ ਵੋਲਿਊਮ ਹੁੰਦਾ। ਇੱਕ ਟ੍ਰੇਡਰ ਹੈ ਉਮਰ ਅਸ਼ਰਫ, ਠੀਕ ਹੈ, ਉਹਨੂੰ ਸੁਣਿਆ ਕਰੋ ਜੇ ਸੁਣਨਾ ਚਾਹੁੰਦੇ ਹੋ। ਉਹ ਕਹਿੰਦਾ ਕਿ ਮੇਰੀ ਕੋਈ ਸਟ੍ਰੈਟਜੀ ਨਹੀਂ ਹੈ, ਮੈਂ 2 ਚੀਜ਼ਾਂ ਦੇਖਦਾ ਵਾਂ, ਓਕੇ। ਪਹਿਲੀ ਤਾਂ ਕਿ ਮੈਂ ਇੱਕ ਤਾਂ ਜਿਹੜਾ ਹੈਗਾ ਵੋਲਿਊਮ ਦੇਖਦਾ ਮਾਰਕੀਟ 'ਚ, ਓਕੇ। ਮੈਂ ਵੋਲਿਊਮ ਤੋਂ ਬਿਨਾਂ ਮਾਰਕੀਟ 'ਚ ਟ੍ਰੇਡ, ਮੈਂ ਉਦੋਂ ਕਹਿੰਦਾ ਮੈਂ ਬੈਠਦਾ ਵੀ ਨਹੀਂ ਹਾਂ, ਉਦੋਂ ਮੈਨੂੰ ਪਤਾ ਅੱਜ ਵੋਲਿਊਮ ਨਹੀਂ ਹੈ ਇਸ ਵੇਲੇ। ਤੇ ਸਾਨੂੰ ਜਿਵੇਂ ਪਤਾ ਕਿ ਲੰਡਨ 'ਚ ਮਿਡ ਜਿਹੜਾ ਹੈਗਾ ਵੋਲਿਊਮ ਹੁੰਦਾ ਹੈ ਨਾ, ਇੰਟਰਮੀਡੀਏਟ। ਸੋ ਨਿਊਯਾਰਕ ਵਿੱਚ ਬਹੁਤ ਹਾਈਐਸਟ ਵੋਲਿਊਮ ਹੁੰਦਾ ਹੈ ਮਾਰਕੀਟ 'ਚ ਉਦੋਂ। ਸੋ ਸਾਨੂੰ ਨਿਊਯਾਰਕ ਤੇ ਲੰਡਨ 'ਚ ਦੇਖਣਾ ਚਾਹੀਦਾ। ਸਵੇਰੇ 7 ਵਜੇ ਜੇ 2 ਵਜੇ ਉੱਠ ਕੇ ਆਪਾਂ ਵੇਚੀਏ, ਜਿਵੇਂ ਮੈਂ ਕਰਦਾ ਹੁੰਦਾ ਸੀ 2018 'ਚ। ਸੋ ਮਾਰਨਿੰਗ ਦੇ 3 ਵਜੇ 3:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਬੈਠਾ, ਠੀਕ ਹੈ। ਉਹ ਕੀ ਹੈ, ਜੇ ਅਸੀਂ ਇੰਨਾ ਹੀ ਕੰਮ ਕਰਨਾ ਫਿਰ ਕੋਈ ਦੁਕਾਨ ਤੇ ਨਾ ਵੇਚੀਏ, ਜ਼ਿਆਦਾ ਚਲੇਗੀ, ਹੈ ਨਾ। ਜੇ ਅਸੀਂ ਚੀਜ਼ ਇਸ ਇੰਡਸਟਰੀ 'ਚ ਇਸ ਕਰਕੇ ਆਇਆ ਕਿ ਸਾਨੂੰ ਫਾਈਨੈਂਸ਼ੀਅਲੀ ਫਰੀडम ਚਾਹੀਦਾ। ਫਰੀडम ਤਾਂ ਸਾਰਾ ਅਸੀਂ ਕੁਰਸੀ ਦੇ ਹਵਾਲੇ ਕਰ ਛੱਡਿਆ, ਕੰਪਿਊਟਰ ਦੇ ਹਵਾਲੇ। ਫਿਰ ਅਸੀਂ ਇਹ ਕਾਹਦਾ ਫਰੀडम ਹੈ? ਇਹ ਬੇਕਾਰ ਚੀਜ਼ 'ਚ ਅਸੀਂ ਆ ਗਏ। ਫਿਰ ਇਸ ਕਰਕੇ ਓਵਰ ਲੁਕਿੰਗ ਵੀ ਨਹੀਂ ਕਰਨਾ ਚਾਰਟ ਟ੍ਰੇਡ ਨੂੰ, ਹਰ ਵੇਲੇ ਬੈਠੇ ਹੈ ਨਹੀਂ। ਬੈਠਣ ਨਾਲ ਪੈਸੇ ਨਹੀਂ ਆਣੇ, ਅਸੀਂ ਸਹੀ ਟਾਈਮਿੰਗ ਦੇਖਣੀ ਹੈ, 2 ਜਾਂ 3 ਘੰਟੇ ਡੇਲੀ ਦੇ। ਹਾਂ, ਘਰ ਸਕਰੀਨ ਹੈਗੀ ਹੈ, ਲਾ ਕੇ ਰੱਖੋ, ਓਕੇ, ਆਉਂਦੇ ਜਾਂਦੇ ਦੇਖਦੇ ਰਹੋ, ਬਟ ਬਾਕੀ ਕੰਮ ਵੀ ਕਰੋ ਸਾਰੇ, ਓਕੇ। ਸੋ ਇਹਨੂੰ ਅਸੀਂ ਨਾ ਅਬਸੈਸਡ ਨਹੀਂ ਹੋਣਾ ਟ੍ਰੇਡਿੰਗ ਦੇ ਨਾਲ। ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਕੌਣ ਬੈਠਾ ਸੀ ਜਿਹਨੇ ਇਹ ਮਾਰਕੀਟ ਨੂੰ ਤੀਜੀ ਦਫਾ ਜਿਹੜਾ ਹੈਗਾ ਉਹ ਨੀਚੇ ਵਾਪਿਸ ਕੀਤਾ, ਠੀਕ ਹੈ, ਪੁੱਲ ਕੀਤਾ। ਸੋ ਤੁਸੀਂ ਦੇਖ ਸਕਦੇ ਹੋ ਇਹਦੇ 'ਚ ਇੱਕ ਚੀਜ਼ ਕਾਮਨ ਹੈਗੀ ਹੈ, ਮੈਂ ਲਾਸਟ ਟਾਈਮ ਵੀ ਕਿਹਾ ਸੀਗਾ, ਸ਼ਾਰਪ ਵੀ। ਜਿੱਥੇ ਵੀ ਸ਼ਾਰਪ ਵੀ ਬਣਦੀ ਹੈ ਨਾ, ਉਦੋਂ ਇਹ ਲੈਵਲ ਡਿਕਲੇਅਰ ਹੋ ਗਿਆ ਸੀਗਾ। ਜਦੋਂ ਇਹ ਮਾਰਕੀਟ ਇੱਥੇ ਜਾ ਰਹੀ ਸੀ ਨਾ, ਓਕੇ,
ਇੱਥੇ ਜਾ ਰਹੀ ਸੀਗੀ, ਉਦੋਂ ਅਸੀਂ ਇਹ ਸੋਚ ਲਿਆ ਸੀਗਾ ਕਿ ਇੱਥੇ ਆ ਕੇ ਮਾਰਕੀਟ ਰਿਐਕਟ ਕਰੇਗੀ। ਸੋ ਹੋਇਆ ਕਿ ਇੱਥੇ ਆ ਕੇ ਮਾਰਕੀਟ ਨੇ ਰਿਐਕਟ ਕੀਤਾ ਜਿਵੇਂ ਕਿ ਐਕਸਪੈਕਟਡ ਸੀਗਾ। ਤੇ ਇਹ ਲੈਵਲ ਸਿਰਫ ਸਾਨੂੰ ਨਹੀਂ ਦਿਖਦੇ, ਇਹ ਲੈਵਲਸ ਵੱਡੇ ਇੰਸਟੀਟਿਊਸ਼ਨਸ ਨੇ ਹੀ ਬਣਾਏ ਹੁੰਦੇ ਆ, ਉਹ ਬੜੀ ਇਹਨਾਂ ਤੇ ਨਜ਼ਰ ਰੱਖਦੇ। ਓਕੇ, ਜਿਵੇਂ ਕਿ 1870 ਦੇ ਉੱਤੇ ਇਸ ਲੈਵਲ ਤੇ ਆ ਕੇ 1600 ਕੁਛ ਤੇ ਆ ਕੇ 1680 1720 1750 ਤੱਕ ਕਤਰ ਬੈਂਕ ਉਦੋਂ 골ਡ ਪਰਮਾਨੈਂਟਲੀ ਬਾਏ ਕਰਦਾ ਹੁੰਦਾ, ਉਹਨੇ ਆਟੋ ਮੋਡ ਤੇ ਰੱਖਿਆ ਹੋਇਆ। 300-400 ਟਨ ਉਹ 골ਡ ਜਿਹੜਾ ਹੈਗਾ ਇਸ ਲੈਵਲ ਤੇ ਆ ਕੇ ਆਟੋਮੈਟਿਕਲੀ ਬਾਏ ਕਰਦਾ ਹੈ। ਠੀਕ ਹੈ, ਉਹਨੇ ਮਤਲਬ ਇੱਕ ਬਲਾਈਂਡ ਐਗਰੀਮੈਂਟ ਜਿਹੜਾ ਹੈਗਾ, ਓਪਨ ਐਗਰੀਮੈਂਟ ਸਾਈਨ ਕੀਤਾ ਹੋਇਆ 골ਡ ਸੈਲਰਸ ਦੇ ਨਾਲ। ਓਕੇ, ਸੋ ਇਹ ਇੱਥੇ ਵੀ ਸ਼ੇਪ ਬਣੀ। ਓਕੇ, ਨੈਕਸਟ ਵੀ ਸ਼ੇਪ ਬਣੀ ਤੇ ਥਰਡ ਟਾਈਮ ਫਿਰ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਸ਼ੇਪ ਜਿਹੜੀ ਹੈਗੀ ਆ ਉਹ ਬਣੀ ਹੈ ਇੱਥੇ। ਠੀਕ ਹੈ, ਸੋ ਨੈਕਸਟ ਟਾਈਮ ਤੁਹਾਨੂੰ ਚਾਰਟ ਤੇ ਕਿਤੇ ਵੀ ਕੋਈ ਵੀ ਸ਼ੇਪ ਅਬਰਪਟ ਇੱਕਦਮ ਕੋਈ ਵੀ ਬਣੇ, ਉਲਟੀ ਵੀ ਬਣੇ ਜਿੱਦਾਂ ਉਲਟੀ ਬਣੀ ਹੋਈ ਹੈ, ਜਾਂ ਸਿੱਧੀ ਵੀ ਬਣੇ ਹੈ ਨਾ ਅਪ ਸਾਈਡ ਨੂੰ, ਸੋ ਉਹ ਇੰਪੋਰਟੈਂਟ ਲੈਵਲਸ ਨੇ ਕਿਸੇ ਵੀ ਟਾਈਮ ਫਰੇਮ 'ਚ ਹੈ ਨਾ। ਇਹ ਤਾਂ ਚਲੋ ਮੈਂ ਡੇਲੀ ਤਾਂ ਦੇਖ ਰਿਹਾ, ਤੁਸੀਂ ਵੀਕਲੀ ਦੇਖ ਲਓ, ਡੇਲੀ ਦੇਖ ਲਓ, 4 ਆਵਰ ਦੇਖ ਲਓ। ਓਕੇ, ਸੋ ਤੁਸੀਂ 1 ਆਵਰ ਦੇਖ ਲਓ, 5 ਮਿੰਟ 'ਚ ਵੀ ਜਿੱਥੇ ਵੀ ਸ਼ੇਪ ਰਿਕਵਰੀ ਹੁੰਦੀ ਹੈ ਉੱਥੇ ਡੇਨੀ ਉਹਦੇ ਨਾਲ ਹੀ, ਰਾਜਾ ਬੈਂਕ ਵੀ 30 ਮਿੰਟ ਦੀ ਵੀ ਸ਼ੇਪ ਦੇ ਨਾਲ ਹੀ ਕਰਦਾ ਹੁੰਦਾ ਹੈ ਟ੍ਰੇਡਿੰਗ, ਰਾਈਟ। ਸੋ ਇਹ ਇੰਪੋਰਟੈਂਟ ਲੈਵਲ ਨੇ, ਸਿੰਪਲ ਵੀ ਯਾਦ ਰੱਖੋ। ਹੁਣ ਤੁਸੀਂ ਇੱਥੇ ਵੀ ਦੇਖਿਆ, ਸੋ ਇੱਥੇ ਤੁਸੀਂ ਡਬਲ ਟੌਪ ਡਬਲ ਬੋਟਮ ਪੈਟਰਨ ਨਾਲ ਅਸੀਂ ਬਹੁਤਾ ਓਬਸੈਸਡ ਨਹੀਂ ਹੋਣਾ। ਓਕੇ, ਆ ਦੇਖੋ 5 ਮਿੰਟ 'ਚ ਵੀ ਅੱਜ ਡਬਲ ਬੋਟਮ ਬਣਿਆ ਸੀਗਾ, ਕਰਨਵੀਰ ਨੇ ਟ੍ਰੇਡ ਕੀਤੀ ਸੀ, ਹੁਣ ਹੀ ਸਾਡੇ ਨਾਲ ਜੁੜੇ ਨੇ, ਰਾਈਟ। ਆ ਦੇਖੋ ਵੀ ਸ਼ੇਪ ਬਣ ਰਹੀ ਹੈ ਇੱਥੇ ਸਾਰੀ। ਓਕੇ, ਇਹ ਡਾਊਨ ਹੈ, ਇਹ ਲੈਵਲ ਵੀ ਇੰਪੋਰਟੈਂਟ ਸੀਗਾ ਤੇ ਨੈਕਸਟ ਟਾਈਮ ਇਸ ਲੈਵਲ ਇੱਥੇ ਕੰਮ ਕੀਤਾ। ਆ ਦੇਖੋ ਲੈਫਟ 'ਚ ਆ ਕੇ। ਓਕੇ, ਸਮਝ ਆ ਗਿਆ ਜੀ। ਸੋ ਹੁਣ ਆਪਾਂ ਨੈਕਸਟ ਦੇਖਦੇ ਹਾਂ। ਡਬਲ ਬੋਟਮ ਹੋਇਆ ਇੱਥੇ, ਸੋ ਇਸ ਲੈਵਲ ਤੇ ਵੀ ਰਿਐਕਸ਼ਨ ਹੋਇਆ ਮਾਰਕੀਟ ਦਾ ਜਦੋਂ ਇੱਕ ਵਾਰ ਵੀ ਬਣਿਆ ਸੀ ਇਹ ਫਸਟ ਟਾਈਮ। ਸੋ ਇਹ ਨੈਕਸਟ ਮੂਵਮੈਂਟ ਲਈ ਜਦੋਂ ਪ੍ਰਾਈਸ ਨੇ ਇੱਥੇ ਆਉਣਾ ਸੀ ਨਾ, ਇੰਪੋਰਟੈਂਟ ਬਣ ਜਾਣਾ ਸੀ। ਤੁਸੀਂ ਦੇਖੋ ਕਿੰਨਾ ਕੁ ਇੰਪੋਰਟੈਂਟ ਬਣਿਆ ਹੈ ਲੈਵਲ। ਓਕੇ, ਇਹਨੂੰ ਕਹਿੰਦੇ ਮਾਰਕੀਟ ਦਾ ਸਟੱਡੀ ਕਰਨਾ। ਓਕੇ, ਇੱਕ ਵਾਰ ਇੱਥੇ ਆਇਆ ਵੀ ਬਣਿਆ ਸੀ, ਰਾਈਟ। ਸੋ ਦੂਜੀ ਦਫਾ ਫਿਰ ਇੱਥੇ ਆਇਆ, ਨੈਕਸਟ ਵੀ ਨਾਲ ਕੀ ਬਣ ਗਿਆ, W ਬਣ ਗਿਆ ਹੈ ਨਾ। ਕਿਉਂ? ਠੀਕ ਹੈ ਨਾ ਅਮਨਦੀਪ ਸਿੰਘ? ਓਕੇ, ਸੋ ਡਬਲ ਬੋਟਮ ਜਿਹਨੂੰ ਅਸੀਂ ਕਹਿੰਦੇ ਆ W, ਓਕੇ, ਉਹ ਬਣਿਆ। ਸੋ ਤੀਸਰੀ ਦਫਾ ਉੱਤੋਂ ਰਿਜੈਕਸ਼ਨ ਲੈ ਕੇ ਫਿਰ ਜਦ ਇਸ ਜ਼ੋਨ 'ਚ ਆਇਆ ਹੈ, ਮੈਂ ਇਸ ਜ਼ੋਨ ਦੀ ਗੱਲ ਕਰ ਰਿਹਾ, ਤੁਸੀਂ ਇਹ ਲੈਵਲ ਮਾਰਕ ਕਰ ਲਿਆ। ਓਕੇ, ਫੋਰਗੇਟ ਅਬਾਊਟ ਦਿਸ। ਓਕੇ, ਤੁਸੀਂ ਇਸ ਲਾਈਨ ਨੂੰ ਨਾ ਖਿੱਚ ਕੇ ਇੱਥੇ ਲਿਆਓ, ਤੁਸੀਂ 2 ਪੁਆਇੰਟ ਟੱਚ ਕਰਨੇ ਨੇ V ਦੇ ਨਾਲ, ਜੇ ਕਿਤੇ ਤੁਹਾਨੂੰ ਮਿਲਦੇ ਨੇ। ਆ ਦੇਖੋ ਟੱਚ ਹੋਏ ਜਾਂ ਨਹੀਂ ਹੋਏ, ਹੋ ਗਏ ਟੱਚ ਜੀ, ਲੈਫਟ ਹੈਂਡ ਸਾਈਡ 'ਚ ਹੋ ਗਏ। ਸਪੋਰਟ ਨਜ਼ਰ ਆ ਰਹੀ ਤੁਹਾਨੂੰ, ਸਪੋਰਟ ਨਜ਼ਰ ਆ ਰਹੀ ਹੈ ਇੱਥੇ ਤੇ ਰੈਜ਼ਿਸਟੈਂਸ ਵੀ ਨਜ਼ਰ ਆ ਰਿਹਾ, ਰਾਈਟ। ਸੋ ਇੱਥੇ ਤੁਹਾਨੂੰ ਇੱਥੋਂ ਹੀ ਕਹਾਣੀ ਸ਼ੁਰੂ ਹੋ ਗਈ ਸੀਗੀ 골ਡ ਦੀ ਵੀ ਇਹ ਇੱਕ ਇੰਪੋਰਟੈਂਟ ਲੈਵਲ ਸੀਗਾ। ਆ ਵੀ ਬਣਨ ਦਾ ਵੀ ਵੇਟ ਨਹੀਂ ਸੀ ਕਰਨਾ, ਸੋਚ ਲਓ ਹਲੇ ਮਾਰਕੀਟ ਇੱਥੇ ਹੈ ਮਾਰਕੀਟ। ਓਕੇ, ਸੋ ਇਹ ਇੱਕ ਰੈਜ਼ਿਸਟੈਂਸ ਦੇ ਤੌਰ ਤੇ ਇਹਨਾਂ ਕੰਮ ਕੀਤਾ ਸੀ। ਇੱਥੇ ਰੈਜ਼ਿਸਟੈਂਸ ਸੀਗਾ, ਫਿਰ ਨੀਚੇ ਗਿਆ। ਆ ਦੇਖੋ ਇਹ ਸਪੋਰਟ ਸੀਗੀ, ਸਪੋਰਟ ਲਿੱਤੀ, ਨੀਚੇ ਗਿਆ, ਫਿਰ ਇਹਨੇ ਇੱਥੇ ਇਹਨੂੰ ਬ੍ਰੇਕ ਕੀਤਾ ਬਿਊਟੀਫੁਲੀ। ਫਿਰ ਜਿਹੜੀ ਇਹ ਸਪੋਰਟ ਸੀਗੀ, ਹੁਣ ਅਸੀਂ ਇੱਕ ਵਰਡ ਯੂਜ਼ ਕਰਦੇ ਹਾਂ CHOCH, ਚੇਂਜ ਆਫ ਕਰੈਕਟਰ। ਠੀਕ ਹੈ, ਚੇਂਜ ਆਫ ਕਰੈਕਟਰ। ਤਰਨਵੀਰ ਨੇ ਲਾਸਟ ਟਾਈਮ ਆਈ ਥਿੰਕ ਜਵਾਬ ਦਿੱਤਾ ਸੀਗਾ ਚੇਂਜ ਆਫ ਕਰੈਕਟਰ ਦਾ, ਰਾਈਟ, ਸਾਡੇ ਉੱਥੇ ਸੈਮੀਨਾਰ ਦੇ ਵਿੱਚ। ਸੋ ਇਹ ਚੇਂਜ ਆਫ ਕਰੈਕਟਰ ਹੋ ਗਿਆ। ਪਹਿਲਾਂ ਰੈਜ਼ਿਸਟੈਂਸ ਸੀਗਾ, ਇਹਨੂੰ ਇਹ ਬੜੀ ਪੋਲਾਈਟਲੀ ਤੋੜ ਕੇ ਆਰਾਮ ਨਾਲ ਉੱਪਰ ਗਿਆ ਤੇ ਸਪੋਰਟ ਬਣ ਗਿਆ। resistance turned into support, RNS, resistance into support। ਸੋ ਜਦੋਂ ਇਹ ਸਪੋਰਟ ਬਣਿਆ ਤੇ ਕੀ ਇਹਨੇ ਕੰਮ ਨਹੀਂ ਕੀਤਾ ਸਪੋਰਟ ਦਾ? ਫੇਕ ਆਊਟ ਹੋਇਆ, ਬੇਸ਼ੱਕ ਫੇਕ ਆਊਟ ਹੁੰਦੇ ਨੇ ਕਿਉਂਕਿ ਉਹਨਾਂ ਨਾਲ ਤੁਹਾਡੇ ਸਟਾਪ ਲੋਸ ਹੰਟ ਕਰਨੇ ਹੁੰਦੇ ਨੇ। ਆ ਦੇਖੋ ਇੱਥੇ ਰੇਂਜ 'ਚ ਰਹੀ ਮਾਰਕੀਟ ਲੇਕਿਨ ਨੀਚੇ ਨਹੀਂ ਗਈ। ਜਦੋਂ ਇਹਨਾਂ ਨੂੰ ਬ੍ਰੇਕ ਕੀਤਾ ਆਲ ਟਾਈਮ ਹਾਈ ਬਣਾਇਆ ਸੀ। ਆ ਦੇਖੋ 2020 ਦੀ ਗੱਲ ਕਰ ਰਹੇ ਹਾਂ, ਕਰੋਨਾ ਵੀ ਆਇਆ ਸੀ, ਵੈਸੇ ਇਹਦੇ ਪਿੱਛੇ ਮੇਨ ਫੈਕਟਰ ਸੀ ਕਰੋਨਾ ਦਾ। ਓਕੇ, ਸੋ ਇਹ ਲੈਵਲ ਇੱਥੇ ਹੀ ਡਿਸਾਈਡ ਹੋ ਗਿਆ ਸੀਗਾ ਕਿ ਇਹ ਇੰਪੋਰਟੈਂਟ ਜ਼ੋਨ ਹੈ ਕਿਉਂਕਿ ਪਹਿਲਾਂ ਇਹ ਰੈਜ਼ਿਸਟੈਂਸ ਸੀਗਾ, ਫਿਰ ਇਹ ਸਪੋਰਟ ਰਿਹਾ ਤੇ ਸਪੋਰਟ ਟੁੱਟੀ ਨਹੀਂ, ਕਾਇਮ ਰਹੀ ਹੈ ਨਾ। ਇਹ ਅਸੀਂ ਵੀਕ ਨੂੰ ਅਸੀਂ ਟੁੱਟਣਾ ਨਹੀਂ ਕਹਿ ਸਕਦੇ, ਇੱਕ ਫੇਕ ਆਊਟ ਹੁੰਦਾ। ਫੇਕ ਆਊਟ ਦੇ ਨਾਲ ਉਹ ਟ੍ਰੈਂਡ ਕਦੇ ਵੀ, ਉਹ ਲੈਵਲ ਕਦੇ ਵੀ ਇਨਵੈਲਿਡ ਨਹੀਂ ਹੁੰਦਾ। ਇਹ ਸਾਰੇ ਚੀਜ਼ ਨੋਟ ਕਰ ਲੈਣ ਜਿਹੜੇ ਸਾਡੇ ਨਾਲ ਭਰਾ ਜੁੜੇ ਨੇ। ਅਗਰ ਕਿਸੇ ਲੈਵਲ ਦੇ ਉੱਤੇ ਕੋਈ ਬ੍ਰੀਚ ਹੁੰਦੀ ਹੈ, ਕੋਈ ਕੈਂਡਲ ਥੋੜੀ ਜਿਹੀ ਉੱਪਰ ਜਾ ਕੇ ਨੀਚੇ ਜਾ ਕੇ ਵਾਪਸ ਆ ਜਾਂਦੀ ਹੈ ਵਿੱਚ, ਉਹ ਕੀ ਹੈ, ਉਹ ਬੇਸ਼ੱਕ ਉਹਦੇ 'ਚ ਇੱਕ ਪੈਂਟਰੇਸ਼ਨ ਹੋਈ ਹੈ ਉਸ ਲੈਵਲ ਦੇ ਵਿੱਚ, ਬਟ ਜੇ ਕੈਂਡਲ ਉਸ ਲੈਵਲ ਦੇ ਉੱਤੇ ਹੀ ਕਲੋਜ਼ ਹੋਈ ਹੈ ਨਾ,
ਫਿਰ ਉਹ ਲੈਵਲ ਸਟਿਲ ਵੈਲਿਡ ਹੈ, ਮੀਨਸ ਨੈਕਸਟ ਟਾਈਮ ਵੀ ਉੱਥੇ ਆ ਕੇ ਮਾਰਕੀਟ ਰਿਐਕਟ ਕਰੇਗੀ। ਓਕੇ, ਸੋ ਇਹ ਜਿਹੜਾ ਹੈਗਾ ਇੱਕ ਟ੍ਰੈਂਡ ਜਿਹੜਾ ਐਸਟੈਬਲਿਸ਼ ਹੋ ਗਿਆ ਸੀਗਾ ਇਹ ਲੈਵਲ। ਓਕੇ, ਹੁਣ ਦੇਖੋ ਨੈਕਸਟ ਟਾਈਮ 2 ਸਾਲ ਤੋਂ ਬਾਅਦ ਮਾਰਕੀਟ ਇੱਥੇ ਆਈ ਹੈ, ਇਹ 2020 ਦੀ ਗੱਲ ਕਰ ਰਿਹਾ, ਇੱਥੇ ਫਰਵਰੀ 20 ਦੀ ਗੱਲ ਕਰ ਰਿਹਾ ਵਾਂ, ਜਦੋਂ ਮਾਰਕੀਟ ਇਸ ਲੈਵਲ ਤੇ ਘੁੰਮ ਫਿਰ ਕੇ ਧੱਕੇ ਖਾ ਕੇ ਇੱਥੇ ਵਾਪਸ ਆਈ 21 ਦੇ ਵਿੱਚ, ਐਗਜ਼ੈਕਟਲੀ 1 ਸਾਲ ਤੋਂ ਬਾਅਦ। 1 ਸਾਲ ਹੋ ਗਿਆ ਨਾ ਜੀ, ਫਰਵਰੀ 20 ਤੋਂ ਲੈ ਕੇ ਮਾਰਚ 21 ਤੱਕ 1 ਸਾਲ ਹੋ ਗਿਆ। ਸੋ ਜਦੋਂ ਇਸ ਲੈਵਲ ਤੇ ਆਈ ਮਾਰਕੀਟ, ਅਸੀਂ ਲੈਫਟ ਹੈਂਡ ਸਾਈਡ ਦਾ ਖਿਆਲ ਰੱਖਣਾ ਸੀਗਾ, ਕਿਉਂਕਿ ਇਹ CH ਏਰੀਆ ਹੈ, ਚੇਂਜ ਆਫ ਕਰੈਕਟਰ, RNS ਰੈਜ਼ਿਸਟੈਂਸ ਸੀਗਾ ਇਨਟੂ ਸਪੋਰਟ ਟਰਨ ਹੋਇਆ, ਤੇ ਇਟ ਡਜ਼ ਮੈਟਰ, ਆਪਣੀ ਔਕਾਤ ਰੱਖਦਾ ਹੈ, ਇਹ ਆਪਣੀ ਔਕਾਤ ਰੱਖਦਾ ਹੈ। ਹਿਡਨ ਸੀਗਾ ਇਹ 1 ਸਾਲ ਲਈ, ਇੱਥੇ ਪ੍ਰਾਈਸ ਨਹੀਂ ਸੀ ਆਇਆ, ਨੇ ਰਿਐਕਸ਼ਨ ਨਹੀਂ ਸੀ ਕੀਤਾ। ਜਦੋਂ ਇੱਥੇ ਪ੍ਰਾਈਸ ਆਇਆ ਕੀ ਹੋਇਆ, ਬਾਉਂਸ, ਟੱਪਾ ਖਾ ਕੇ ਫਿਰ ਬਾਉਂਸ, ਮਾਰਕੀਟ ਕਿੰਨੀ ਉੱਪਰ ਗਈ ਹੈ। ਇਸ ਲੈਵਲ ਨੇ ਇੱਕ ਗਿਰਦੀ ਹੋਈ, ਡਾਇਰੈਕਟ ਗਿਰਦੀ ਹੋਈ ਮਾਰਕੀਟ ਨੂੰ ਐਗਜ਼ੈਕਟਲੀ $223 ਉੱਤੇ ਚੁੱਕਿਆ, ਮਤਲਬ ਉਹਨੇ 1691 ਤੋਂ ਉਹਨੂੰ ਬਾਉਂਸ ਕਰਕੇ 1916 ਤੱਕ ਪਹੁੰਚਾਇਆ। $225, ਬਹੁਤ ਵੱਡੀ ਮੂਵਮੈਂਟ ਹੈ, ਮੀਨਸ 2250 ਪਿਪ। ਤੇ ਕਿਸੇ ਨੂੰ ਇੱਕ ਲੋਟ ਦੇ ਵਿੱਚ ਇੰਨੀ ਵੱਡੀ ਮੂਵਮੈਂਟ ਮਿਲ ਜਾਏ ਨਾ, $22,000 ਉਹਨੇ ਇੱਥੇ ਕੱਢੇ ਹੋਣੇ ਸੀ ਕਿੰਨੇ ਦਿਨਾਂ 'ਚ, 47 ਡੇਜ਼ ਦੇ ਵਿੱਚ ਟ੍ਰੇਡ ਲੈ ਕੇ ਹੋਲਡ ਕੀਤੀ ਹੁੰਦੀ। ਓਕੇ, ਮੀਨਸ ਇਹ ਅਸੀਂ ਇਹ ਕੀ ਲੈਵਲ ਨੇ, ਜਿੰਨੀ ਵੱਡੀ ਟਾਈਮ ਫਰੇਮ ਦੀ ਕੈਂਡਲ ਅਸੀਂ ਯੂਜ਼, ਇਸ ਵੇਲੇ ਡੇਲੀ ਕੈਂਡਲ ਮੈਂ ਯੂਜ਼ ਕਰ ਰਿਹਾ, ਇਹ ਲੈਵਲ ਉਨਾ ਹੀ ਜ਼ਿਆਦਾ ਸਟਰੋਂਗ ਹੈਗਾ। ਠੀਕ ਹੈ, ਜੇ ਮੈਂ ਇਹਨੂੰ ਫੋਰਐਵਰ ਦੇ ਨਾਲ ਮਾਰਕ ਕਰਾਂ, ਲੈਵਲਸ ਡਿਫਰੈਂਟ ਲੈਵਲ ਹੋਣਗੇ, ਹੈ ਨਾ, ਕਿਉਂਕਿ ਟ੍ਰੈਂਡ ਵੀ ਕਦੇ ਕਦੇ ਓਵਰਆਲ ਟ੍ਰੈਂਡ ਦੇ ਵਿੱਚ ਵੀ ਆਪੋਜ਼ਿਟ ਟ੍ਰੈਂਡ ਹੁੰਦਾ ਹੈ ਸਮਾਲ ਟਾਈਮ ਫਰੇਮ ਦੇ ਵਿੱਚ। ਠੀਕ ਹੈ, ਸੋ 225 ਜਿਹੜੇ ਡਾਲਰ ਦੀ ਮੂਵਮੈਂਟ ਕੀਤੀ, ਇੰਨਾ ਪਾਵਰਫੁਲ ਏਰੀਆ ਸੀਗਾ। ਤੀਜੀ ਦਫਾ ਫਿਰ ਮਾਰਕੀਟ ਘੁੰਮ ਘਮਾ ਕੇ ਇੱਥੇ ਜਦੋਂ ਆਈ, ਫਿਰ ਬਾਉਂਸ ਕੀਤੀ। ਅਮਰਪ੍ਰੀਤ ਸਿੰਘ, ਓਕੇ ਚੱਡਾ, ਓਕੇ, ਸੋ ਮਾਰਕੀਟ ਫਿਰ ਇੱਥੇ ਆਈ, ਤੁਸੀਂ ਦੇਖ ਸਕਦੇ ਹੋ 1 2 3 4 5 6 ਟਾਈਮ ਮਾਰਕੀਟ 1680 ਦੇ ਜ਼ੋਨ 'ਚ ਆ ਕੇ ਵਾਪਸ ਬਾਉਂਸ ਹੋਈ। ਕੀ ਸਾਨੂੰ ਇੱਥੇ ਬਾਏ ਨਹੀਂ ਸੀ ਕਰਨਾ ਚਾਹੀਦਾ, ਇੱਥੇ ਨਹੀਂ ਸੀ ਬਾਏ ਕਰਨਾ ਚਾਹੀਦਾ, ਕਿਉਂਕਿ ਪ੍ਰੀਵੀਅਸ ਇੰਪੋਰਟੈਂਟ ਜ਼ੋਨ ਸੀਗਾ। 5 ਮਿੰਟ 'ਚ ਇੱਥੇ ਕੋਈ ਨਾ ਕੋਈ ਇਨਗਲਫਿੰਗ ਪੈਟਰਨ ਕੈਂਡਲ ਬਣੀ ਹੋਏਗੀ, ਹੈ ਨਾ, ਡੇਲੀ ਦੀ ਕੈਂਡਲ ਹੈ, ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦੱਸ ਰਿਹਾ ਹਾਂ। ਸੇਮ ਪੈਟਰਨ, ਸੇਮ ਵੇ ਦੇ ਨਾਲ ਤੁਸੀਂ, ਸੇਮ ਥਿਊਰੀ ਦੇ ਨਾਲ, ਸੇਮ ਪ੍ਰਾਈਸ ਐਕਸ਼ਨ ਦੇ ਨਾਲ ਤੁਸੀਂ ਛੋਟੇ ਟਾਈਮ ਫਰੇਮ 'ਚ ਵੀ ਐਨਾਲਿਸਿਸ ਕਰਨਾ ਹੈ, ਤੇ ਉੱਥੇ ਵੀ ਮਾਰਕੀਟ ਇੰਜ ਹੀ ਰਿਐਕਟ ਕਰਦੀ ਜਿਵੇਂ ਕਿ ਵੱਡੇ ਟਾਈਮ ਫਰੇਮ 'ਚ ਰਿਐਕਟ ਕਰਦੀ ਹੈ। ਲੈਵਲਸ ਦੇ ਆਰ ਆਲਵੇਜ਼ ਲੈਵਲ, ਵਨਸ ਲੈਵਲ ਇਜ਼ ਆਲਵੇਜ਼ ਅ ਲੈਵਲ। ਓਕੇ, ਸੋ ਇੱਥੇ ਬਾਉਂਸ ਕੀਤੀ, W ਬਣਿਆ, ਮਾਰਕੀਟ ਉੱਤੇ ਗਈ, ਫਿਰ 4 ਮਹੀਨੇ ਬਾਅਦ ਫਿਰ ਮਾਰਕੀਟ ਇਸ ਲੈਵਲ 'ਚ ਆਈ, ਲੇਕਿਨ ਨੀਚੇ ਬ੍ਰੇਕ ਨਹੀਂ ਹੋਈ। ਉਹਨੂੰ ਕਿਹਨੇ ਰੋਕਿਆ, ਇੱਥੇ ਕੌਣ ਸੀ ਇੱਥੇ ਬੈਠਾ ਹੈ ਜਿਨ੍ਹਾਂ ਨੂੰ ਨੀਚੇ ਡਿੱਗਣ ਤੋਂ ਰੋਕਿਆ? ਲੈਫਟ ਹੈਂਡ ਸਾਈਡ ਬਾਇਰ ਸੀ। ਤੁਸੀਂ ਅਗਰ ਛੱਤ ਤੇ ਨੀਚੇ ਡਿੱਗ ਗਏ ਹੋ, ਤੁਸੀਂ 7ਵੀਂ ਫਲੋਰ ਤੇ ਗਿਰ ਗਏ ਹੋ, ਤੁਸੀਂ 6ਵੇਂ ਮਤਲਬ ਫਲੋਰ ਤੇ ਆ ਕੇ ਰੁਕ ਗਏ ਹੋ, ਤੁਹਾਨੂੰ ਰੋਕਣ ਵਾਲਾ ਕੌਣ ਸੀ? ਇੱਕ ਲੈਵਲ ਸੀ ਨਾ ਨਿਚਲੇ ਫਲੋਰ ਦਾ, ਰਾਈਟ? ਸੋ ਇਹ ਵੀ ਫਲੋਰਸ ਨੇ, ਲੈਵਲਸ ਨੂੰ ਅਸੀਂ ਐਜ਼ ਏ ਫਲੋਰ ਕਾਊਂਟ ਕਰਨਾ ਹੈ ਨਾ, ਸਾਨੂੰ ਇਹ ਇੱਕਦਮ ਨੀਚੇ ਡਿੱਗਣ ਤੋਂ ਰੋਕਦੇ ਨੇ। ਸੋ ਅਸੀਂ ਇਹਨਾਂ ਲੈਵਲਸ ਨੂੰ ਇੰਪੋਰਟੈਂਟ, ਇੱਥੋਂ ਆ ਕੇ ਮਾਰਕੀਟ ਦੁਬਾਰੇ ਰਿਵਰਸ ਵੀ ਹੋ ਸਕਦੀ ਹੈ ਅਗਰ ਕੋਈ ਪੈਟਰਨ ਬਣ ਰਿਹਾ ਹੈ, ਇੱਥੋਂ ਆ ਕੇ ਮਾਰਕੀਟ ਰੁਕ ਕੇ ਹੋਰ ਜ਼ਿਆਦਾ ਡਾਊਨ ਵੀ ਜਾ ਸਕਦੀ ਹੈ। ਓਕੇ, ਅਸੀਂ ਸਮਾਲ ਟਾਈਮ ਫਰੇਮ 'ਚ ਬੜੀ ਕੇਅਰਫੁਲੀ ਵਾਚ ਕਰਨਾ ਹੈ, ਡੇਲੀ 4 ਆਵਰਸ, ਓਕੇ 1 ਆਵਰਸ ਦੀ ਕੈਂਡਲਸ ਨੂੰ ਦੇ ਨਾਲ 30 ਮਿੰਟ ਦੀ ਕੈਂਡਲ ਬਹੁਤ ਮੈਟਰ ਕਰਦੀ ਹੈ। ਓਕੇ, ਕਿਉਂਕਿ ਉਹ ਇੱਕ ਇੰਟਰਮੀਡੀਏਟ ਟਾਈਮ ਫਰੇਮ ਹੋ ਜਾਂਦੀ ਹੈ, ਨਾ ਤਾਂ ਬਹੁਤ ਜ਼ਿਆਦਾ ਸਟਰੋਂਗ ਹੈ, ਨਾ ਤਾਂ ਬਹੁਤ ਜ਼ਿਆਦਾ ਵੀਕ ਹੈ। ਸੋ ਸਕਾਲਪਰਸ ਦੇ ਲਈ, ਡੇ ਟ੍ਰੇਡਰਸ ਲਈ 30 ਮਿੰਟ ਦੀ ਕੈਂਡਲ ਇੱਕ ਲਾਈਫ ਗਿਵਿੰਗ ਹੈ। ਓਕੇ, ਰੀਅਲੀ ਇਟਸ ਸਰਵਿੰਗ ਅ ਲੋਟ। ਓਕੇ, ਸੋ ਕਿੰਨੀ ਦਫਾ ਇਹ ਲੈਵਲ ਰਿਐਕਟ ਕੀਤਾ? 1674 ਵਾਲਾ, 80 ਵਾਲਾ ਜ਼ੋਨ ਹੈ ਨਾ। ਫਿਰ ਤੁਸੀਂ ਦੇਖੋ 6ਵੀਂ ਵਾਰ ਫਿਰ ਇੱਥੇ ਮਾਰਕੀਟ ਆਈ, ਆ ਹੈਗਾ ਡੇਟ ਤੁਹਾਡੀ ਅਗਸਤ 2021। ਸੇਮ ਲੈਵਲ ਤੇ ਜਦੋਂ ਮਾਰਕੀਟ ਜੁਲਾਈ, ਐਗਜ਼ੈਕਟਲੀ 1 ਸਾਲ ਬਾਅਦ ਮਾਰਕੀਟ ਫਿਰ ਇਸ ਜ਼ੋਨ ਤੇ ਆਈ ਹੈ। ਪਹਿਲੀ ਗੱਲ ਤਾਂ ਇਹ ਉੱਪਰੋਂ ਰਿਜੈਕਟ ਹੋ ਗਈ, ਰਾਈਟ? ਇੱਕਦਮ ਮਾਰਕੀਟ ਡਾਊਨ ਗਈ ਹੈ ਨਾ। ਸੋ ਇੱਕ ਵਾਰ ਇਹਨੇ ਇੱਥੇ ਆ ਕੇ ਇਹਨੂੰ ਸਾਂਭਣ ਦੀ ਕੋਸ਼ਿਸ਼ ਕੀਤੀ, ਤੇ ਇੱਥੋਂ ਆ ਕੇ ਫਿਰ ਮਾਰਕੀਟ ਨਾਲ ਲੈਵਲ ਬ੍ਰੀਚ ਨਹੀਂ ਕੀਤਾ, ਇੱਥੋਂ ਉਲਟਾ ਉਹਨੇ ਬਾਉਂਸ ਕੀਤਾ। ਕਿੰਨੇ ਉਹਨੇ ਪਿਪ ਬਾਉਂਸ ਕੀਤਾ? ਅਰਾਊਂਡ ਉਹਨੇ 1000 ਪਿਪ ਬਾਉਂਸ ਕੀਤਾ। ਓਕੇ, ਸੋ ਇਹ ਸਕਸੈਸਫੁਲ ਨਹੀਂ ਹੋਇਆ ਕਿਉਂਕਿ ਉਹ ਉਹਨੂੰ ਲੈਵਲ ਨੂੰ ਨਹੀਂ ਤੋੜ ਸਕੀ। ਹੁਣ ਤੁਹਾਨੂੰ ਲੈਫਟ ਹੈਂਡ ਸਾਈਡ ਕੁਝ ਦਿਖ ਰਿਹਾ? ਆ ਦੇਖੋ, ਲੈਫਟ ਹੈਂਡ ਸਾਈਡ 'ਚ ਉਹ ਲੈਵਲ ਨੇ
ਜਿਹੜੇ ਕਿ ਐਜ਼ ਏ ਸਪੋਰਟ ਪਹਿਲਾਂ ਕੰਮ ਕਰ ਚੁੱਕੇ ਸੀ। ਇੱਥੇ ਚੇਂਜ ਆਫ ਕਰੈਕਟਰ ਹੀ ਹੋਇਆ। ਤੁਸੀਂ ਦੇਖ ਸਕਦੇ ਹੋ ਜਦੋਂ ਮਾਰਕੀਟ ਨੇ ਇੱਥੇ ਇੱਕ ਸਮਾਲ ਟਰਮ ਜਿਹੜੀ ਹੈਗੀ ਇੰਟਰਮੀਡੀਏਟ ਸਪੋਰਟ ਬਣਾਈ ਸੀਗੀ ਇਸ ਲੈਵਲ ਤੇ ਆ ਕੇ, ਓਕੇ, ਇੱਥੇ ਆ ਕੇ ਮਾਰਕੀਟ ਬਾਉਂਸ ਹੋਈ, ਓਕੇ, ਫਿਰ ਸਪੋਰਟ ਲਈ ਥਰਡ ਟਾਈਮ ਇਹਨਾਂ ਨੂੰ ਤੋੜਿਆ, ਨੀਚੇ ਆਈ, ਇੱਥੋਂ ਸਪੋਰਟ ਨਹੀਂ ਸਰਵਾਈਵ ਕਰ ਸਕੀ, ਥਰਡ ਟਾਈਮ ਨੀਚੇ ਆ ਗਈ, ਆ ਲੈਵਲ 1680 ਦਾ ਕਿੱਥੇ ਤੱਕ ਗਿਆ ਹੈ। ਇਹ ਜਿਹੜੀ ਪਹਿਲਾਂ ਸਪੋਰਟ ਸੀਗੀ ਇਹਨੇ ਐਜ਼ ਏ ਰੈਜ਼ਿਸਟੈਂਸ ਕੰਮ ਕੀਤਾ, ਰਾਈਟ। ਕੋਈ ਹੰਗਾਰਾ ਤਾਂ ਭਰਦਿਆ ਕਰੋ ਨਾਲ ਨਾਲ ਤਾਂ ਕਿ ਮੈਂ ਕੰਟੀਨਿਊਟੀ ਕਰ ਸਕਾਂ। ਮੈਨੂੰ ਲੱਗਦਾ ਪਤਾ ਨਹੀਂ ਮੇਰਾ ਸਪੀਕਰ ਖਰਾਬ ਹੋ ਗਿਆ ਤੇ ਕੋਈ ਸੁਣ ਹੀ ਨਹੀਂ ਰਿਹਾ। ਨਹੀਂ ਭਾਜੀ ਤੁਹਾਨੂੰ ਸਮਝ ਰਹੇ ਸੀ ਅਸੀਂ ਮੈਕ ਬੰਦ ਕਰਕੇ ਬੈਠੇ ਸੁਣ ਰਹੇ ਸੀ ਭਾਜੀ। ਓਕੇ, ਸੋ ਹੁਣ ਤੁਸੀਂ ਦੇਖ ਸਕਦੇ ਇੱਥੇ ਆ ਕੇ ਮਾਰਕੀਟ ਨੇ ਰਿਐਕਟ ਕੀਤਾ ਹੈ ਨਾ। ਜਿਹਨਾਂ ਨੇ ਇੱਥੇ ਆ ਕੇ ਬਾਏ ਕੀਤਾ ਸੀ ਉਹ ਫਸ ਗਏ ਨੇ ਕਿਉਂਕਿ ਉਹਨਾਂ ਨੇ ਇਹ ਲੈਫਟ ਹੈਂਡ ਸਾਈਡ ਦਾ ਲੈਵਲ ਨਹੀਂ ਦੇਖਿਆ। ਇਹ ਪਹਿਲਾਂ ਸਪੋਰਟ ਸੀਗੀ, ਜਿਹੜੀ ਪਹਿਲਾਂ ਸਪੋਰਟ ਹੁੰਦੀ ਨਾ ਉਹ ਆਲਵੇਜ਼ ਐਜ਼ ਏ ਰੈਜ਼ਿਸਟੈਂਸ ਰਿਐਕਟ। ਤੁਸੀਂ ਦੇਖ ਸਕਦੇ ਅੱਗੇ ਤੁਸੀਂ ਦੇਖੋਗੇ ਇਹਦਾ ਰਿਐਕਸ਼ਨ, ਆ ਦੇਖੋ, ਓਕੇ, ਮੀਨਸ ਇਹਦਾ ਹੋ ਗਈ ਹੈ ਵੱਡੀਆਂ ਸਪੋਰਟਾਂ, ਠੀਕ ਹੈ, ਠੀਕ ਹੈ। ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਮਾਰਕੀਟ ਜਦੋਂ ਰਿਐਕਟ ਕੀਤੀ ਇਸ ਲੈਵਲ ਤੇ, ਓਕੇ, ਆ ਦੇਖੋ, ਵਨ ਟਾਈਮ, ਸੈਕਿੰਡ ਟਾਈਮ ਇਹਨੇ ਫਿਰ ਇੱਥੇ ਆ ਕੇ ਰਿਐਕਟ ਕੀਤਾ, ਥਰਡ ਟਾਈਮ ਇਹ ਫੇਲ ਹੋਈ ਹੈ। ਸੋ ਹੁਣ ਜਿਹੜੀ ਸਪੋਰਟ ਸੀਗੀ ਉਹ ਐਜ਼ ਏ ਰੈਜ਼ਿਸਟੈਂਸ ਆ ਗਈ। ਰੈਜ਼ਿਸਟੈਂਸ ਤੋਂ ਬਾਅਦ ਉਹਨਾਂ ਨੇ ਇੰਨਾ ਕੁ ਉਹਨੂੰ ਮਤਲਬ ਨੀਚੇ ਡਾਊਨ ਸਾਈਡ ਪੁਸ਼ ਕੀਤਾ ਕਿ ਉਹ ਜਿਹੜਾ ਪੁਰਾਣਾ 1680 ਦਾ ਲੈਵਲ ਸੀ ਉਹਨੂੰ ਵੀ ਤੋੜ ਗਈ। ਹੋਇਆ ਸੀ ਨਾ ਇੱਥੇ ਟ੍ਰਿਪਲ ਬੋਟਮ ਬਣਿਆ ਸੀ। ਇੱਥੇ ਆ ਕੇ ਸਾਰੇ ਕਨਫਿਊਜ਼ ਸੀਗੇ ਵੀ ਇੱਥੇ ਕਤਰ ਬੈਂਕ ਦਾ ਵੀ ਲੋਸ ਹੋਇਆ ਸੀਗਾ, ਠੀਕ ਹੈ, ਕਿ ਮਤਲਬ ਇਹ ਕਿਉਂ ਹੋਇਆ, ਠੀਕ ਹੈ। ਸੋ ਇਹ ਇੱਕ ਨਵਾਂ ਇਹਨੇ ਇੱਕ ਜ਼ੋਨ ਤਿਆਰ ਕੀਤਾ ਸੀ ਆਪਣਾ, ਜਿਹੜਾ ਕਿ ਫਿਊਚਰ ਦੇ ਵਿੱਚ ਵੀ ਵੈਲਿਡ ਰਹੇਗਾ। ਮਾਰਕੀਟ ਅਗਰ ਇਸ ਲੈਵਲ ਨੂੰ ਤੋੜਦੀ ਹੈਗੀ, ਜਿਹੜਾ ਕਿ ਪਹਿਲਾਂ ਬਹੁਤ ਇੱਕ ਅਮਰ ਲੈਵਲ ਹੈਗਾ, ਮਤਲਬ ਬਹੁਤ ਸਪੋਰਟਿਵ ਕੀ ਲੈਵਲ ਹੈਗਾ, ਜੇ ਮਾਰਕੀਟ ਫਿਊਚਰ ਜਿੱਥੇ ਟੁੱਟਦੀ ਹੈ ਨਾ ਤਾਂ ਇਹਨੂੰ ਇਹ ਇੱਕ ਨਵਾਂ ਸਪੋਰਟ ਬਣੀ ਹੋਈ ਹੈ ਨੀਚੇ, ਇਹਨੂੰ ਇੱਥੋਂ ਟੁੱਟਣ ਦੇ ਬਾਅਦ ਇਹਨੂੰ ਇਹ ਲੈਵਲ ਸਾਂਭੇਗਾ, ਠੀਕ ਹੈ। ਸੋ ਤੁਸੀਂ ਦੇਖਦੇ ਲੈਵਲ ਬਣਦੇ ਨੇ, ਲੈਵਲ ਆਪਣਾ ਕਰੈਕਟਰ ਚੇਂਜ ਕਰਦੇ ਨੇ। ਕਿਵੇਂ ਚੇਂਜ ਕੀਤਾ ਤੁਸੀਂ ਦੇਖਿਓ ਹੁਣ ਇਹਦੀ ਪਾਵਰ। ਸੋ ਇੱਥੋਂ ਜਿਹੜਾ ਹੈਗਾ ਇਹ ਐਜ਼ ਏ ਰੈਜ਼ਿਸਟੈਂਸ ਇਹਨੇ ਐਕਟ ਕੀਤਾ, ਆਹ ਵਾਲੇ ਲੈਵਲ ਨੇ, ਓਕੇ, ਇਹ ਰੈਜ਼ਿਸਟੈਂਸ ਨੇ ਐਕਟ ਕੀਤਾ, ਪੁਸ਼ ਕਰਕੇ ਉਹਨਾਂ ਉਹ ਲੈਵਲ ਜਿਹੜੀ ਪੁਰਾਣੀ ਸਪੋਰਟ ਸੀਗੀ ਤੋੜ ਛੱਡੀ। ਉਹ ਸਟਿਲ ਵੈਲਿਡ ਹੈ, ਸਟਿਲ ਵੈਲਿਡ, ਕਿਉਂਕਿ ਉਹਨੇ ਇੱਥੇ ਆ ਕੇ ਫਿਰ ਸਪੋਰਟ ਕੀਤੀ ਸੀ ਨੈਕਸਟ ਟਾਈਮ ਉਹਨੂੰ ਫਿਰ। ਸੋ ਇੱਥੇ ਆ ਕੇ ਕੀ ਅਚੰਭਾ ਹੋਇਆ ਕਿ ਬਾਇਰਸ ਨੇ ਇਹਨੂੰ ਜਾਣ ਨਹੀਂ ਦਿੱਤਾ। ਤਿੰਨ ਦਫਾ ਟ੍ਰਿਪਲ ਬੋਟਮ ਬਣਾ ਕੇ ਮਾਰਕੀਟ ਨੇ ਸਲੋਲੀ ਕਰਦੇ ਹੋਏ ਇਹਨੂੰ ਮਾਰਕੀਟ ਲੈਵਲ ਨੂੰ ਤੋੜਿਆ, ਓਕੇ। ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ, ਆਹ ਤਾਂ ਹੋ ਗਿਆ ਜੀ ਜਿਹੜਾ ਇਹ ਵੱਡੇ ਲੈਵਲ ਨੇ ਆਲ ਟਾਈਮ ਹਾਈ ਦੇ ਰੈੱਡ ਦੇ ਵਿੱਚ, ਹੈ ਨਾ। ਇਹ ਤੁਸੀਂ ਦੇਖ ਸਕਦੇ ਹੋ 3 ਲੈਵਲ ਨੇ, ਹੈ ਨਾ, ਉਹਦੇ ਵਿੱਚ ਵੀ ਲੈਵਲ ਨੇ, ਓਕੇ, ਕਿਉਂਕਿ ਲੈਵਲਸ ਦੇ ਵਿੱਚ ਲੈਵਲ ਹੁੰਦੇ ਆ। ਅਸੀਂ ਜਿੱਥੇ ਵੀ ਸ਼ੇਪ, ਇੱਥੇ ਵੀ ਸ਼ੇਪ ਬਣੀ ਸੀ, ਇੱਥੇ ਵੀ ਸ਼ੇਪ ਬਣੀ, ਇੱਥੇ ਵੀ ਸ਼ੇਪ ਬਣੀ। ਸੋ ਅਸੀਂ ਸ਼ੇਪਸ ਦਾ ਖਿਆਲ ਰੱਖਣਾ। ਜਿੱਥੋਂ ਅਬਰਪਟ ਮੂਵ ਹੋਈ ਹੈ ਇਟ ਮੀਨਸ ਉੱਥੇ ਵੱਡੇ ਇੰਸਟੀਟਿਊਸ਼ਨਸ ਬੈਠੇ ਨੇ, ਖਾਸ ਕਰ ਕੰਸੋਲੀਡੇਸ਼ਨ ਤੋਂ ਬਾਅਦ ਜਿੱਥੇ ਮੂਵਮੈਂਟ ਹੁੰਦੀ ਹੈ, ਓਕੇ। ਜਿਹੜੀ 5 ਮਿੰਟ ਦੀ ਵੀ ਸ਼ੇਪ ਰਿਕਵਰੀ ਉਸ ਤੇ ਨਹੀਂ ਜਾਣਾ, ਉਹ ਇੰਪਲਸ ਐਂਟਰੀ ਹੁੰਦੀ ਹੈ। ਲੈਵਲ ਤੇ ਆ ਗਏ ਜੀ, ਅਣਜਾਣ ਬੰਦੇ ਲੋਟ ਲੈ ਕੇ ਵੜ ਗਏ ਨੇ ਉਹਦੇ 'ਚ, ਨਾ, ਚਲੋ ਠੀਕ ਹੈ, ਉਹੀ ਮਾਰਕੀਟ ਨੂੰ ਟੈਂਪਰਰੀ ਮੂਵ ਕਰ ਦਿੰਦੇ ਨੇ, ਹੈ ਨਾ। ਬਟ ਉਹ ਇੱਕ ਰੈਗੂਲਰ ਇੱਕ ਪਰਮਾਨੈਂਟ ਮੂਵ ਨਹੀਂ ਹੁੰਦੀ ਮਾਰਕੀਟ 'ਚੋਂ, ਉਹ ਟ੍ਰੈਂਡ ਦੇ ਅਗੇਂਸਟ ਵੀ ਜਾ ਸਕਦਾ, ਓਕੇ। ਸੋ ਤੁਸੀਂ ਇੱਥੇ ਸਪੋਰਟ ਲਿੱਤੀ, ਇੱਥੋਂ ਤੁਸੀਂ ਦੁਬਾਰੇ ਸਪੋਰਟ ਲਿੱਤੀ, ਫਿਰ ਇਹ ਇੱਥੋਂ ਰੈਜ਼ਿਸਟੈਂਸ ਚੇਂਜ ਆਫ ਕਰੈਕਟਰ ਹੋ ਗਿਆ। ਲੇਕਿਨ ਜਦੋਂ ਫੋਰ ਇਮੈਜਿਨ ਕਰੋ ਕਿ ਮੈਂ ਇਹਨੂੰ ਇੱਥੋਂ ਬਾਏ ਕੀਤਾ ਸੀ, ਰਾਈਟ, ਜਿਵੇਂ ਉੱਪਰ ਆਇਆ ਮੈਂ ਬਾਏ ਕੀਤਾ ਇੱਥੋਂ, ਇੱਥੇ ਮੈਂ ਬਾਏ ਕਰ ਲਿਆ ਕਿ ਚਲੋ ਜੀ ਇਹ ਜਿਹੜਾ ਰੈਜ਼ਿਸਟੈਂਸ ਇਹਨੂੰ ਤੋੜ ਕੇ ਉੱਤੇ ਆ ਗਈ, ਹੁਣ ਇਹ ਸਪੋਰਟ ਹੋਏਗੀ। ਹੋਇਆ ਕਿ ਉੱਪਰ ਜਾਣ ਦੀ ਬਜਾਏ ਤੁਸੀਂ ਲੈਫਟ ਹੈਂਡ ਸਾਈਡ ਇਗਨੋਰ ਕੀਤਾ ਸੀ, ਰਾਈਟ। ਸਮਝ ਆਇਆ ਜੀ ਤੁਹਾਨੂੰ? ਇਸ ਪੁਆਇੰਟ ਤੇ ਇੱਕ ਚੜ੍ਹਦੀ ਹੋਈ ਮਾਰਕੀਟ ਨੂੰ ਨੀਚੇ ਰੋਕਣ ਵਾਲਾ ਕੌਣ ਸੀਗਾ, ਉੱਪਰ ਜਾਣ ਤੋਂ ਰੋਕਣ ਵਾਲਾ? ਤੁਸੀਂ ਹੁਣ ਇਹਨੂੰ ਇੰਟਰਮੀਡੀਏਟ ਤੇ ਦੇਖੋ, ਸੇਮ ਕੈਂਡਲ ਹੈ, ਡੇਲੀ ਦੀ ਕੈਂਡਲ ਹੈ, ਓਕੇ। ਮੈਂ ਅੱਜ ਡੇਲੀ ਨਾਲ ਹੀ ਤੁਹਾਡਾ ਕਰਾਵਾਂਗਾ ਐਨਾਲਿਸਿਸ। ਸੋ ਤੁਸੀਂ ਅਗਰ ਲੈਫਟ ਹੈਂਡ ਸਾਈਡ ਦੇਖਦੇ, ਇੱਥੋਂ ਬਾਏ ਕਰਨ ਤੋਂ ਪਹਿਲਾਂ ਆ ਦੇਖੋ, ਓਕੇ। ਸੋ ਇਹ ਰੈਜ਼ਿਸਟੈਂਸ ਸੀਗਾ, ਲੈਫਟ ਹੈਂਡ ਸਾਈਡ 'ਚ। ਅਸੀਂ ਇਹਨੂੰ ਇਗਨੋਰ ਕੀਤਾ, ਜਿਵੇਂ ਮਾਰਕੀਟ ਰਿਕਵਰ ਕੀਤੀ, ਆ ਜਿਹੜਾ ਰੈਜ਼ਿਸਟੈਂਸ ਸੀਗਾ ਪੁਰਾਣਾ ਸੀ ਇੱਥੇ ਬਾਏ ਕੀਤਾ, ਸਾਡੀ ਗਲਤੀ ਸੀ ਕਿਉਂਕਿ ਅਸੀਂ ਲੈਫਟ ਹੈਂਡ ਸਾਈਡ ਨਹੀਂ ਦੇਖਿਆ। ਇਹ ਵੀ ਇੱਥੇ ਚੇਂਜ ਆਫ ਕਰੈਕਟਰ ਸੀਗਾ,
ਇੱਥੇ ਦਿੱਲੀ ਦੇ ਵਿੱਚ ਹੀ ਤੁਹਾਨੂੰ 2-3 ਸਪੋਰਟ 2 ਕੈਂਡਲ ਸਪੋਰਟ ਬਣਾ ਕੇ ਨਜ਼ਰ ਆਈ। ਅੱਛਾ ਹੁਣ ਤੁਸੀਂ ਇਹਨੂੰ ਹੋਰ ਲੈਫਟ ਕਰ ਲਓ, ਨਜ਼ਰ ਆ ਰਹੀ ਹੈ ਰੈਜ਼ਿਸਟੈਂਸ ਆਹ ਵਾਲੀ 2 ਕੈਂਡਲ ਚ ਰੈੱਡ ਤੇ ਟਵੀਜ਼ਰ ਬਣਿਆ ਹੋਇਆ ਪਾਵੀ। ਹਾਂਜੀ ਮੇਰਾ ਫੇਵਰਿਟ। ਓਕੇ ਆ ਦੇਖੋ ਹੁਣ ਲੈਵਲ ਦੇ ਵਿੱਚ ਲੈਵਲ ਨੇ। ਜਦੋਂ ਮਾਰਕੀਟ ਇੱਥੇ ਆਈ ਇਹਨੇ ਇੱਥੇ ਹਾਲਟ ਕੀਤਾ, ਰੁਕੀ ਹੈ ਇੱਥੇ, ਨੀਚੇ ਆਈ, ਰੀਟੈਸਟ ਕੀਤਾ ਗ੍ਰੀਨ ਕੈਂਡਲ ਦੇ ਨਾਲ, ਨੀਚੇ ਆਈ, ਉੱਪਰ ਗਈ, ਠੀਕ ਹੈ। ਫਿਰ ਇੱਥੇ ਆ ਕੇ ਉਹਨੇ ਹਾਲਟ ਕੀਤਾ, ਪੁਰਾਣਾ ਜਿਹੜਾ ਸਪੋਰਟ ਸੀਗੀ ਦੁਬਾਰੇ ਫਿਰ ਉਹਨੇ ਕੰਮ ਕੀਤਾ ਇੱਥੇ, ਲੇਕਿਨ ਪੁੱਲ ਬੈਕ ਕਰਕੇ ਮਾਰਕੀਟ ਫਿਰ ਡਾਊਨ। ਪ੍ਰੀਵੀਅਸ ਸਪੋਰਟ ਸੀਗੀ ਮੇਜਰ ਲੈਵਲ ਦੀ 1680 ਦੀ ਸਪੋਰਟ ਲੈ ਕੇ ਆ ਸੇਮ ਲੈਵਲ ਜਿਹੜਾ ਪੁਰਾਣਾ ਸਪੋਰਟ ਸੀਗਾ ਟੁੱਟਿਆ, ਰੈਜ਼ਿਸਟੈਂਸ ਕੰਮ ਕੀਤਾ ਇੱਥੇ, ਰਾਈਟ। ਜਦ ਇਸ ਲੈਵਲ ਨੇ ਇੱਕ ਦਫਾ 2 ਦਫਾ ਸਪੋਰਟ ਦਾ, ਫਿਰ ਤੀਜੀ ਦਫਾ ਐਜ਼ ਅ ਰੈਜ਼ਿਸਟੈਂਸ ਕੰਮ ਕੀਤਾ, ਤੇ ਚੌਥੀ ਦਫਾ ਇੱਥੋਂ ਬਾਏ ਕਰਨ ਦੀ ਗਲਤੀ ਅਸੀਂ ਕਿਉਂ ਕਰਨੀ ਸੀ? ਸਾਨੂੰ ਪਤਾ ਸੀਗਾ ਕਿ ਇਹ ਲੈਵਲ ਵੀ ਕੰਮ ਕਰ ਸਕਦਾ ਹੈ, ਅਸੀਂ ਬਾਏ ਕਰਨਾ ਸੀਗਾ ਇਹ ਲੈਵਲ, ਇਹ ਲੈਫਟ ਹੈਂਡ ਸਾਈਡ ਵਾਲਾ ਲੈਵਲ ਬ੍ਰੇਕ ਹੋਣ, ਸਾਡੀ ਬਾਏ ਇੱਥੋਂ ਬਣਨੀ ਸੀ। ਕਿਉਂਕਿ ਉੱਤੇ ਬ੍ਰੇਕ ਨਹੀਂ ਹੋਇਆ, ਓਕੇ, ਇਹ ਉੱਤੇ ਬ੍ਰੇਕ ਜਦੋਂ ਨਹੀਂ ਹੋਇਆ ਫਿਰ ਸਾਡੀ ਬਾਏ ਦਾ ਅਸੀਂ ਆਈਡੀਆ ਛੱਡ ਕੇ ਸੈਲ ਕਰਨਾ ਸੀ। ਕਿਉਂਕਿ ਇੱਥੇ ਤੁਸੀਂ ਦੇਖਿਓ ਇੱਥੇ 5 ਮਿੰਟ ਜਾਂ 15 ਮਿੰਟ ਵਿੱਚ ਕੋਈ ਇਨਗਲਫਿੰਗ ਪੈਟਰਨ ਬਣਿਆ ਹੋਏਗਾ, ਓਕੇ। ਸੋ ਇੱਕ ਨਵਾਂ V ਬਣਿਆ ਸੀ, ਜਦੋਂ ਇਹ ਨਵਾਂ V ਬਣਿਆ ਸੀ ਇੱਦਾਂ ਦਾ, ਓਕੇ, ਜਦੋਂ ਮਾਰਕੀਟ ਇੱਥੇ ਦੁਬਾਰੇ ਆਈ, ਉੱਤੋਂ ਰਿਜੈਕਟ ਹੋ ਗਈ, ਉੱਤੋਂ ਰਿਜੈਕਟ ਹੋ ਗਈ, ਫਿਰ ਅਸੀਂ ਇੱਥੇ ਦੇਖਣਾ ਚਾਹੀਦਾ ਬਾਇਰਸ ਤਾਂ ਬੈਠੇ ਆ ਨਾ ਆਪਣੀ। ਅੱਛਾ ਇੱਥੇ ਨਾ ਜਿਹੜੇ ਵੱਡੇ ਇੰਸਟੀਟਿਊਸ਼ਨਸ ਹੁੰਦੇ ਉਹ ਬਾਏ ਸਟਾਪ ਤੇ ਸੈਲ ਸਟਾਪ ਲਿਮਿਟ ਆਰਡਰ ਬਹੁਤ ਜ਼ਿਆਦਾ ਯੂਜ਼ ਕਰਦੇ। ਮੇਰੇ ਨਾਲ ਹਰਿੰਦਰ ਭਾਅ ਜਿਹੜੇ ਬਿਲਕੁਲ ਐਗਰੀ ਹੋਣਗੇ ਇਸ ਚੀਜ਼ ਵਿੱਚ, ਬਿਲਕੁਲ ਭਾਜੀ, ਕਿਉਂਕਿ ਉਹਨਾਂ ਨੇ ਐਲਗੋ ਟ੍ਰੇਡਿੰਗ ਹੁੰਦੀ ਉਹਨਾਂ ਦੀ, ਸੋ ਦੇ ਆਲਰੇਡੀ ਪੁੱਟ ਦਿਸ ਵਨ। ਉਹਨਾਂ ਨੇ ਕੰਪਿਊਟਰ ਲਾਈਵ ਹੁੰਦੇ ਆਟੋ ਮੋਡ ਤੇ ਜੇ ਉਹ ਮੈਨੂਅਲੀ ਸਾਡੇ ਵਾਂਗੂ MT5 ਤੇ ਹਰ ਟ੍ਰੇਡ ਲਾ ਕੇ 5 ਦੀ ਲੋਡ ਦੀ ਕਰਨ ਲੱਗੇ, ਫਿਰ ਉਹਨਾਂ ਨੂੰ ਉਹ ਲੈਵਲ ਅਚੀਵ ਨਹੀਂ ਹੋਣਾ, ਉਹਨਾਂ ਦਾ ਮਿਲੀਅਨਸ ਦੇ ਵਿੱਚ ਲੋਸ ਹੋ ਜਾਣਾ ਹੈ, ਓਕੇ। ਉਹ ਕੀ ਕਰਦੇ ਨੇ, ਉਹਨਾਂ ਦੇ ਕੋਲ ਸਿਸਟਮ ਹੁੰਦਾ ਹੈ, ਟ੍ਰੇਡਰ ਬੈਠੇ ਹੁੰਦੇ, ਐਲਗੋ 'ਚ ਇੱਕ ਲੈਵਲ ਮਾਰਕ ਕਰਦੇ ਨੇ ਪ੍ਰਾਈਸ ਐਕਸ਼ਨ ਦੇ ਅਕੋਰਡਿੰਗ, ਡਿਮਾਂਡ ਐਂਡ ਸਪਲਾਈ ਦਾ, ਓਕੇ, ਰੈਜ਼ਿਸਟੈਂਸ ਸਪੋਰਟ ਜਿਹਨੂੰ ਤੁਸੀਂ ਕਹਿ ਸਕਦੇ ਹੋ, ਉਹ ਐਲਗੋ ਆਟੋਮੈਟਿਕਲੀ ਟ੍ਰਿਗਰ ਹੋ ਜਾਂਦਾ ਲਿਮਿਟ ਆਰਡਰਸ ਨਾਲ, ਓਕੇ। Don't disturb me guys. Okay, wait a minute, I'm making it, okay? Come on. So ਇੱਥੇ ਆ ਕੇ ਮਾਰਕੀਟ ਅਬਰਪਟਲੀ ਮੂਵ ਕਰਦੀ ਹੈਗਾ। ਇੱਥੇ ਉਹਨਾਂ ਨੇ ਆਲਰੇਡੀ ਕੈਨ ਯੂ ਪਲੀਜ਼ ਐਕਸਪਲੇਨ ਦ ਇੰਪੋਰਟੈਂਸ ਆਫ V ਪੁਆਇੰਟ, ਓਕੇ। ਮੈਂ ਅਮਰਪ੍ਰੀਤ ਸਿੰਘ ਜੀ V ਦੀ ਗੱਲ ਕਰ ਰਿਹਾ। V ਕੋਈ ਟਰਮੀਨੋਲੋਜੀ ਨਹੀਂ ਹੈ, ਲੇਕਿਨ ਇਹ ਦਿਖਦਾ V ਵਾਂਗੂ ਹੈ। ਇੱਥੇ ਅਸੀਂ ਇਹਨੂੰ ਡਿਮਾਂਡ ਐਂਡ ਸਪਲਾਈ ਜ਼ੋਨ ਨੂੰ ਮਾਰਕ ਕਰਨ ਲਈ ਯੂਜ਼ ਕਰ, ਜਿੱਥੋਂ ਵੀ ਮਾਰਕੀਟ ਅਬਰਪਟਲੀ ਸਵਿੰਗ ਕਰੇ, ਰਿਵਰਸ ਕਰੇ, ਠੀਕ ਹੈ। ਨੈਚੁਰਲੀ ਇਹ V ਉਦੋਂ ਬਣੇਗਾ ਜਦੋਂ ਰਿਵਰਸ ਹੋਏਗੀ, ਹੈ ਨਾ। ਸੋ ਜਿਵੇਂ ਇੱਕ ਮਾਰਕੀਟ ਡਾਊਨ ਸਾਈਡ ਆ ਰਹੀ ਹੈਗੀ ਹੈ, ਓਕੇ, ਮਾਰਕੀਟ ਡਾਊਨ ਆ ਰਹੀ ਹੈ ਤੇ ਇੱਕਦਮ ਜਿੱਥੋਂ ਮਾਰਕੀਟ ਮੁੜ ਜੇ, ਹੈ ਨਾ, ਜਿਵੇਂ ਕਿ ਮਾਰਕੀਟ ਇੱਥੇ ਡਾਊਨ ਆਈ, ਇੱਕਦਮ ਮੁੜ ਜੇ, ਇੱਕਦਮ ਜਾਂ ਡਬਲ ਬੋਟਮ ਬਣਾ ਕੇ ਜਾਂ ਟ੍ਰਿਪਲ ਬੋਟਮ ਬਣਾ ਕੇ। ਜੇ ਟ੍ਰਿਪਲ ਬੋਟਮ ਬਣਿਆ ਇਟ ਮੀਨਸ ਉੱਥੇ ਕੰਸੋਲੀਡੇਸ਼ਨ ਹੋਈ ਹੈ, ਤੁਸੀਂ ਦੇਖ ਸਕਦੇ ਹੋ ਇਹ ਸਾਰੇ ਜ਼ੋਨ 'ਚ, ਰਾਈਟ। ਸੋ ਮਾਰਕੀਟ ਉੱਪਰ ਗਈ ਹੈ, V ਜਾਂ W ਤੁਸੀਂ ਗੱਲ ਕਰ ਸਕਦੇ ਹੋ, ਤੇ ਮਾਰਕੀਟ ਇੱਥੇ ਅਗਰ V ਸ਼ੇਪ, ਇਹ ਹੈਡ ਐਂਡ ਸ਼ੋਲਡਰ ਤੁਸੀਂ ਇਦਾਂ ਬਣਾ ਸਕਦੇ ਹੋ, ਰਾਈਟ। ਸੋ ਇਹ ਇੱਕ ਇੰਪੋਰਟੈਂਟ ਏਰੀਆ ਹੁੰਦਾ ਹੈ। ਹੈਡ ਐਂਡ ਸ਼ੋਲਡਰ ਕੀ ਹੈ? ਫੇਕ ਆਊਟ ਹੁੰਦਾ ਹੈ। ਹੈਡ ਐਂਡ ਸ਼ੋਲਡਰ ਕਿਸੇ ਵੀ ਲੈਵਲ ਦਾ ਫੇਕ ਆਊਟ ਹੈ। ਐਵੇਂ ਹੈਡ ਐਂਡ ਸ਼ੋਲਡਰ ਬਣ ਗਿਆ, ਇਹ ਟ੍ਰਿਪਲ ਬੋਟਮ ਬਣ ਗਿਆ, ਇਹ W ਬਣ ਗਿਆ, ਰਾਈਟ। ਤੁਸੀਂ ਇਹਨੂੰ ਵਿੱਚੋਂ ਜੀ ਇਹ V ਪੁਆਇੰਟ ਮਤਲਬ ਇੱਕ ਤਰੀਕੇ ਨਾਲ ਹਾਇਰ ਹਾਈ ਲੋਅਰ ਲੋ ਪੈਟਰਨ ਹੀ ਹੁੰਦਾ ਨਾ, ਮਤਲਬ ਉਹ ਇਸ ਤਰੀਕੇ ਨਾਲ ਹੀ ਦੇਖਿਆ ਜਾ ਸਕਦਾ ਹੈ। ਨਹੀਂ, ਹਾਇਰ ਹਾਈ ਅਸੀਂ ਜਿਹੜਾ ਹੈਗਾ ਸਿਰਫ ਟ੍ਰੈਂਡ ਨੂੰ ਡਿਸਾਈਡ ਕਰਨ ਲਈ ਯੂਜ਼ ਕਰਨਾ ਹੈ। ਅਸੀਂ ਆਪਣੇ ਸਟਾਪ ਲੋਸ ਨੂੰ ਯੂਜ਼ ਕਰਨਾ, ਟ੍ਰੈਂਡ ਰਿਵਰਸਲ ਕਿੱਥੋਂ ਹੋਏਗਾ ਅਸੀਂ ਉਹ ਡਿਸਾਈਡ ਕਰਨ ਲਈ ਯੂਜ਼ ਕਰਨਾ ਹੈ, ਠੀਕ ਹੈ ਜੀ। ਹਾਇਰ ਹਾਈਜ਼ ਤੇ ਹਾਇਰ ਲੋਜ਼ ਆਫ ਕੋਰਸ ਪੁੱਲ ਬੈਕ 'ਚ ਅਸੀਂ ਜਿਹੜੇ ਕੁਝ ਪੁੱਲ ਬੈਕ ਟ੍ਰੇਡਰ ਜਿਹੜੇ ਪੁੱਲ ਬੈਕ ਹੀ ਟ੍ਰੇਡ ਕਰਦੇ ਨੇ, ਰਾਜਾ ਬੈਂਕ ਪੁੱਲ ਬੈਕ ਟ੍ਰੇਡ ਕਰਦਾ ਆਲਵੇਜ਼, ਠੀਕ ਹੈ। ਸੋ ਇਦਾਂ ਦੇ ਬਹੁਤ ਟ੍ਰੇਡਰ ਜਿਹੜੇ ਪੁੱਲ ਬੈਕ ਹੀ ਟ੍ਰੇਡ ਕਰਦੇ ਨੇ। ਸਾਡੇ ਨਾਲ ਅਮਨਦੀਪ ਸਿੰਘ ਨੇ ਇਹ ਫੇਕ ਆਊਟ ਨੂੰ ਐਜ਼ ਅ ਬ੍ਰੇਕ ਆਊਟ ਹੀ ਲੈਂਦੇ ਨੇ ਆਲਵੇਜ਼, ਰਾਈਟ। ਸੋ ਇਹ ਫੇਕ ਆਊਟ ਨੂੰ ਟ੍ਰੇਡ ਕਰਦੇ ਨੇ। ਸੋ ਆਪਣੀ ਪਰਸਨੈਲਿਟੀ, ਬਟ ਜਿਹੜਾ ਹਾਇਰ ਹਾਈਜ਼ ਤੇ ਹਾਇਰ ਲੋਜ਼ ਹੈ ਉਹ ਟ੍ਰੈਂਡ ਅਸੀਂ ਡਿਸਾਈਡ ਕਰਨ ਨੂੰ ਲੈਂਦੇ ਆ, ਓਕੇ। ਬਟ ਉਹ ਵੀ ਇੱਕ ਐਂਟਰੀ ਪੁਆਇੰਟ ਹੋ ਸਕਦਾ ਹੈ, ਬਟ ਲੈਵਲ ਜਦੋਂ ਅਸੀਂ ਮਾਰਕ ਕਰਨੇ ਹੈ, ਓਕੇ। ਸੋ ਤੁਸੀਂ ਇਹਨੂੰ ਵੀ ਹਾਇਰ ਹਾਈਜ਼ ਵੀ ਕਹਿ ਸਕਦੇ ਹੋ। ਦੇਖੋ ਜਿਵੇਂ ਇਹ ਹਾਇਰ ਲੋਜ਼ ਬਣਿਆ, ਠੀਕ ਹੈ, ਲੋਅਰ ਲੋ, ਇਹ ਲੋਅਰ ਹਾਈਜ਼, ਇਹ ਲੋਅਰ ਲੋ ਬਣਿਆ ਨਵਾਂ, ਇਹ ਲੋਅਰ ਹਾਈਜ਼ ਬਣਿਆ। ਸੋ ਇਹ ਪੁਆਇੰਟ, ਬਟ ਅਸੀਂ ਦੇਖਣਾ ਕਿ RNS ਤੇ SNR ਕਿੱਥੇ ਹੈ, ਰੈਜ਼ਿਸਟੈਂਸ ਇਨਟੂ ਸਪੋਰਟ ਤੇ ਸਪੋਰਟ ਇਨਟੂ ਰੈਜ਼ਿਸਟੈਂਸ ਕਿੱਥੇ ਐਕਟ ਕਰ ਰਿਹਾ, ਠੀਕ ਹੈ। ਉਹ ਚੇਂਜ ਆਫ ਫੈਕਟਰ ਹੋ ਗਿਆ, ਜਿਵੇਂ ਕਿ ਇੱਥੇ ਹੋਇਆ, ਪਹਿਲਾਂ ਸਪੋਰਟ ਸੀਗੀ,
2 ਦਫਾ ਸਪੋਰਟ ਲਈ, 3rd ਦਫਾ ਇਹਨਾਂ ਨੀਚੇ ਨਵਾਂ ਲੈਵਲ ਮਾਰਕ ਕੀਤਾ, ਉਹ ਫਿਰ ਐਜ਼ ਅ ਰੈਜ਼ਿਸਟੈਂਸ ਕੰਮ ਕੀਤਾ ਤੇ ਪ੍ਰੋਪਰਲੀ ਕੰਮ ਕੀਤਾ, ਉਹਨੇ ਨੀਚੇ ਆਇਆ। ਈਵਨ ਕਿ ਇੰਨਾ ਕੁ ਉਹਨੇ ਫੋਰਸ ਨਾਲ ਨੀਚੇ ਆਇਆ ਕਿ ਉਹਨੇ ਪੁਰਾਣੇ ਲੈਵਲ ਸਾਰੇ ਜਿਹੜੇ ਬਹੁਤ ਸਟਰੋਂਗ ਲੈਵਲ ਸੀਗੇ ਕਈ ਸਾਲ ਤੋਂ, ਉਹ ਲੈਵਲ ਤੋੜਿਆ ਹੈ ਫਸਟ ਟਾਈਮ। ਲੇਕਿਨ ਇੱਥੇ ਟ੍ਰਿਪਲ ਬੋਟਮ ਨੇ ਉਹਨੂੰ ਸਾਂਭਿਆ ਹੈ। ਆ ਦੇਖੋ ਇੱਥੇ 20 ਬਣਿਆ ਸੀ ਨਾ, ਦੇਖੋ ਇੱਕਦਮ ਮੂਵਮੈਂਟ ਹੋਈ ਸੀਗੀ, ਉਦੋਂ ਹੀ ਅਸੀਂ ਇਹ ਮਾਰਕ ਕਰ ਲਿਆ ਸੀ ਕਿ ਇੱਥੇ ਨੈਕਸਟ ਟਾਈਮ ਮਾਰਕੀਟ ਜ਼ਰੂਰ ਆ ਕੇ ਰਿਐਕਟ ਕਰੇਗੀ। ਜਦੋਂ 20 ਬਣਿਆ ਸੀ ਇਹ, ਫਿਰ ਇਹ ਬਾਅਦ ਚ W ਬਣਿਆ, ਡਬਲ ਬੋਟਮ ਬਣ ਗਿਆ ਇੱਥੇ ਕਿਉਂਕਿ ਮਾਰਕੀਟ ਨੇ ਰਿਐਕਟ ਕੀਤਾ। ਲੇਕਿਨ ਮਾਰਕੀਟ ਦੇ ਉੱਤੇ ਜਿਹੜੀ ਪਹਿਲਾਂ ਸਪੋਰਟ ਸੀਗੀ ਉਹ ਰੈਜ਼ਿਸਟੈਂਸ ਦੇ ਤੌਰ ਤੇ ਫਿਰ ਉਹਨੂੰ ਮਾਰਕੀਟ ਨੇ ਨੀਚੇ ਰਿਵਰਸ ਕੀਤਾ। ਆ ਦੇਖੋ ਇੱਥੋਂ ਮਾਰਕੀਟ ਰਿਵਰਸ ਹੋਈ, ਫਿਰ ਇਹਨਾਂ ਉੱਪਰ ਉਹਨੂੰ ਬ੍ਰੇਕ ਨਹੀਂ ਕਰਨ ਦਿੱਤਾ। ਸੋ ਟ੍ਰਿਪਲ ਬੋਟਮ ਜਦੋਂ ਬਣਿਆ, 1 20 ਬਣਿਆ, 2 20, 3rd ਟਾਈਮ ਇੱਥੇ ਦੇਖੋ ਤੁਸੀਂ ਕੋਈ ਹਾਇਰ ਹਾਈਜ਼ ਤੇ ਹਾਇਰ ਲੋਜ਼ ਨਹੀਂ ਹੈ, ਲੇਕਿਨ ਇੰਪੋਰਟੈਂਟ ਲੈਵਲ ਹੈ। ਰੀਜ਼ਨ ਕਿਉਂਕਿ ਇਹ ਇੱਥੇ ਬਾਇਰਸ ਨੇ ਜਿਹੜੇ ਵੱਡੇ ਇੰਸਟੀਟਿਊਸ਼ਨ ਉਹਨਾਂ ਨੇ ਅਲਗੋ ਦੇ ਉੱਤੇ, ਜਿਵੇਂ ਹਰਿੰਦਰ ਨੇ ਭਾਜੀ ਨੇ ਕਿਹਾ, ਉਹਨਾਂ ਨੇ ਲਿਮਿਟ ਆਰਡਰ ਲਾਏ ਹੋਏ ਨੇ, ਆਟੋਮੈਟਿਕਲੀ ਟ੍ਰਿਗਰ ਹੋਣੇ ਨੇ ਇਸ ਲੈਵਲ ਤੇ ਆ ਕੇ। ਠੀਕ ਹੈ ਜੀ, ਓਕੇ। ਸੋ ਤੁਸੀਂ ਦੇਖ ਸਕਦੇ ਹੋ ਇਹ ਕਿਵੇਂ ਇਹ ਏਰੀਆ ਕਹਿੰਦੇ ਗੋਲਡ ਦੀ ਪ੍ਰਾਈਸ ਐਕਸ਼ਨ ਨੂੰ ਨਹੀਂ ਸਮਾਲ ਟਾਈਮ ਫਰੇਮ ਚ ਕਰ ਸਕਦਾ ਫੇਕ ਆਊਟ, ਵੱਡੇ ਟਾਈਮ ਫਰੇਮ ਚ ਵੀ ਨੇ ਕਿਤੇ ਨਾ ਕਿਤੇ ਵਿਕ ਬਣਾਏ ਹੋਣਗੇ। ਲੇਕਿਨ ਅਸੀਂ ਕਨਫਰਮੇਸ਼ਨ ਦਾ ਵੇਟ ਕਿਉਂ ਨਾ ਕਰੀਏ, ਕਿਉਂ ਅਸੀਂ ਆਪਣੀ ਟ੍ਰੇਡ ਨੂੰ ਫੋਰਸ ਕਰ ਰਹੇ ਹਾਂ। ਠੀਕ ਹੈ, ਇੱਕ ਕਪੈਸਿਟੀ ਹੈ ਮਾਰਕੀਟ ਦੀ, ਵੋਲਿਊਮ ਹੋਏਗਾ ਉਦੋਂ ਮੈਜੋਰਿਟੀ ਆਫ ਬੈਲੈਂਸ ਕਿੱਧਰ ਬਣ ਰਿਹਾ, ਸੈਲਰਸ ਜ਼ਿਆਦਾ ਹੈਵੀ ਨੇ ਜਾਂ ਬਾਇਰਸ ਜ਼ਿਆਦਾ ਹਾਵੀ ਨੇ। ਠੀਕ ਹੈ, ਉਧਰ ਮਾਰਕੀਟ ਮੂਵ ਕਰੇਗੀ। ਜਿਵੇਂ ਕਿ ਰੱਸਾ ਕਸ਼ੀ ਦੀ ਰੇਸ ਹੁੰਦੀ ਹੈ ਨਾ, ਜਿਹੜੇ ਪਾਸੇ ਕੋਈ ਜ਼ਿਆਦਾ ਖਿੱਚ ਲੈ ਜਾਏਗਾ ਉਹਨੂੰ ਉਨੇ ਪੁਆਇੰਟਸ ਹੈ। ਠੀਕ ਹੈ, ਉਹ ਕੰਸੋਲੀਡੇਸ਼ਨ 'ਚ ਬਰਾਬਰ ਪੁਆਇੰਟ ਚੱਲਦੇ ਨੇ ਦੋਨਾਂ ਦੇ, ਦੈਟ ਇਜ਼ ਕੰਸੋਲੀਡੇਸ਼ਨ। ਨਾ ਤਾਂ ਹਾਇਰ ਹਾਈਜ਼ ਬਣ ਰਹੇ ਨਾ ਲੋਅਰ ਲੋਜ਼ ਬਣ ਰਹੇ। ਸੋ ਹਾਇਰ ਹਾਈਜ਼ ਤੇ ਹਾਇਰ ਲੋਜ਼, ਜਿਹੜੇ ਲੋਅਰ ਲੋਜ਼ ਆ ਉਹ ਰਿਸਪੈਕਟ ਹੋ ਰਹੇ ਬੜੇ ਲੰਬੇ ਸਮੇਂ ਤੱਕ, ਐਟਲੀਸਟ 200-300 ਕੈਂਡਲਸ ਜਿਹੜੀ ਹੈਗੀ ਹੈ 1 ਆਵਰਸ ਦੀ ਜਾਂ 30 ਮਿੰਟ ਦੀ, ਦੈਟ ਇਜ਼ ਕੰਸੋਲੀਡੇਸ਼ਨ। ਸੋ ਜਦੋਂ ਉਹਨੇ ਹਾਇਰ ਹਾਈਜ਼ ਤੇ ਹਾਇਰ ਲੋਜ਼ ਬਣਾਉਣੇ ਸ਼ੁਰੂ ਕਰਤੇ, ਸੋ ਬ੍ਰੇਕਆਊਟ ਜਿਹਨੂੰ ਅਮਨਦੀਪ ਕਹਿੰਦੇ ਨੇ, ਫੇਕ ਆਊਟ ਵੀ ਹੋ ਸਕਦਾ ਹੈ, ਮੀਨਸ ਉਹ ਇੱਕ ਟ੍ਰੈਂਡ ਅਪ ਟ੍ਰੈਂਡ ਸ਼ੁਰੂ ਹੋ ਗਿਆ, ਜਾਂ ਉਹ ਅੰਗੇਂਸਟ ਦਾ ਕੰਸੋਲੀਡੇਸ਼ਨ ਤੋਂ ਬਾਅਦ ਅੰਗੇਂਸਟ ਚਲਾ ਗਿਆ ਡਾਊਨ ਸਾਈਡ ਨੂੰ, ਉਹਨਾਂ ਲੋਅਰ ਲੋਜ਼ ਤੇ ਲੋਅਰ ਹਾਈਜ਼ ਬਣਾਉਣੇ ਸ਼ੁਰੂ ਕਰਤੇ, ਉਹ ਡਾਊਨ ਟ੍ਰੈਂਡ ਹੋ ਗਿਆ। ਠੀਕ ਹੈ ਜੀ, ਸੋ ਤੁਸੀਂ ਦੇਖ ਸਕਦੇ ਹੋ ਇੱਕ ਦਫਾ ਇੱਥੇ ਮਾਰਕੀਟ ਨੇ ਰਿਐਕਟ ਕੀਤਾ, ਨਵਾਂ ਲੈਵਲ ਬਣਾਇਆ, V ਸ਼ੇਪ ਬਣੀ। ਜਦੋਂ ਇੱਕ ਵਾਰ 20 ਬਣਿਆ ਸੀ, ਸਾਨੂੰ ਉਦੋਂ ਹੀ ਇਹ ਲੈਵਲ ਮਾਰਕ ਕਰ ਲੈਣਾ ਚਾਹੀਦਾ ਸੀਗਾ ਕਿ ਜਿੱਥੇ ਇੱਕਦਮ ਸ਼ਾਰਪ ਮੂਵਮੈਂਟ ਆਈ ਹੈ ਡਾਊਨ ਤੇ ਇੱਕਦਮ ਉੱਪਰ, ਮੀਨਸ ਇੱਥੇ ਕੌਣ ਸੀ ਬੈਠਾ ਜਿਹਨੇ ਇੱਕਦਮ ਇਹਨੂੰ ਉੱਪਰ ਵਾਪਸ ਲਿਆ ਕੇ ਰੈਜ਼ਿਸਟੈਂਸ ਤੱਕ ਪਹੁੰਚਾਇਆ। ਸੋ ਨੈਕਸਟ ਟਾਈਮ ਇੱਥੇ ਮਾਰਕੀਟ ਆਈ ਹੈ, ਇੱਥੇ ਫਿਰ ਆ ਕੇ ਬਾਏ ਦੀ ਓਪਰਚੁਨਿਟੀ ਸੀ ਕਿਉਂਕਿ ਇਹ ਲੈਵਲ ਬ੍ਰੇਕ ਨਹੀਂ ਹੋਇਆ, ਡਾਊਨ ਸਾਈਡ ਵਿਕਸ ਨੇ ਡੇਲੀ ਕੈਂਡਲ। ਤੁਸੀਂ ਇਹਨੂੰ ਅਗਰ ਬ੍ਰੇਕ ਡਾਊਨ ਕਰੋਗੇ ਸਮਾਲ ਟਾਈਮ ਫਰੇਮ 'ਚ, ਸੋ ਦੈਟ ਇਜ਼ ਡਿਫਰੈਂਟ ਸਟੋਰੀ। ਓਕੇ, ਉੱਥੇ ਤੁਹਾਨੂੰ ਕਨਫਰਮੇਸ਼ਨ ਮਿਲੇਗੀ ਇਹਦੀ। ਓਕੇ, 3 ਦਫਾ ਇਹ ਸੇਮ ਲੈਵਲ ਤੇ ਆ ਕੇ ਮਾਰਕੀਟ ਰਿਐਕਟ ਹੋਈ। ਸੋ ਇੱਥੇ ਤਾਂ ਚਲੋ ਮੰਨ ਲਓ ਬਾਈ ਦੀ ਸਾਨੂੰ ਪਤਾ ਨਹੀਂ ਸੀ ਵੀ ਮਾਰਕੀਟ ਉੱਤੇ ਜਾਏਗੀ ਜਾਂ ਨੀਚੇ ਆਏਗੀ ਰੀਟੈਸਟ ਕਰਕੇ, ਬਟ ਸੈਕਿੰਡ ਦਫਾ ਸ਼ੋਰ ਸੀਗਾ ਕਿ ਇਹ ਅਸੀਂ ਬਾਏ ਕਰਨਾ ਹੈ। ਓਕੇ, ਸੋ ਸਾਨੂੰ ਜਿਹੜੇ ਹੈਗੇ ਕਿੰਨੇ ਪਿਪ ਮਿਲੇ ਇੱਥੇ, ਅਰਾਊਂਡ 370 ਪਿਪ ਮਿਲੇ ਨੇ। ਮੰਨ ਲਓ ਅਸੀਂ ਇਹ ਵੀ ਮਿਸ ਕਰਤਾ। 3rd ਟਾਈਮ ਜਦੋਂ ਇਹਨੇ ਆਪਣਾ ਸਵਿੰਗ ਹਾਈ ਜਿਹੜਾ ਆ ਵਾਲਾ ਸੀਗਾ, ਇਹ ਦੇਖੋ ਇਹਨਾਂ ਰੀਟੈਸਟ ਕੀਤਾ ਇਸ ਲੈਵਲ ਤੇ, ਰੈਡ ਕੈਂਡਲ ਰੀਟੈਸਟ ਕੈਂਡਲ ਹੈ, ਉੱਤੇ ਦਫਾ ਕਿੰਨਾ ਗਿਆ ਹੈ, ਬੈਕ ਟੂ ਬੈਕ ਨੋਨ ਸਟਾਪ ਗੋਲਡ ਜਿਹੜਾ ਹੈਗਾ, ਮੈਂ ਇੱਥੇ 0.5 ਦਾ ਇੱਕ ਹਾਫ ਲੋਟ ਮੈਂ ਜਿਹੜਾ ਹੈਗਾ ਸਿਕਿਉਰ ਕੀਤਾ ਸੀਗਾ। ਆਈ ਥਿੰਕ 27,000 ਦੇ ਕਰੀਬ ਮੈਨੂੰ ਇੱਥੋਂ ਪ੍ਰੋਫਿਟ ਮਿਲਿਆ ਸੀ। 4,160 ਪਿਪ 3rd ਬਾਉਂਸ ਤੋਂ ਬਾਅਦ, ਟ੍ਰਿਪਲ ਬੋਟਮ ਤੋਂ ਬਾਅਦ ਨੌਨ ਸਟਾਪ ਉੱਤੇ ਗਈ ਹੈ। ਇੰਨੀ ਵੱਡੀ ਮੂਵਮੈਂਟ ਨੂੰ, ਪਾਵਰ ਮੂਵਮੈਂਟ ਨੂੰ ਰੋਕਣ ਵਾਲਾ ਕੌਣ ਸੀ? ਤੁਸੀਂ ਹੁਣ ਲੈਫਟ ਹੈਂਡ ਸਾਈਡ ਦੇਖੋ, ਇੱਥੇ ਆ ਕੇ ਸਾਨੂੰ ਅਲਰਟ ਹੋ ਜਾਣਾ ਚਾਹੀਦਾ ਸੀ ਕਿ ਲੈਫਟ ਹੈਂਡ ਸਾਈਡ 'ਚ ਆ ਬੈਠੇ ਸੀਗੇ ਆਲ ਟਾਈਮ ਹਾਈ। ਆ ਦੇਖੋ ਇਹ ਸਟਿਲ ਵਾਲਿਡ ਸੀਗੇ, ਆ ਵਾਲਾ ਵਾਲਿਡ ਸੀ ਜਦੋਂ ਨੈਕਸਟ ਟਾਈਮ ਇੱਥੇ ਮਾਰਕੀਟ ਆਈ, ਡਾਊਨ ਸਾਈਡ ਮੂਵਮੈਂਟ ਹੋਈ। ਸੋ 3rd ਟਾਈਮ ਜਦੋਂ ਇੱਥੇ ਆਈ ਕਿ ਮਾਰਕੀਟ ਨੇ ਰਿਐਕਟ ਨਹੀਂ ਕੀਤਾ। ਹੁਣ ਵੀ ਜੇ ਕਿਸੇ ਨੂੰ ਡਾਊਟ ਹੈ ਕਿ ਡਿਮਾਂਡ ਐਂਡ ਸਪਲਾਈ ਕੰਮ ਨਹੀਂ ਕਰਦੇ, ਯੂ ਕੈਨ ਚੈਲੰਜ ਮੀ ਨਾਓ। Anybody, any question? ਤੇ ਵੀ ਅਸੀਂ ਇਹ ਵੀ ਕਹਿ ਸਕਦੇ ਹਾਂ ਜਿਹੜਾ 20 ਪੁਆਇੰਟ ਹੁੰਦਾ ਉੱਥੇ ਇੰਸਟੀਟਿਊਸ਼ਨਲ ਇਨਵੈਸਟਰ ਜਿਹੜਾ ਇੰਟਰਸਟਿਡ ਹੁੰਦੇ ਨੇ, ਜਿਸ ਤਰ੍ਹਾਂ ਇੱਥੇ ਡਬਲ ਪੈਟਰਨ ਬਣਿਆ ਸੀ 3 ਵਾਰੀ ਆ ਕੇ ਤੇ ਵਾਪਸ ਮੁੜਿਆ, ਦੈਟ ਮੀਨਸ ਸਮ ਇੰਸਟੀਟਿਊਸ਼ਨਲ ਪਲੇਅਰ ਆਰ ਵੈਰੀ ਮਚ ਇੰਟਰਸਟਿਡ ਇਨ ਦਿਸ। ਤੇ ਇਸ ਤੋਂ ਬਾਅਦ ਇੱਕਦਮ ਇੱਕ ਵੱਡੀ ਗ੍ਰੀਨ ਬਾਰ ਬਣੀ ਸੀ, ਡੇਲੀ ਚਾਰਟ ਤੁਸੀਂ ਥੋੜਾ ਜਿਹਾ ਜ਼ੂਮ ਕਰਕੇ ਦੇਖੋਗੇ ਤੇ ਕਿ ਅਸੀਂ ਉਸ ਤੋਂ ਇਸ ਦੇ ਇੱਥੇ ਅਗਰ ਅਸੀਂ ਬਾਏ ਕਰੀਏ ਤੇ ਫਿਰ ਮਤਲਬ ਸਟਾਪ ਲਾਸ ਇਸ ਬਾਰ ਦੇ ਥੱਲੇ ਵਾਲਾ ਲਾ ਸਕਦੇ ਹਾਂ ਅਸੀਂ, ਰਾਈਟ? ਤੁਸੀਂ ਦੇਖੋ ਸਵਿੰਗ ਲੋ ਦੀ ਗੱਲ ਕਰਦਾ ਵਾਂ, ਜਿਵੇਂ ਤੁਸੀਂ ਹਾਇਰ ਲੋਜ਼ ਤੇ ਹਾਇਰ ਹਾਈਜ਼ ਦੇ ਉੱਤੇ ਤੁਸੀਂ ਆਪਣਾ ਲਾ ਸਕਦੇ ਹੋ।
ਹਾਇਰ ਲੋਜ਼ ਦੇ ਵਿੱਚ ਤੁਸੀਂ ਜਿਹੜਾ ਆਪਣਾ ਸਟਾਪ ਲੋਸ ਲਾ ਸਕਦੇ ਹੋ ਜਦੋਂ ਤੁਸੀਂ ਬਾਏ ਕਰਨਾ ਹੋਵੇ। ਜਦੋਂ ਸੈਲ ਕਰਨਾ ਹੋਵੇ ਤੁਸੀਂ ਲੋਅਰ ਹਾਈ ਦੇ ਉੱਤੇ ਆਪਣਾ ਜਿਹੜਾ ਹੈਗਾ ਸਟਾਪ ਲੋਸ ਲਾ ਸਕਦੇ ਹੋ। ਇਨਫੈਕਟ ਜੇ ਆਪਾਂ ਜ਼ਿਆਦਾ ਪ੍ਰੀਸਾਈਜ਼ਲੀ ਗੱਲ ਕਰੀਏ, ਸਟਾਪ ਲੋਸ ਇੱਕ ਟੋਟਲੀ ਕੰਪਲੀਟ ਕਨਸੈਪਟ ਹੈਗਾ ਆਪਣੇ ਆਪ 'ਚ, ਕਿਉਂਕਿ ਮੈਂ ਦੇਖ ਰਿਹਾ ਕਿ ਬਹੁਤ ਜਿਹੜਾ ਲੋਸ ਹੁੰਦਾ ਹੈ, ਸਟਾਪ ਲੋਸ ਅਨਨੈਸੈਸਰੀਲੀ ਹਿੱਟ ਹੁੰਦੇ ਨੇ। ਸੋ ਸਟਾਪ ਲੋਸ ਲਾਣਾ ਹੀ ਇਕੱਲਾ ਬਹੁਤ ਜ਼ਰੂਰੀ ਨਹੀਂ ਹੈ, ਸਟਾਪ ਲੋਸ ਕਿਹੜੀ ਜਗ੍ਹਾ ਤੇ ਲਾ ਰਹੇ ਹੋ, ਕਿਸ ਲੈਵਲ ਤੇ ਲਾ ਰਹੇ ਹੋ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ, ਜਿਵੇਂ ਤੁਸੀਂ ਹੁਣ ਮਤਲਬ ਕਿਸੇ ਫੌਜੀ ਨੂੰ ਤੁਸੀਂ ਗਨ ਦੇਤੀ ਹੈ, ਰਾਈਟ, ਕਿਸੇ ਬਾਰਡਰ ਤੇ ਭੇਜਤਾ, ਜਾਓ ਤੁਸੀਂ ਕਾਰਗਿਲ 'ਚ ਬਹਿ ਜਾਓ, ਲੇਕਿਨ ਉਹ ਫੌਜੀ ਨੂੰ ਨਾਲ ਇੰਸਟਰਕਸ਼ਨਸ ਵੀ ਹੁੰਦੇ ਕਿ ਤੁਸੀਂ ਨਾ ਹਰ ਵੇਲੇ ਓਪਨ ਨਹੀਂ ਘੁੰਮਣਾ। ਠੀਕ ਹੈ, ਅਗਲੇ ਗੋਲੀ ਮਾਰ ਦਿੰਦੇ ਨੇ ਸਨਾਈਪਰ ਉਹਨਾਂ ਦੇ ਸਾਹਮਣੇ ਜਿਹੜੇ ਬੈਠੇ ਨੇ, ਰਾਈਟ। ਸੋ ਉਹ ਪ੍ਰੋਟੈਕਸ਼ਨ ਹੋ ਗਈ, ਪਲੱਸ ਤੁਸੀਂ ਫਿਰ ਉਹਨਾਂ ਨੂੰ ਬੰਕਰ ਬਣਾ ਕੇ ਦਿੰਦੇ ਨੇ। ਉਹ ਬੰਕਰ ਦੇ ਨਾਲ ਵੀ ਅਗਰ ਪ੍ਰੋਟੈਕਸ਼ਨ ਨਹੀਂ ਹੁੰਦੀ, ਫਿਰ ਉਹ ਇੰਟਰਨਲੀ ਤੁਹਾਨੂੰ ਬੁਲਟ ਪ੍ਰੂਫ ਜੈਕਟਸ, ਬੁਲਟ ਪ੍ਰੂਫ ਹੈਲਮਟਸ ਦਿੰਦੇ ਨੇ, ਰਾਈਟ। ਠੀਕ ਹੈ ਨਾ ਜੀ। ਸੋ ਉਹ ਡਬਲ ਪ੍ਰੋਟੈਕਸ਼ਨ ਹੋ ਗਈ ਕਿ ਅਗਰ ਗੋਲੀ ਕੋਈ ਕ੍ਰੋਸ ਕਰਦੀ ਵੀ ਹੈ ਤਾਂ ਉਹਦੀ ਜਿਹੜੀ ਹੈਗੀ ਵਾਈਟਲ ਆਰਗਨਸ ਨੇ ਉਹ ਮਤਲਬ ਪ੍ਰੋਟੈਕਟ ਰਹਿਣ, ਠੀਕ ਹੈ, ਇੰਜਰੀਜ਼ ਤੋਂ। ਸੋ ਸਟਾਪ ਲੋਸ ਕਿੱਥੇ ਲਾਣਾ ਹੈ? ਅਸੀਂ ਇਕੱਲਾ ਸਟਾਪ ਲੋਸ ਲਾਤਾ, ਨੋ, ਦੈਟ ਵਿਲ ਨਾਟ ਪ੍ਰੋਟੈਕਟ ਆਵਰ ਕੈਪੀਟਲ। ਸਾਡੀ ਉਹ ਕੈਪੀਟਲ ਨੂੰ ਸੇਵ ਨਹੀਂ ਕਰੇਗਾ, ਕਿਉਂਕਿ ਅਸੀਂ ਉਹਨੂੰ ਐਕਸਪੋਜ਼ ਕੀਤਾ ਹੋਇਆ, ਹਰ ਕਿਸੇ ਨੂੰ ਪਤਾ ਹੈ। ਹੁਣ ਤੁਸੀਂ ਦੇਖੋ, ਜੇ ਮੈਂ ਆਸ ਲੈਵਲ ਦੀ ਗੱਲ ਕਰਾਂ, ਸੌਰੀ ਮੇਰੀ ਪੰਜਾਬੀ ਨਹੀਂ ਸਟਰੋਂਗ ਨਹੀਂ, ਮੈਂ ਥੋੜਾ ਜਿਹਾ ਪ੍ਰੈਕਟਿਸ ਕਰ ਰਿਹਾ ਹਾਂ, ਹੈ ਨਾ। ਸੋ ਸੌਰੀ ਫॉर ਐਨੀ ਅਮਿਸ਼ਨ, ਕੋਈ ਗਲਤੀ ਹੁੰਦੀ ਹੈ ਜੇ ਐਨੀ ਮਿਸਟੇਕ। ਸੋ ਪ੍ਰੀਵੀਅਸ ਹਾਇਰ ਟਾਈਮ ਫਰੇਮ ਵਿੱਚ ਖਾਸ ਕਰ, ਇਹ ਡੇਲੀ ਦੀ ਮੈਂ ਗੱਲ ਕਰ ਰਿਹਾ, ਇਹ ਸਵਿੰਗ ਟ੍ਰੇਡਰਸ ਯੂਜ਼ ਕਰਦੇ ਨੇ, ਲੇਕਿਨ ਮੈਂ ਐਗਜ਼ਾਮਪਲ ਦੇ ਤੌਰ ਤੇ ਡੇਲੀ ਦੀ ਕੈਂਡਲ ਲੈ ਰਿਹਾ। ਸੋ ਹਰ ਟਾਈਮ ਫਰੇਮ 'ਚ ਇਹ ਸਟ੍ਰੈਟਜੀ ਜਿਹੜੀ ਹੈਗੀ ਹੈ, ਡਿਮਾਂਡ ਜਿੰਨੀ ਵੱਡੀ ਟਾਈਮ ਫਰੇਮ ਦਾ ਲੈਵਲ ਹੋਏਗਾ, ਵੀ ਸ਼ੇਪ ਬਣੇਗੀ, ਉਹ ਲੈਵਲ ਉਨਾ ਸਟਰੋਂਗ ਹੋਏਗਾ। ਓਕੇ, ਜਿਹੜੀ 5 ਮਿੰਟ ਦੀ ਵੀ ਸ਼ੇਪ ਹੋਏਗੀ ਉਹ ਫਰੇਜਾਈਲ ਹੈ, ਟੁੱਟ ਸਕਦੀ ਹੈ, ਉਹ ਵੀਕ ਕਨਫਰਮੇਸ਼ਨ ਹੈ। 30 ਮਿੰਟਸ ਦੇਖੋ, 1 ਆਵਰ 'ਚ ਦੇਖੋ, ਉੱਥੇ ਤੁਹਾਨੂੰ ਕੋਈ ਵੀ ਮਿਲ ਰਹੀ ਹੈ ਨਾ, ਪੂਰੇ ਚਾਰਟ ਦੇ ਉੱਤੇ 200-300 ਕੈਂਡਲ ਪ੍ਰੀਵੀਅਸ ਦੇ ਵਿੱਚ ਤੁਹਾਨੂੰ ਕਿਤੇ ਵੀ ਕੋਈ ਇਦਾਂ ਦੀ ਸ਼ੇਪ ਮਿਲ ਰਹੀ ਹੈਗੀ ਹੈ, ਮਾਰਕ ਦੈਟ ਲੈਵਲ। ਆਈਦਰ ਇਫ ਇਟਸ ਅਪਸਾਈਡ ਦਾ ਪ੍ਰਾਈਸ, ਦੈਟ ਇਜ਼ ਅ ਰੈਜ਼ਿਸਟੈਂਸ, ਡਾਊਨ ਸਾਈਡ ਹੈ ਤਾਂ ਸਪੋਰਟ ਦਾ ਕੰਮ ਕਰੇਗੀ। ਓਕੇ, ਕੱਲ ਨੂੰ ਮੈਂ ਤੁਹਾਨੂੰ ਪੁੱਛਦਾ, ਤੁਹਾਡੇ ਪਾਸ 2 ਦਿਨ ਨੇ, ਸੋਮਵਾਰ ਨੂੰ ਪੋਸੀਬਲ ਅਸੀਂ ਫੇਰ ਮਿਲਾਂਗੇ। ਉਸ ਦਿਨ ਅਸੀਂ, ਜਿਵੇਂ ਕਿ ਅਮਨਪ੍ਰੀਤ ਸਿੰਘ ਭਾਜੀ ਨੇ ਕਿਹਾ, ਦਿੱਲੀ ਤੋਂ ਨੇ, ਆਈ ਥਿੰਕ ਤੁਸੀਂ ਭਾਜੀ ਚਾਰਟਰਡ ਅਕਾਊਂਟੈਂਟ ਹੋ, ਰਾਈਟ? ਹਾਂਜੀ ਜੀ, ਹਾਂਜੀ। ਤੇ ਬੜੇ ਟਾਈਮ ਤੋਂ ਟ੍ਰੇਡਿੰਗ ਕਰ ਵੀ ਰਹੇ ਨੇ ਨਿਫਟੀ, ਬੈਂਕ ਨਿਫਟੀ ਵਗੈਰਾ 'ਚ, ਹੈ ਨਾ। ਸੋ ਹੋਪਫੁਲੀ ਸਾਨੂੰ ਤੁਸੀਂ ਉਹ ਇਨਸਾਈਟ ਵੀ ਦਵੋਗੇ, ਹੈ ਨਾ। ਸੋ ਸਟਾਪ ਲੋਸ ਤੇ ਅਸੀਂ ਮੰਡੇ ਨੂੰ ਸੈਸ਼ਨ ਰੱਖੀਏ ਹਰਿੰਦਰ ਭਾਜੀ, ਫਿਰ ਸਟਾਪ ਲੋਸ ਕਿਵੇਂ ਅਸੀਂ ਹੈਗਾ ਰੱਖਣਾ ਹੈ, ਕਿਹੜੇ ਲੈਵਲ ਤੇ ਰੱਖਣਾ ਹੈ? ਬਿਲਕੁਲ ਭਾਜੀ, ਡੈਡੀਕੇਟਿਡ ਸੈਸ਼ਨ ਹੋਏਗਾ, ਸਿਰਫ ਐਂਡ ਸਿਰਫ ਸਟਾਪ ਲੋਸ ਤੇ ਗੱਲ ਹੋਏਗੀ। ਠੀਕ ਹੈ, ਸੋ ਉਹ ਇੱਕ ਨਵੀਂ ਇਨਸਾਈਟ ਹੋਏਗੀ, ਹੋ ਸਕਦਾ ਸਾਨੂੰ ਹੋਰ ਆਪਣੀ ਟੀਮ ਕੋਲੋਂ ਸਿੱਖਣ ਨੂੰ ਮਿਲੇ, ਹੈ ਨਾ। ਕੋਈ ਸਾਡੇ 'ਚ ਵਧੀਆ ਸਕਸੈਸਫੁਲੀ ਸਟਾਪ ਲੋਸ ਹਿੱਟ ਜਿਹੜਾ ਹੈਗਾ ਸੈੱਟ ਕਰਦਾ ਆਪਣਾ, ਤੇ ਉਹ ਪ੍ਰੋਟੈਕਟਿਵ ਵੀ ਰਹਿੰਦਾ ਹੈ। ਸੋ ਅੱਜ ਅਸੀਂ ਉਹਦੀ ਗੱਲ ਨਹੀਂ ਕਰਾਂਗੇ, ਅਸੀਂ ਗੱਲ ਕਰਦੇ ਹਾਂ ਫਰਦਰ ਰਿਕਵਰੀ ਦੀ। ਸੋ ਜਦੋਂ ਇੱਕ ਦਫਾ ਇਹ ਆਇਆ ਸੀ ਲੈਵਲ, ਇਹ ਇੰਪੋਰਟੈਂਟ ਨया ਲੋ ਸੀਗਾ, ਲੋਅਰ ਲੋ ਸੀਗਾ, ਰਾਈਟ, ਲੋਅਰ ਲੋ ਸੀਗਾ। ਇਹ ਦੇਖੋ, ਇਹਦਾ ਲੋਅਰ ਲੋ ਹੈ, ਨੈਕਸਟ ਟਾਈਮ ਨਹੀਂ ਸੀ ਬਣਿਆ, ਇੱਥੋਂ ਇੱਥੇ ਬਣਿਆ ਸੀ। ਇੱਕ ਨਵਾਂ ਲੈਵਲ ਕ੍ਰੀਏਟ ਹੋਇਆ ਨੈਕਸਟ ਲੈਵਲ ਤੇ, ਉਹ ਸੇਮ, ਕਿਉਂਕਿ ਇੱਥੇ ਕੌਣ ਸੀ ਮੂਵਮੈਂਟ ਕਰਨ ਵਾਲਾ? ਕਤਰ ਬੈਂਕ। ਕਤਰ ਬੈਂਕ ਨੇ ਕਿਹੜੇ 1 ਲੋਟ 2 ਲੋਟ ਲੈਣਾ, ਉਹਨੇ 300 ਟਨ ਗੋਲਡ ਆਰਡਰ ਕੀਤਾ ਹੋਣਾ। ਠੀਕ ਹੈ, 300 ਟਨ। ਸੋ ਇੰਨੇ ਵੱਡੇ ਵੋਲਿਊਮ ਨੂੰ ਜਿਹੜੀ ਤੁਸੀਂ ਬੈਕ ਟੂ ਬੈਕ 5-10 ਕੈਂਡਲਸ ਦੇਖ ਰਹੇ ਹੋ, ਇਹ ਇਸ ਕਰਕੇ ਬਣੀ ਹੈ। ਇਹ ਮੇਰੀ 10 ਲੋਟ ਜਾਂ 20 ਲੋਟ ਜਾਂ ਸਾਡੇ ਕੋਈ 50 ਲੋਟ ਜਾਂ 1000 ਲੋਟ ਨਾਲ ਨਹੀਂ ਮਾਰਕੀਟ ਮੂਵ ਕਰਦੀ। ਗੋਲਡ ਸਭ ਤੋਂ ਜ਼ਿਆਦਾ ਟ੍ਰੇਡ ਕਰਨ ਵਾਲੀ ਕੋਮੋਡਿਟੀ ਹੈਗੀ ਹੈ ਵਰਲਡ 'ਚ। ਕੋਮੋਡਿਟੀ, ਮੈਂ ਮੈਟਲਸ ਦੀ ਗੱਲ ਕਰ ਰਿਹਾ। ਪੇਅਰਸ ਦੇ ਵਿੱਚ ਯੂਰੋ USD ਸਭ ਤੋਂ ਜ਼ਿਆਦਾ ਟ੍ਰੇਡਡ ਕਰੰਸੀ ਹੈਗੀ ਹੈ, ਯੂਰੋ ਵੀ, ਕਿਉਂਕਿ ਬਹੁਤ ਕੰਟਰੀ ਹੈ ਉਹਦੇ 'ਚ। ਠੀਕ ਹੈ, ਪੂਰਾ ਇੱਕ ਯੂਰੋਪੀਅਨ ਕੰਟੀਨੈਂਟ ਹੈ ਉਹਦੇ 'ਚ। ਠੀਕ ਹੈ, ਯੂਰੋ USD ਜਿਹੜੀ ਟ੍ਰੇਡ ਹੁੰਦੀ ਹੈ ਆਲਵੇਜ਼। ਸੋ ਕਤਰ ਬੈਂਕ ਨੇ ਸੋਚਿਆ, ਇੱਥੋਂ ਤੁਹਾਨੂੰ ਮੈਂ ਹੁਣ ਨਾਲ ਇੰਸਟੀਟਿਊਸ਼ਨ ਦੀ ਸਾਈਕੋਲੋਜੀ ਵੀ ਦੱਸਦਾ ਹੈ। ਓਕੇ, ਅਸੀਂ ਇੱਥੇ ਆਰਡਰ ਬੁੱਕ ਕਰ ਲਏ ਜੀ, ਸਾਨੂੰ ਪਤਾ ਹੈ ਕਿ ਮਾਰਕੀਟ ਹੁਣ ਡਾਊਨ ਨਹੀਂ ਜਾਏਗੀ। ਕੀ ਕਰਨਾ ਸੀ? ਉਹਨਾਂ ਨੇ ਇੱਥੇ ਇੱਕ ਲਿਮਿਟ ਆਰਡਰ ਸੈੱਟ ਕੀਤੇ ਸੀ, ਮਾਰਕੀਟ ਮੂਵ ਹੋਈ, ਉਹ ਨਹੀਂ, ਅਸੀਂ ਹੋਰ ਲੋਟ ਬਾਏ ਕਰਨੇ ਨੇ। ਉਹੀ ਮਾਰਕੀਟ ਨੂੰ ਵੱਡੇ ਇੰਸਟੀਟਿਊਸ਼ਨਸ ਮਿਲ ਕੇ ਡਾਊਨ ਸਾਈਡ ਲੈ ਕੇ ਆਏ ਸੇਮ ਲੈਵਲ ਤੇ। ਇੱਥੇ ਉਹਨਾਂ ਨੇ 150 ਟਨ ਖਰੀਦਿਆ ਹੋਇਆ, ਹੁਣ ਅਗਰ ਖਰੀਦਿਆ ਸੀ ਉਹਨਾਂ ਨੇ 150 ਟਨ, ਇੱਥੋਂ ਉਹਨਾਂ ਨੇ ਬਾਏ ਨਹੀਂ ਸੀ ਕਰਨਾ, ਕਿਉਂਕਿ ਉਹਨਾਂ ਨੂੰ ਇਹ ਪ੍ਰਾਈਸ ਬਹੁਤ ਮਹਿੰਗਾ ਸੀਗਾ। ਕਿੱਥੇ ਉਹਨਾਂ ਨੂੰ 1620 ਤੇ ਇੱਕ ਬਾਏ ਕਰਨ ਦਾ ਮੌਕਾ ਮਿਲਿਆ ਸੀਗਾ, ਤੋ ਕਿੱਥੇ ਉਹਨਾਂ ਨੂੰ ਜਿਹੜਾ ਪ੍ਰਾਈਸ ਉਹ ਇੱਕਦਮ ਚਲਾ ਗਿਆ 1727, ਮੀਨਸ 1000 ਪਿਪਸ। ਸੋ ਇੱਥੇ ਉਹਨਾਂ ਨੂੰ ਗੋਲਡ ਪ੍ਰੋਫਿਟ ਘੱਟ ਹੋਣਾ ਸੀ ਬਾਏ ਕਰਕੇ। ਉਹ ਫਿਰ ਨੀਚੇ ਲੈ ਕੇ ਆਏ ਨੇ ਮਾਰਕੀਟ ਨੂੰ, ਉਹਨਾਂ ਨੇ ਫਿਰ ਕੁਝ ਇੱਥੇ ਬਾਏ ਕੀਤਾ,
फिर इन्होंने इत्थे फिर बाय किया, मीनस 150 लोट इमेजिन करो, 150 टन ते 150 टन 450 टन लेके ना फिर नॉन स्टॉप चले ने। कैन यू इमेजिन देयर प्रॉफिट्स? अगर उन्होंने 15 हज़ार लोट भी ले होने कि इत्थों उन्होंने मूवमेंट लीती सी। ये लेवल्स बनाने वाले इंस्टीट्यूशनस ने, इन्हां लेवल्स नूं प्रोटेक्ट करने वाले बड़े इंस्टीट्यूशनस ने। असी कुछ औकात रखते हैं मार्केट च, भुल जाओ, आकड़ आपां छड्डनी है, सिर्फ असी इंस्टीट्यूशनस दे नाल इन पैरेलल विद दैम असी ट्रेड करनी है। ओके, जे मार्केट अगे साडी आकड़ आ गई फिर असी वी आर आउट फ्रॉम द मार्केट, और 1-2 दिनां च असी आउट हो जाना है। सानू की लगता कि अगर फ्यूचर विच गोल्ड कदे भी इत्थे आएगा, किसी भी गोल्ड नाल कोई ट्रेजडी हो जाती है ना, कि आ जिहड़ा लेवल हैगा सपोर्ट रेजिस्टेंस सपोर्ट डबल बॉटम, कि ये थर्ड टाइम इत्थे आके रिएक्ट नहीं करेगा या ये डायरेक्ट टुट जाएगा डाउन साइड नूं? करूगा। इत्थे आके असी एक्टिव हो जाना कि ये नीचे आ रहा है, मीनस इत्थे इत्थों भी मुड़ सकता है। ओके, सो ये इस पॉइंट तो भी मुड़ सकता है, ओके, क्योंकि ये जोन हुंदा है। ओके, ये इस पॉइंट तो मुड़ सकता है, ये ब्रीच करके थोड़ा जा ऊपर जाए, ठीक है, एक मतलब हेड एंड शोल्डर बना के इदां दा कोई पैटर्न फेक आउट करके, राइट। सो इस लेवल ते भी असी एक्टिव हो जाना, इस लेवल ते भी अपन एक्टिव हो कि ये लेवल वॉलेट लेवल ने पुराने सारे। आ देखो लेफ्ट हैंड साइड सपोर्ट है, इत्थे ये सपोर्ट सी, ये रेजिस्टेंस ही पहला, फिर सपोर्ट बनी, सपोर्ट तो बाद ये लाजम नैक्सट टाइम सपोर्ट दी जिहड़ी हैगी वो करेगी। सो ये वाला लेवल बहुत इंपॉर्टेंट है क्योंकि ऑल टाइम लो सीगा ये पिछले 3 या 4 सालों चों, है ना। सो ए नूं होल्ड करेगा। फर्दर असीं लैफ्ट देखना है। ओके, फर्दर अगर इत्थों क्रैश होंदा है, ओके, मेरा इत्थे लिमिट ऑर्डर पिया सीगा, अगर ये 1680 तो क्रैश होना सी फिर मैं इत्थों बाय करना सी 1570, ठीक है, मेरे इत्थे लिमिट ऑर्डर पे सीगे बाय लिमिट ते। ओके, लेकिन वो बाद कैंसल किए क्योंकि ये इन्हें जो ट्रिपल बॉटम बनाया फिर लग गया कि नहीं ये हुण ऊपर ही जाएगा, तो ऊपर ही गया। एक्चुअली हर लेवल ते सानू बाय करने का मौका मिलता है। ओके, हुण तक कोई क्वेश्चन? सानू आलमोस्ट सानू एग्जैक्टली घंटा हो गया है सैशन में चलते हुए। ਵੀਰ ਜੀ ਜਿਹੜਾ ਸ਼ਾਰਟ ਪੋਜੀਸ਼ਨ ਤੇ ਲੌਂਗ ਪੋਜੀਸ਼ਨ ਆ ਉਹਦਾ ਕੀ ਰੋਲ ਆ ਲਾਈਵ ਮਾਰਕੀਟ ਜਦੋਂ ਆਪਾਂ ਕਰਦੇ ਆ ਬਾਈ ਔਰ ਸੈਲ ਲਾਈਕ ਉਹ ਕਿੱਦਾਂ ਸਾਨੂੰ ਸਮਝ ਆਊਗਾ ਕਿ ਹੁਣ ਲੈਣਾ ਸੈਲ ਦੀ ਪੋਜੀਸ਼ਨ ਔਰ ਬਾਈ ਦੀ ਪੋਜੀਸ਼ਨ? ਤੁਸੀਂ ਸ਼ਾਰਟ ਤੇ ਲੌਂਗ ਤੇ ਬਾਈ ਤੇ ਸੈਲ ਚ ਕਨਫਿਊਜ਼ ਤਾਂ ਨਹੀਂ ਹੋ ਜਾਂਦੀ ਆ ਮੈਨੂੰ। ਅਮਨ ਵੀ ਕਦੀ ਕਹਿੰਦੇ ਉੱਪਰ ਨੂੰ, ਮੈਂ ਕਹਿੰਦੀ ਸੈਲ ਲੈ ਲਈਏ, ਮੈਨੂੰ ਭੁੱਲ ਜਾਂਦਾ ਵੀ ਉੱਪਰ ਬਾਈ ਆ ਨੀਚੇ। ਸ਼ਾਰਟ ਨੂੰ ਸੈਲ ਕਹਿੰਦੇ ਹੁੰਦੇ ਜੀ। ਟੈਕਨੀਕਲੀ ਜਿਹੜੇ ਟ੍ਰੇਡਰ ਹੈ ਨਾ ਜਦੋਂ ਆਪਸ ਗੱਲ ਕਰਦੇ ਉਹ ਬਾਈ ਤੇ ਸੈਲ ਦੀ ਗੱਲ ਨਹੀਂ ਕਰਦੇ। ਉਹ ਜਿੱਦਾਂ ਅਸੀਂ ਕਹਿੰਦੇ ਨੇ, ਹੁਣ ਅਸੀਂ ਕਹਿੰਦੇ 1 ਕਰੋੜ 2 ਕਰੋੜ 10 ਲੱਖ, ਬੰਬੇ ਵਾਲੇ ਜਿਹੜੇ ਗੈਂਗਸਟਰ ਨੇ ਉਹ ਕਹਿੰਦੇ ਨੇ ਇੱਕ ਕਿਆ ਕਹਿੰਦੇ ਉਹਨੂੰ, ਇੱਕ ਪੇਟੀ 2 ਪੇਟੀ ਖੋਖਾ ਹੈ ਨਾ, ਉਹਨਾਂ ਦੀ ਆਪਣੀ ਲੈਂਗੁਏਜ ਹੈ। ਸੋ ਜਿਹੜੇ ਸ਼ਾਰਟ ਲੌਂਗ ਨੇ ਨਾ ਇਹ ਟ੍ਰੇਡਰਸ ਦੀ ਲੈਂਗੁਏਜ ਹੈ ਐਕਚੁਅਲੀ। ਓਕੇ, ਸੋ ਤੁਸੀਂ ਕਨਫਿਊਜ਼ ਨਹੀਂ ਹੋਣਾ। ਬਾਈ ਨੂੰ ਲੌਂਗ ਕਹਿੰਦੇ ਨੇ, ਸ਼ਾਰਟ ਨੂੰ ਸੈਲ ਕਹਿੰਦੇ ਨੇ। ਓਕੇ, ਤੁਸੀਂ ਇਹ ਟਰਮੀਨੋਲੋਜੀ ਨੂੰ ਵਿੱਚ ਕਨਫਿਊਜ਼ ਨਹੀਂ ਹੋਣਾ। ਓਕੇ, ਦਿਸ ਇਜ਼ ਨਥਿੰਗ। ਓਕੇ, ਸੋ ਹੁਣ ਤੁਸੀਂ ਸੈਲ ਕਦੋਂ ਕਰਨਾ ਹੈ? ਤੁਸੀਂ ਜੇ ਤਾਂ ਮਤਲਬ ਤੁਸੀਂ ਇਸ ਚਾਰਟ ਨੂੰ 5 ਮਿੰਟ ਦਾ ਚਾਰਟ ਸਮਝ ਲਓ ਕਿ 5 ਮਿੰਟ ਦਾ ਚਾਰਟ ਹੈ ਇਹ। ਤੁਸੀਂ ਇੱਥੇ ਇਹਨੂੰ ਇੱਥੇ ਟ੍ਰੇਡ ਲਾਉਂਗੇ, ਇਸ ਲੈਵਲ ਤੇ ਬਾय ਕਰੋਗੇ? ਨਹੀਂ, ਕਿਉਂਕਿ ਯੂ ਆਰ ਇਨ ਮਿਡਲ ਆਫ ਨੋਵੇਅਰ। ਤੁਸੀਂ ਬੱਸ ਫੜਦੇ ਹੋ, ਤੁਸੀਂ ਟ੍ਰੇਨ ਫੜਦੇ ਹੋ, ਤੁਸੀਂ 에ਅਰਪੋਰਟ ਤੇ ਜਾਂਦੇ ਹੋ, ਠੀਕ ਹੈ, 에ਅਰਪੋਰਟ ਤੇ ਬੱਸ ਤੁਹਾਡੇ ਤੱਕ ਤਾਂ ਨਹੀਂ ਆਉਂਦੀ ਨਾ, ਐਟਲੀਸਟ ਤੁਹਾਨੂੰ ਬੱਸ ਸਟੈਂਡ ਤੱਕ ਤਾਂ ਜਾਣਾ ਪੈਂਦਾ ਨਾ। ਤੇ ਤੁਸੀਂ ਬੱਸ ਸਟੈਂਡ ਤੇ ਅੱਧਾ ਕਿਲੋਮੀਟਰ ਪਿੱਛੇ ਖੜ ਜਾਓ, ਹੱਥ ਮਾਰ ਦਿਓ, ਭਾਈ ਰੋਕੀ। ਉਹ ਕਹਿੰਦਾ ਨਹੀਂ ਬੇਬੀ ਅੱਧਾ ਕਿਲੋਮੀਟਰ ਤੁਸੀਂ ਹੋਰ ਚੱਲਣਾ ਸੀਗਾ। ਮਤਲਬ ਬਿਠਾ ਲੇਗਾ ਉਹ, ਬਟ ਫਿਰ ਵੀ ਬੜਾ ਇੱਕ ਔੜ ਜਿਹਾ ਲੱਗੇਗਾ ਬਾਕੀ ਸਵਾਰੀ ਨੂੰ ਵੀ, ਦੇਖੋ ਨਾ ਇੱਧਰ ਨਾ ਉੱਧਰ ਕਿੱਥੇ ਖੜੀ ਹੈ ਬੀਬੀ, ਹੈ ਨਾ। ਓਕੇ, ਸੋ ਮੈਂ ਤੁਹਾਡਾ ਐਗਜ਼ਾਮਪਲ ਨਹੀਂ ਦੇ ਰਿਹਾ, ਮਤਲਬ ਮੈਂ ਇੱਕ ਕਾਮਨ ਜੀ ਗੱਲ ਕਰ ਰਿਹਾ ਕਿ ਹਰ ਚੀਜ਼ ਦਾ ਇੱਕ ਸਟੇਸ਼ਨ ਹੈ। ਸੋ ਗੋਲਡ ਦਾ ਇੱਕ ਆਪਣਾ ਸਟੇਸ਼ਨ ਹੈ, ਬਾਏ ਤੇ ਸੈਲ ਦਾ ਇੱਕ ਲੈਵਲ ਹੁੰਦਾ ਹੈ। ਅਸੀਂ ਸੈਲ ਕਰਨਾ ਹੈ ਕਿਹੜੇ ਲੈਵਲ ਤੇ? ਅਸੀਂ ਰੈਜ਼ਿਸਟੈਂਸ ਦੇ ਉੱਤੇ ਆ ਕੇ ਸੈਲ ਕਰਨਾ ਹੈ, ਤੇ ਬਾਏ ਅਸੀਂ ਕਰਨਾ ਹੈ ਡਿਮਾਂਡ ਦੇ ਲੈਵਲ ਉੱਤੇ ਆ ਕੇ, ਸਪੋਰਟ ਲੈਵਲ ਦੇ ਉੱਤੇ ਅਸੀਂ ਬਾਏ ਕਰਨਾ ਹੈ। ਹੁਣ ਅਸੀਂ ਨਾ ਤਾਂ ਇਸ ਵੇਲੇ ਰੈਜ਼ਿਸਟੈਂਸ ਦੇ ਨਜ਼ਦੀਕ ਪੁੱਜੇ, ਨਾ ਅਸੀਂ ਸਪੋਰਟ ਲੈਵਲ ਤੇ ਆਏ। ਅਸੀਂ ਬਾਏ ਇੱਥੇ ਕਰਨਾ ਸੀ, ਅਸੀਂ ਸੈਲ ਇੱਥੇ ਕਰਨਾ ਸੀ, ਕਿਉਂਕਿ ਇਹ ਪੁਰਾਣਾ ਲੈਵਲ ਹੈ, ਆਲ ਟਾਈਮ ਹਾਈ ਹੈ 3 ਦਫਾ 1 2 3।
ਇੱਥੇ ਸਾਡਾ ਸੈਲ ਦਾ ਮੌਕਾ ਛੁੱਟ ਗਿਆ। 5 ਮਿੰਟ ਦੀ ਗੱਲ ਕਰ ਰਿਹਾ ਮੈਨੂੰ, ਇਮੇਜਿਨ ਕਰੋ ਕਿ 5 ਮਿੰਟ ਦੀ ਕੈਂਡਲ ਹੈ, ਇਹ ਸਟਰਕਚਰ 5 ਮਿੰਟ ਦਾ ਸਮਝ ਲਓ। ਓਕੇ, ਹੁਣ ਅਸੀਂ ਜੇ ਬਾਏ ਕਰਨਾ ਨਾ, ਅਸੀਂ ਇਸ ਲੈਵਲ ਦਾ ਵੇਟ ਕਰਨਾ ਹੈ, ਇੱਥੇ ਆਏ ਇਸ ਲੈਵਲ ਤੇ, ਇੱਥੇ ਦਾ ਐਨਗਲਫਿੰਗ ਪੈਟਰਨ ਬਣੇਗਾ 30 ਮਿੰਟ 15 ਮਿੰਟ 1 ਆਵਰ ਚ। ਵੀਰ ਜੀ ਆ ਜਿਵੇਂ ਇੱਕ ਸਵਾਲ ਸੀ, ਜਿਵੇਂ ਹੁਣ ਇੱਥੇ ਸਪੋਰਟ ਲਈ ਹੈ ਨੇ 1800 ਕੁਛ ਤੇ ਜਿਹੜਾ ਇਹ ਪਿੱਛੇ ਵੀ ਕਿਤੇ ਸਪੋਰਟ ਹੈਗੀ ਇਹਦੇ ਸੇਮ ਲੈਫਟ ਸਾਈਡ? ਆ ਦੇਖੋ ਨਾ, ਆ ਸਪੋਰਟ ਹੈਗੀ ਹੈ, ਆ ਦੇਖੋ ਸਪੋਰਟ ਨਹੀਂ ਆ ਉੱਪਰ ਜਿੱਥੇ ਸਪੋਰਟ ਲੈ ਕੇ ਹੁਣ ਰਿਟਰਨ ਕੀਤਾ ਜੀ ਉੱਪਰ ਇਹ ਵਾਲੀ। ਹਾਂ ਹਾਂਜੀ ਤੁਸੀਂ ਲੈਫਟ ਹੈਂਡ ਸਾਈਡ ਦੇਖ ਲਓ, ਆ ਕੀ ਹੈ, ਇਹ ਪੁੱਲ ਬੈਕ ਦੀ ਗੱਲ ਕਰ ਰਿਹਾ ਸੀ ਜਿਹੜੇ ਮੈਂ ਨਾ, ਪੁੱਲ ਬੈਕ ਮਾਰਕੀਟ ਦਾ ਸਟਰਕਚਰ ਜਿਹੜਾ ਹੁੰਦਾ ਨਾ ਪੁੱਲ ਬੈਕ ਦਾ ਹੁੰਦਾ। ਪੁੱਲ ਬੈਕ ਅਗਰ ਕਿਸੇ ਮਾਰਕੀਟ 'ਚ ਨਹੀਂ ਹੈ ਉਹ ਰਿਸਕੀ ਹੁੰਦੀ ਹੈ। ਜਿਸ ਵੀ ਟ੍ਰੈਂਡ ਦੇ ਵਿੱਚ ਪੁੱਲ ਬੈਕਸ ਨੇ, ਪ੍ਰੋਪਰ ਪੁੱਲ ਬੈਕ ਹੈ, ਉਹ ਇੱਕ ਸੇਫ ਸਟਰਕਚਰ ਹੁੰਦਾ ਹੈ, ਸਾਊਂਡ ਸਟਰਕਚਰ ਹੈ, ਅਸੀਂ ਉਸ ਸਟਰਕਚਰ ਤੇ ਰਿਲਾਈ ਕਰ ਸਕਦੇ। ਓਕੇ, ਜੇ ਮਤਲਬ ਤੁਹਾਨੂੰ ਮੈਂ ਫੋਰ ਐਗਜ਼ਾਮਪਲ ਇਹਦੇ ਅਲੱਗ ਸੈਸ਼ਨ ਅਸੀਂ ਕਰਾਂਗੇ ਇਸ ਬਾਰੇ ਨਾ, ਹਾਇਰ ਹਾਈਜ਼ ਤੇ ਅਸੀਂ ਕਿਵੇਂ ਅਸੀਂ ਡਿਟੈਕਟ ਕਰਨਾ ਕਿ ਟ੍ਰੈਂਡ ਚੇਂਜ ਹੋਣ ਵਾਲਾ ਹੈ। ਓਕੇ, ਹੁਣ ਕੌਣ ਆ ਰਿਹਾ, ਸੈਸ਼ਨ ਖਤਮ ਹੈ। ਓਕੇ ਹੁਣ ਮੈਂ ਕਿੰਨੀ ਦੱਸਾਂ। ਹੁਣ ਤੁਸੀਂ ਜੇ ਲੈਵਲ ਦੀ ਗੱਲ ਕਰਦੇ, ਇੱਥੇ ਕੌਣ ਸੀ ਜਿਹਨੇ ਮਾਰਕੀਟ ਨੂੰ ਵਾਪਸ ਕੀਤਾ? ਤੁਹਾਡਾ ਕਹਿਣ ਦਾ ਮਤਲਬ ਇਹ ਹੈ ਨਾ, ਇਹ ਸਪੋਰਟ ਕਿਹਨੇ ਬਣਾਈ ਹੈ ਨਾ? ਹਾਂਜੀ ਓਕੇ, ਇੱਥੇ ਮਾਰਕੀਟ ਨੇ ਜੀ ਲਿੱਤੀ ਹੈ ਸਪੋਰਟ। ਕਿਉਂ ਲਿੱਤੀ ਹੈ ਤੁਹਾਨੂੰ ਪਤਾ ਹੈ, ਸਪੋਰਟ ਸੀਗੀ ਰੈਜ਼ਿਸਟੈਂਸ ਬ੍ਰੇਕ ਹੋਈ ਅਪ, ਫਿਰ ਸਪੋਰਟ ਮਿਲੀ, ਡਬਲ ਬੋਟਮ ਬਣਿਆ, ਡਬਲ ਸਪੋਰਟ ਕਨਫਰਮ ਹੋ ਗਈ। ਡਬਲ ਬੋਟਮ ਟ੍ਰਿਪਲ ਬੋਟਮ ਜਿਸ ਵੀ ਲੈਵਲ ਤੇ ਬਣਦੇ ਨੇ ਨਾ, ਬਹੁਤ ਸਟਰੋਂਗ ਕਨਫਰਮੇਸ਼ਨ ਹੁੰਦੀ ਹੈ। ਓਕੇ, ਉਹਦੇ ਤੁਹਾਨੂੰ ਅਮਨਦੀਪ ਭਾਜੀ ਕਿਸੇ ਦਿਨ ਫੁੱਲ ਲੈਕਚਰ ਦੇ ਦੇਣਗੇ। ਇਹਦੇ ਪਿੱਛੇ ਸਟਰਕਚਰ ਕੀ ਹੁੰਦਾ ਹੈ, ਪ੍ਰਾਈਸ ਕੀ ਹੁੰਦਾ ਹੈ, ਕਿੱਦਾਂ ਦੇ ਉਹਨਾਂ ਨੇ ਲੋਡ ਸਾਈਜ਼ ਲਾਏ ਹੁੰਦੇ ਹੈ ਨਾ, ਮਤਲਬ ਪਲੇਸਮੈਂਟ ਕਿੱਦਾਂ ਦੀ ਹੁੰਦੀ ਹੈ। ਤੇ ਇਹਦੇ ਇਸ ਲੈਵਲ ਤੇ ਆਣ ਕੇ ਜਿਹੜਾ ਮਤਲਬ ਮੋਸਟਲੀ ਪਬਲਿਕ ਹੈਗੀ ਹੈ, ਉਹਨਾਂ ਦੇ ਕੀ ਮਾਈਂਡਸੈਟ ਹੁੰਦਾ ਹੈ, ਇਹ ਪੈਟਰਨ ਕੌਣ ਬਣਾਉਂਦਾ ਹੈ ਨਾ? ਇਹ ਪੈਟਰਨ ਅਸੀਂ ਲੋਕ ਬਣਾਉਂਦੇ ਨੇ ਇਮੋਸ਼ਨਲੀ, ਠੀਕ ਹੈ। ਸੋ ਜਿਵੇਂ ਕਿ ਨਾ ਕਦੇ ਕਦੇ ਹੋ ਜਾਂਦਾ ਜੀ, ਉਹ ਮਤਲਬ ਪੁਰਾਣੀ ਮੂਰਤੀ ਜੀ ਦੁੱਧ ਪੀ ਰਹੀ ਹੈ, ਹੁੰਦਾ ਨਾ ਇਦਾਂ, ਸੁਣਿਆ ਸਾਰਿਆਂ ਨੇ? ਹੁੰਦਾ ਬਾਈ, ਹੁੰਦਾ। ਅਮਨਦੀਪ ਕੌਰ ਦਾ ਕੁਐਸਚਨ ਹੈਗਾ ਜੀ, ਅਮਨਪ੍ਰੀਤ ਕੌਰ। ਹਾਂਜੀ ਵੀਰ ਜੀ, ਮੈਂ ਪੁੱਛਣਾ ਸੀ ਜਿਵੇਂ ਐਂਡ ਵਿੱਚ, ਜਿਵੇਂ ਆਪਣੀ ਸਭ ਤੋਂ ਐਂਡ ਵਿੱਚ ਇੱਥੇ ਆਪਣੀ ਲਾਈਨ ਖਤਮ ਹੋ ਰਹੀ ਹੈ, ਐਂਡ ਵਿੱਚ ਗ੍ਰੀਨ ਲਾਈਨ ਆਪਣੀ ਤੁਸੀਂ ਕਿਹਾ ਸੀ ਨਾ ਇੱਥੋਂ ਉੱਪਰ ਜਾਏਗੀ ਮਾਰਕੀਟ ਜਾਂ ਨਹੀਂ ਜਾਏਗੀ? ਆਹ ਵਾਲੀ, ਹਾਂਜੀ, ਸਭ ਤੋਂ ਐਂਡ ਵਿੱਚ ਆਹ ਵਾਲੀ ਨਹੀਂ, ਜਿੱਥੇ ਆਪਣਾ ਟ੍ਰੇਡ, ਹਾਂਜੀ ਇਹ ਚੀਜ਼। ਓਕੇ, ਹਾਂ, ਇਸ ਪੁਆਇੰਟ ਤੇ ਆਪਣਾ ਇਹ ਲੈਵਲ ਨਹੀਂ ਹੈ ਇੱਕ ਆਪਣਾ, ਜਿਵੇਂ ਪਿੱਛੇ ਵੀ ਇੱਥੋਂ ਰੈਜ਼ਿਸਟ ਹੋ ਕੇ ਨੀਚੇ ਆ ਰਹੀ ਹੈ, ਇਸ ਤੋਂ ਪਿੱਛੇ ਵੀ ਤੁਸੀਂ ਜਦੋਂ ਲੈਫਟ ਸਾਈਡ ਹੋਰ ਕੀਤਾ ਸੀ ਤਾਂ ਇਸ ਲੈਵਲ ਤੋਂ ਪਿੱਛੇ ਵੀ ਰੈਜ਼ਿਸਟ ਹੋ ਕੇ ਨੀਚੇ ਆ ਰਹੀ ਸੀ ਮਾਰਕੀਟ। ਪਰਫੈਕਟ ਕੁਐਸਚਨ, ਠੀਕ ਹੈ। ਸੋ ਮੈਂ ਐਕਚੁਅਲੀ ਨੂੰ 5 ਮਿੰਟ ਦਾ ਐਗਜ਼ਾਮਪਲ ਦੇ ਕੇ ਕਲੀਅਰ ਕਰਨਾ, ਠੀਕ ਹੈ। ਤੁਸੀਂ ਇਸ ਕੈਂਡਲ ਨੂੰ 5 ਮਿੰਟ ਦੀ ਸਮਝੋ, ਠੀਕ ਹੈ। 5 ਮਿੰਟ ਦੇ ਵਿੱਚ ਇਹ ਪ੍ਰੋਪਰਲੀ ਰੈਜ਼ਿਸਟੈਂਸ ਹੈਗਾ, ਤੁਹਾਨੂੰ ਮੈਂ ਪ੍ਰੂਵ ਵੀ ਕਰਾਂਗਾ, ਠੀਕ ਹੈ। ਇਹ ਲੈਵਲ ਵੀ ਰੈਜ਼ਿਸਟੈਂਸ ਹੈਗਾ, ਓਕੇ। ਸੇ ਜਿਹੜਾ ਆਹ ਲੈਵਲ ਹੈ ਨਾ, ਆਹ ਵਾਲਾ ਲੈਵਲ, ਆਹ ਲੈਵਲ ਵੀ ਰੈਜ਼ਿਸਟੈਂਸ ਹੈਗਾ। ਕਿ ਪ੍ਰਾਈਸ ਐਕਸ਼ਨ ਜਿਹੜੀ ਮੈਂ ਗੱਲ ਕਰ ਰਿਹਾ ਨਾ, ਜਿਹਨੂੰ ਸਿੱਖਣ ਨੂੰ ਤੁਹਾਨੂੰ ਸਾਲ ਲੱਗ ਗਏ, ਇੱਕ ਸੈਸ਼ਨ ਉਹਦੇ ਲਈ 4 ਘੰਟੇ ਦਾ ਸੈਸ਼ਨ ਵੀ ਨਹੀਂ, ਬਹੁਤ ਨਹੀਂ ਮਤਲਬ ਹੋਏਗਾ ਤੁਹਾਨੂੰ, ਮਤਲਬ ਕਈ ਸੈਸ਼ਨ 'ਚ ਤੁਹਾਨੂੰ ਕਨਸੈਪਟ ਕਲੀਅਰ ਹੋਏਗਾ, ਓਕੇ। ਹੁਣ ਤੁਸੀਂ ਅਗਰ ਰੈਜ਼ਿਸਟੈਂਸ ਦੀ ਗੱਲ ਕਰਦੇ ਹੋ, ਠੀਕ ਹੈ, ਸੋ ਵਾਚ ਦਿਸ ਕੇਅਰਫੁਲੀ। ਇੱਥੋਂ ਅਸੀਂ ਅਗਰ ਇਹਨੂੰ ਮਾਰਕ ਕਰੀਏ, ਇੱਥੇ ਇਹਨੂੰ ਕਿਹਨੇ ਰੋਕਿਆ? ਅਸੀਂ ਲੈਫਟ ਹੈਂਡ ਸਾਈਡ ਦੇਖਣਾ ਸੀਗਾ, ਜਿਹੜਾ ਇੱਥੇ ਸੈਲ, ਕੁਝ ਲੋਕਾਂ ਨੇ ਕਹਿ ਸੈਲ ਵੀ ਕੀਤੀ ਹੈ ਇੱਥੇ ਆ ਕੇ, ਉਹਨਾਂ ਨੇ ਲੈਫਟ ਹੈਂਡ ਸਾਈਡ ਨਹੀਂ ਦੇਖੀ। ਡੇਲੀ ਕੈਂਡਲ 'ਚ ਇੱਥੇ ਇੱਕ ਪ੍ਰੋਪਰ ਸਪੋਰਟ ਬਣੀ ਹੋਈ ਹੈ, ਆਪ ਤੁਸੀਂ ਦੇਖ ਸਕਦੇ ਹੋ। ਇਫ ਯੂ ਵਿਲ ਕਨਵਰਟ ਟੂ 30 ਮਿੰਟ, ਯੂ ਵਿਲ ਸੀ ਦਿਸ। ਇਹ 30 ਮਿੰਟ ਦੀ ਕੈਂਡਲ ਦੀ ਮੈਂ ਗੱਲ ਕਰ ਰਿਹਾ, ਓਕੇ। ਫੇਕ ਆਊਟ ਵੀ ਹੋਇਆ ਸੀ ਇੱਥੇ। ਇਹ ਪ੍ਰੋਪਰ ਇੱਕ ਜ਼ੋਨ ਹੈਗਾ ਜਿੱਥੇ ਬਾਰ-ਬਾਰ ਮਾਰਕੀਟ ਸਪੋਰਟ ਲੈ ਰਹੀ ਸੀਗੀ, ਓਕੇ। ਆ ਦੇਖੋ ਸਪੋਰਟ, ਸੇਮ ਲੈਵਲ ਤੇ ਸਪੋਰਟ, ਓਕੇ। ਉੱਪਰ ਆ ਕੇ ਟੈਸਟ ਕੀਤਾ ਹੈ ਨਾ, ਤੇ ਬੈਕ ਟੂ ਬੈਕ ਅਪਸਾਈਡ ਮੂਵਮੈਂਟ ਹੈ। ਸੋ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਨਾ ਕਿ ਇੱਥੇ ਰੈਜ਼ਿਸਟੈਂਸ ਹੈਗਾ, ਯੈਸ ਦਿਸ ਇਜ਼ ਅ ਰੈਜ਼ਿਸਟੈਂਸ। ਔਰ ਇਹ ਇੱਕ ਲਾਈਨ ਨਹੀਂ ਹੈ, ਰੈਜ਼ਿਸਟੈਂਸ ਕੋਈ ਲਾਈਨ ਨਹੀਂ ਹੁੰਦਾ। ਰੈਜ਼ਿਸਟੈਂਸ ਇੱਕ ਜ਼ੋਨ ਹੁੰਦਾ ਹੈ, ਇੱਕ ਏਰੀਆ ਆਫ ਵੈਲਿਊ ਜਿਹਨੂੰ ਅਸੀਂ ਕਹਿੰਦੇ AOV, ਏਰੀਆ ਆਫ ਵੈਲਿਊ ਹੈਗਾ ਇਹ, ਓਕੇ। ਮਾਰਕੀਟ ਇਸ ਏਰੀਆ ਚੋਂ ਹੁਣ ਜੇ ਮਾਰਕੀਟ ਉੱਤੇ ਜਾ ਰਹੀ ਹੈ ਨਾ, ਜਿਵੇਂ ਮਾਰਕੀਟ ਅਪਸਾਈਡ ਡਬਲ ਬੋਟਮ ਬਣਾ ਕੇ ਮੂਵਮੈਂਟ ਕਰ ਰਹੀ ਹੈਗੀ ਹੈ, ਓਕੇ, ਇੱਥੋਂ, ਓਕੇ। ਸੋ ਮਾਰਕੀਟ ਲੈਫਟ ਹੈਂਡ ਸਾਈਡ ਇੱਥੋਂ ਵੀ ਰਿਵਰਸ ਹੋ ਸਕਦੀ ਹੈ, ਫਿਰ ਨੀਚੇ ਨੂੰ ਇੱਥੋਂ ਵੀ ਹੋ ਸਕਦੀ ਹੈ, ਤੇ ਇੱਥੋਂ ਵੀ ਹੋ ਸਕਦੀ ਹੈ। ਜਿਹੜਾ ਜ਼ਿਆਦਾ ਵੱਡਾ ਗੈਪ ਹੋਏਗਾ ਉਹ ਸਾਨੂੰ ਕਲੀਨ ਮੂਵਮੈਂਟ ਮਿਲ ਜਾਏਗੀ,
इत्थे बार बार देखो 1 2 3 4 फिर आई पंजवीं बार इत्थे फिर 5 6 इत्थों रिजेक्ट हो गई। एक लेवल आ गया, इन्हों मार्क कर लो। सो जे तुसी इस लेवल नूं अगे फर्दर लेके जाओगे, ठीक है, ये वाले लेवल नूं असी कैंडल पूरी मार्क करनी होंदी है, एक प्रॉपर जोन हैगा है, इमीडिएटली नाल फिर रेजिस्टेंस हैगा है। हुण इस मार्केट दे चांस ने कि ये मार्केट इत्थों रिवर्स हो सकती है फिर डाउन साइड में, ओके, इस लेवल से, क्योंकि डेली कैंडल्स का 1 2 3 4 5 6 8 दफ़ा इस लेवल ने ऊपर नहीं जान दिता। सो 9th टाइम भी जिहड़ा हैगा कोशिश होएगी नीचे मार्केट में वो पुश करेगी। ओके, ये पहला एक ऑलरेडी एक वी शेप पॉइंट बनया होया है, ठीक है, लेकिन ये सस्टेन नहीं किया। ये वाला तुसीं पॉइंट देख सकते हो, आलमोस्ट वी शेप हैगी है ये जो मार्केट उत्ते आई सीगी, आ देखो है ना वी शेप की, तो ये जो इत्थे इनवैलिड हो गई सी। सो जे आपां हुण इहदी गल करिए कि सपोर्ट इनू इत्थे किहने रोकिया है, मार्केट जदों डिग्री सीगी बहुत दिनों तो ऑल टाइम हाई बनाने तो बाद मार्केट बैक टू बैक पुल बैक करते हुए डाउन आई। ओके, सो इत्थे आके मार्केट नूं किहने होल्ड किया, आ लेफ्ट हैंड साइड ये रेड कैंडल ने, ये की है एक पुल बैक हैगा। जे मैं इहनूं हुण डाउन लोअर टाइम फ्रेम च एक पुल बैक मार्क करा तो ये कुछ इदां दा होएगा। ओके, सो एक हेल्दी ट्रेंड की निशानी सीगी, लेकिन क्योंकि ये पुल बैक ही होंदा, पुल बैक एक नवा डिमांड जोन होंदा है, मार्केट डाउन आती है मार्केट उत्ते जाती है फिर, राइट, ये हेल्दी ट्रेंड की निशानी है। सो जेड़ी पहला एक इत्थे सपोर्ट बनी होनी कोई, राइट, इत्थे बायर्स ने रेस्ट किया सीगा, ठीक है, फिर रेस्ट करके पुल बैक करके जो ये स्विंग हाई टुटिया है, सो कंटिन्यूसली अपसाइड ऑल टाइम हाई ब्रेक किया। सो तुसीं हुण इस पॉइंट नूं ध्यान नाल देखियो, जे मैं हुण इस रेड कैंडल नूं मार्क करदा वां इत्थे ये वाला जोन, ठीक है, ये डिमांड जोन है, इत्थे मार्केट रेस्ट करके दोबारा कंटिन्यूसली अप की सी, नवा जोन बनाया सी मार्केट ने। ओके, वैसे नवा नहीं है, तुसीं इहनूं लैफ्ट हैंड साइड क्रॉस करो तो ये ऑलरेडी डिमांड जोन हैगा, सपोर्ट जोन हैगा ऑलरेडी, ठीक है, लेकिन सक्सैस नहीं होया क्योंकि ये कुछ दिन सर्वाइव किया के बाद फिर ब्रेक हो गया सीगा। नाउ लेट्स ट्राई दिस जोन, तुहानूं किदां दा नज़र आएगा, 30 मिनट तुहानूं ये नज़र आएगा, 30 मिनट की गल कर रहे हैं, ठीक है जी। ये एक इंपोर्टेंट तुसीं होर कैंडल नूं स्ट्रैच कर लो, ये थोड़ा जिहड़ा पूरा जोन है ना, ये वाला एरिया, ये वो पुल बैक वाला एरिया, इत्थे तो बाद असीं इत्थे बाय करना सी, उसते बाद जिहड़ा बाय सर्वाइव किया भी है, आ देखो जदों इन्हां ये जोन नूं पहला रेजिस्टेंस सीगा ये जोन, ओके, जदों उत्ते गया पुल बैक करके स्लो कंसोलिडेशन की फिर ब्रेक होया सी, आ देखो। ओके, सो ये भी अराउंड इस लेवल तो ते बाउंस होने तो बाद इन्हें आलमोस्ट आई थिंक 300-400 पिप्स नूं इन्हें जिहड़ा हैगा ब्रेक किया सीगा, 900 पिप्स दी मूवमेंट सीगी। हुण तुसीं अगर इस टाइम फ्रेम नूं देखो तुहानूं कुछ नज़र आ रहा है फ्यूचर दे विच, यह सीगा तुहाडा सपोर्ट जोन, ये बड़ी टाइम फ्रेम च एक पुल बैक सीगा, जिवें तुसीं कि डेली कैंडल च देख सकते हो। ओके, आ वाला लेवल, ओके, जदों इस जोन दे विच इत्थे पुल बैक सीगा उदों, सो नैक्सट टाइम भी ना सपोर्ट की है, देखो इत्थे जदों मार्केट सेम जोन दे विच वापस आई है ना ऑल टाइम हाई बनाने तो बाद, आ देखो इत्थे आके मार्केट फिर बाउंस की ऊपर गई। हुण इत्थे दे रजिस्टेंस मिल रहा बड़े दिनों तो, ठीक है, अराउंड कोई 20-25 दिन हो गए मार्केट नूं अपसाइड नहीं तोड़ पा रही। मैं सवेरे की वीडियो कहा सीगा कि अगर यह 90-80 का अगर जोन तोड़ दी है मार्केट फिर 2000 तक जाएगी, ठीक है, मैं सवेरे की वीडियो कहा भी सीगा, लेकिन ये जोन टफ है, टूटेगा क्योंकि मार्केट बड़ी स्लो एंड स्टडी ऊपर हौली हौली वध रही है। ओके, सो इनू ये ओवरटेक कर लेगी, न्यूज़ भी दी फेवर दी आ रही है। ओके, गोल्ड दी फेवर दी न्यूज़ ने। सो आ जिहड़ा लेवल हैगा ये क्योंकि ऑब्जेक्ट कलर की कैंडल है, इट मीनस इत्थे एक रीटेस्ट होया सीगा, ये एक रीटेस्ट हैगा, इन्होंने कहना सी पुल बैक, हायर हाई हायर लोज, हायर हाईज ते हायर लोज ये बनते हैं। ओके, इंज बनते हैं, हायर हाईज बन गया, ये हायर लोज बनया, जो इन्हें तोड़िया असीं बाय किया सी, ये ओ लेवल है इत्थे
ਸੇਮ ਲੈਵਲ, ਤੁਸੀਂ ਇਹਨੂੰ ਇੰਜ ਮੰਨ ਸਕਦੇ ਹੋ। ਇੱਥੇ ਅਮਰਪ੍ਰੀਤ ਜੀ ਤੁਹਾਨੂੰ ਐਕਸਪੀਰੀਅੰਸ ਹੈਗਾ ਫੋਰੈਕਸ ਮਾਰਕੀਟ ਦਾ? ਵੀਡੀਓ ਮੇਰੇ ਤੋਂ ਪੁੱਛੋ। ਨਹੀਂ ਸਾਡੇ ਨਾਲ ਭੈਣ ਅਮਨਪ੍ਰੀਤ ਕੌਰ, ਤੁਸੀਂ ਚੰਡੀਗੜ੍ਹ ਤੇ ਹੋ? ਹਾਂਜੀ ਹਾਂਜੀ। ਇਹਨਾਂ ਦਾ ਵੀ ਕਦੀ ਆਪਾਂ ਐਕਸਪੀਰੀਅੰਸ ਸ਼ੇਅਰ ਕਰਾਂਗੇ। ਇਹਨਾਂ ਦੇ ਮਤਲਬ ਵੱਡਾ ਲੋਸ ਕੀਤਾ ਬੈਂਕ ਨਿਫਟੀ ਵਾਲਿਆਂ ਨੇ, ਮਤਲਬ ਬ੍ਰੋਕਰ ਨੇ ਕੋਈ ਡੀਮੈਟ ਅਕਾਊਂਟ ਖੋਲ੍ਹਿਆ ਸੀਗਾ, ਉਹ ਪੁਸ਼ ਕਰਦੇ ਸੀਗੇ ਮੈਮ ਇਹ ਬਾਏ ਕਰ ਲਓ ਸੈਲ ਕਰ ਲਓ, ਉਹ ਆਪ ਹੀ ਕਰਦੇ ਸੀਗੇ ਮਤਲਬ। ਓਕੇ ਸੋ ਓਵਰਆਲ ਲੇਕਿਨ ਐਕਸਪੀਰੀਅੰਸ ਇਜ਼ ਆਲਵੇਜ਼ ਐਕਸਪੀਰੀਅੰਸ। ਮੈਂ ਫਿਰ ਰਿਪੀਟ ਕਰਦਾ ਕਿ ਤੁਹਾਨੂੰ ਚੰਗਾ ਐਕਸਪੀਰੀਅੰਸ ਹੋ ਰਿਹਾ, ਤੁਹਾਨੂੰ ਉਹ ਗਲਤੀ ਕਰਨ ਲਈ ਪ੍ਰੇਰਿਤ ਕਰੇਗਾ, ਹੈ ਨਾ? ਕੋਈ ਮਾੜਾ ਐਕਸਪੀਰੀਅੰਸ ਹੋ ਰਿਹਾ ਨਾ, ਤੁਹਾਨੂੰ ਉਹ ਗਲਤੀ ਨਾ ਕਰਨ ਲਈ ਮੋਟੀਵੇਟ ਕਰੇਗਾ। ਸੋ ਐਕਸਪੀਰੀਅੰਸ ਚੰਗਾ ਹੋਵੇ ਮਾੜਾ ਹੋਵੇ, ਆਲਵੇਜ਼ ਉਹਨੂੰ ਮਤਲਬ ਪੋਜ਼ਿਟਿਵ ਵੇ 'ਚ ਲੈਣਾ ਕਿ ਨਹੀਂ ਇਹ ਮੇਰੀ ਗਲਤੀ ਸੀਗੀ ਤੇ ਮੈਂ ਸਿੱਖੀ ਹੈ ਤੇ ਮੈਂ ਇਹਦੀ ਵੱਡੀ ਪੇਮੈਂਟ ਵੀ ਮਤਲਬ ਪੇ ਕੀਤੀ। ਓਕੇ ਸੋ ਇਹ ਪੁੱਲ ਬੈਕ ਹੈਗਾ। ਪੁੱਲ ਬੈਕ ਦੇ ਬਾਅਦ ਅਸੀਂ ਜਿਹੜਾ ਜਿਵੇਂ ਰਾਜਾ ਬੈਂਕ ਇੱਥੋਂ ਬਾਏ ਕਰਦਾ ਹੁੰਦਾ ਜਦੋਂ ਸਵਿੰਗ ਹਾਈ ਟੁੱਟਦਾ ਹੁੰਦਾ। ਓਕੇ ਸੋ ਇਹ ਪੁੱਲ ਬੈਕ ਹੈਗਾ। ਤੇ ਕੀ ਇਹ ਲੈਵਲ ਨੇ ਦੁਬਾਰੇ ਕੰਮ ਨਹੀਂ ਕੀਤਾ? ਇੱਕ ਲੈਵਲ ਹੈਗਾ, ਇਹ ਡਿਮਾਂਡ ਜ਼ੋਨ ਹੈ, ਕਿਉਂਕਿ ਇੱਥੇ ਉਹਨੇ ਆ ਕੇ ਡਿਮਾਂਡ ਦੁਬਾਰੇ ਬਣਾਈ ਸੀਗੀ, ਸੈਲਰਸ ਨੇ ਪੁਸ਼ ਕਰਕੇ ਡਿਮਾਂਡ ਦੁਬਾਰੇ ਬਣੀ ਸੀ। ਓਕੇ ਸੋ ਇਹ ਲੈਵਲ ਨੇ ਦੇਖੋ ਕੰਮ ਕੀਤਾ ਹੈ। ਤੁਸੀਂ ਕੈਂਡਲ ਸਟਿਕ ਦਾ ਸਟਰਕਚਰ ਦੇਖ ਸਕਦੇ ਹੋ। ਇੱਥੇ ਡਾਊਨ ਸਾਈਡ ਵੀਕ ਹੈ, ਡਾਊਨ ਸਾਈਡ ਵੀਕ ਹੈ ਮੀਨਸ ਨੀਚੋਂ ਦੀ ਪਾਵਰ ਮਿਲ ਰਹੀ ਹੈ ਅਪਸਾਈਡ ਜਾਣ ਦੇ ਲਈ। ਓਕੇ ਹੁਣ ਜਦੋਂ ਮਾਰਕੀਟ ਇਸ ਲੈਵਲ ਦੇ ਨਜ਼ਦੀਕ ਆ ਰਹੀ ਹੈ ਨਾ, ਜਿੱਥੇ ਕਿ ਪ੍ਰੀਵੀਅਸ ਰੈਜ਼ਿਸਟੈਂਸ ਜਿਵੇਂ ਕਿ ਭੈਣ ਅਮਰਪ੍ਰੀਤ ਕੌਰ ਨੇ ਕਿਹਾ ਹੈ, ਇੱਥੇ ਇਹ ਰੈਜ਼ਿਸਟੈਂਸ ਹੈਗਾ। ਇੱਥੇ ਆ ਦੇਖੋ ਇਹ ਰੈਜ਼ਿਸਟੈਂਸ ਹੈ, ਤੇ ਜਿਵੇਂ ਜਿਵੇਂ ਰੈਜ਼ਿਸਟੈਂਸ ਦੇ ਨੇੜੇ ਜਾਏਗੀ ਨਾ ਮਾਰਕੀਟ ਜਿਹੜੀ ਹੈਗੀ ਸਲੋ ਹੁੰਦੀ ਜਾਏਗੀ। ਓਕੇ ਤੁਸੀਂ ਇਹਨੂੰ 1 ਆਵਰ 'ਚ ਦੇਖ ਸਕਦੇ ਹੋ। ਆ ਦੇਖੋ ਕਿੰਨੇ ਦਿਨਾਂ ਤੋਂ ਇਹ ਲੈਵਲ ਨਹੀਂ ਬ੍ਰੇਕ ਹੋਇਆ, ਕਿੰਨੀ ਦਫਾ ਟਰਾਈ ਕੀਤੀ ਹੈ 1 ਆਵਰ ਦੀ ਕੈਂਡਲ ਨਾਲ। ਤੁਸੀਂ 4 ਆਵਰਸ ਵੀ ਦੇਖ ਸਕਦੇ ਹੋ ਇਹਨੂੰ ਐਗਜ਼ੈਕਟਲੀ। ਓਕੇ ਇਹ ਜ਼ੋਨ ਹੈਗਾ ਇੱਥੇ। ਤਾਂ ਮਾਰਕੀਟ ਦੇ ਵਿੱਚ ਡਰ ਆ ਗਿਆ ਤੇ ਮਾਰਕੀਟ ਆਲਰੇਡੀ ਹੀ ਡਾਊਨਵਰਡ ਸ਼ੇਪ ਲੈ ਚੁੱਕੀ ਹੈ। ਠੀਕ ਹੈ, ਜਿੰਨੀ ਸ਼ਾਰਪ ਇਹ ਮੂਵਮੈਂਟ ਸੀ ਨਾ ਬੈਕ ਟੂ ਬੈਕ, ਤੁਸੀਂ ਇਹਨੂੰ ਵੀ ਦੇਖ ਸਕਦੇ ਹੋ। ਇੱਥੇ ਆਈ ਮਾਰਕੀਟ ਪੁੱਲ ਬੈਕ, ਸਟਰੋਂਗ ਮੂਵਮੈਂਟ ਅਪਸਾਈਡ, ਪੁੱਲ ਬੈਕ, ਸਮਾਲ ਮੂਵਮੈਂਟ ਕਿਉਂਕਿ ਲੈਫਟ ਸਾਈਡ ਰੈਜ਼ਿਸਟੈਂਸ ਸੀਗਾ, ਬ੍ਰੇਕ ਹੋਇਆ। ਅੱਗੇ ਕੀ ਹੋ ਰਿਹਾ? ਹਾਇਰ ਹਾਈਜ਼, ਖਾਸ ਹਾਇਰ ਹਾਈਜ਼ ਨਹੀਂ ਬਣ ਰਹੇ, ਉੱਤੇ ਹੈਡ ਐਂਡ ਸ਼ੋਲਡਰ ਦਾ ਸਟਰਕਚਰ ਜਿਹਾ ਬਣ ਰਿਹਾ ਨਾ। ਅਮਨਦੀਪ ਸਿੰਘ ਇਦਾਂ ਹੀ ਹੈ ਨਾ? ਆਲਮੋਸਟ ਓਕੇ ਮੀਨਸ ਮਾਰਕੀਟ ਨੇ ਇੱਥੇ ਆ ਕੇ ਬਾਇਸ ਡਰ ਗਏ ਨੇ, ਉਹਨਾਂ ਨੂੰ ਸ਼ੱਕ ਹੈ ਕਿ ਜਿਵੇਂ ਪਹਿਲਾਂ ਮਾਰਕੀਟ ਇੱਥੇ ਰਿਐਕਟ ਕੀਤੀ ਹੈ ਇੱਥੇ ਵੀ ਰਿਐਕਟ ਕਰੇਗੀ। ਜਿਨ੍ਹਾਂ ਦੇ ਇੱਥੋਂ ਬਾਏ ਚੱਲ ਰਿਹਾ ਸੀਗਾ ਉੱਥੇ ਆ ਕੇ ਪ੍ਰੋਫਿਟ ਆਪਣਾ ਪਾਰਸ਼ਲੀ ਬੁੱਕ ਕਰ ਰਹੇ ਨੇ। ਜਿਹਦਾ $100 ਪ੍ਰੋਫਿਟ ਹੈ ਉਹਨੇ ਆਪਣੇ $75 ਬੁੱਕ ਕਰ ਲਏ। 25 ਦਾ ਰਨਿੰਗ 'ਚ ਲੋਸ ਵੀ ਹੋਗਾ, ਨੋ ਪ੍ਰੋਬਲਮ। ਟ੍ਰੇਡਿੰਗ ਸਟਾਪ ਉਹਦਾ ਇੱਥੇ ਕਿਤੇ ਹੋਏਗਾ ਇਸ ਏਰੀਆ 'ਚ, ਕਿਉਂਕਿ ਜੇ ਮਾਰਕੀਟ ਵਾਪਿਸ ਆਏਗੀ ਨਾ ਇਸ ਲੈਵਲ ਦੇ ਉੱਤੇ, ਅਗਰ ਇੱਥੋਂ ਸੈਲ ਹੋਏਗੀ। ਓਕੇ ਕਿਉਂਕਿ ਇਹ 4 ਆਵਰ ਦੀ ਹੈਗੀ ਹੈ ਜ਼ੋਨ, ਸੋ ਇਹ ਇੱਥੇ ਆ ਕੇ ਇਸ ਜ਼ੋਨ 'ਚ ਰਿਐਕਟ ਕਰੇਗੀ, ਕਿਉਂਕਿ ਇਹ ਵੀ ਇੱਕ ਨਵਾਂ ਜ਼ੋਨ ਕ੍ਰੀਏਟ ਹੋਇਆ, ਜ਼ੋਨ ਵਿਦਿਨ ਜ਼ੋਨ। ਓਕੇ ਆ ਵਾਲਾ ਇੱਕ ਡਿਮਾਂਡ ਜ਼ੋਨ ਹੈ ਤੇ ਇਹ ਰੈਜ਼ਿਸਟੈਂਸ ਜ਼ੋਨ ਵੀ ਹੈ। ਦੇਖੋ ਪਹਿਲਾਂ ਓਕੇ ਇਹ ਦੇਖੋ ਆਰ ਸਪੋਰਟ ਰੈਜ਼ਿਸਟੈਂਸ 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 ਬ੍ਰੇਕ ਹੋਇਆ, ਉਹਨੇ ਸਪੋਰਟ ਲਏਗਾ ਇੱਥੋਂ, ਗੋਲਡ ਇਸ ਲੈਵਲ ਤੇ ਆ ਕੇ ਸਪੋਰਟ ਲੈ ਸਕਦਾ ਹੈ। ਸੋ ਤੁਸੀਂ ਦੇਖ ਸਕਦੇ ਹੋ ਲੈਫਟ ਹੈਂਡ ਸਾਈਡ ਦੇ ਵਿੱਚ ਸਪੋਰਟ ਰੈਜ਼ਿਸਟੈਂਸ, ਤੁਸੀਂ ਇਹਨੂੰ ਧਿਆਨ ਨਾਲ ਦੇਖ ਸਕਦੇ ਹੋ। ਹੁਣ ਇਹ ਰੈਜ਼ਿਸਟੈਂਸ ਸੀਗੀ, ਕਦੇ ਸਪੋਰਟ ਪ੍ਰੂਵ ਹੋਈ, ਚੇਂਜ ਆਫ ਕਰੈਕਟਰ ਜਦੋਂ ਹੋ ਗਿਆ। ਸੋ ਇਹਨੇ ਨੈਕਸਟ ਟਾਈਮ ਵੀ ਜਦੋਂ ਆਇਆ ਗੋਲਡ ਇਸ ਜ਼ੋਨ 'ਚ ਕੰਮ ਕੀਤਾ, ਫਿਰ ਕੰਮ ਕੀਤਾ, ਫਿਰ ਇਹਨੇ ਐਕਟ ਕੀਤਾ, ਪ੍ਰੋਪਰ ਹੋਲਡ ਕੀਤਾ, ਫੇਕ ਆਊਟ ਹੋਇਆ, ਫਿਰ ਉੱਪਰ ਹੋਲਡ ਕੀਤਾ, ਫਿਰ ਬ੍ਰੇਕ ਡਾਊਨ ਸਾਈਡ ਬ੍ਰੇਕਆਊਟ ਹੋਣ ਤੋਂ ਬਾਅਦ ਫਿਰ ਇਹ ਐਜ਼ ਏ ਰੈਜ਼ਿਸਟੈਂਸ ਇਹਨੇ ਫਿਰ ਕੰਮ ਕੀਤਾ। ਮੀਨਸ ਪਹਿਲਾਂ ਰੈਜ਼ਿਸਟੈਂਸ ਸੀਗਾ, ਫਿਰ ਸਪੋਰਟ, ਫਿਰ ਰੈਜ਼ਿਸਟੈਂਸ, ਹੁਣ ਇਹ ਦੁਬਾਰੇ ਸਪੋਰਟ ਦੇ ਬਿਹੇਵ ਤੇ ਕੰਮ ਕਰਦਾ। ਇੱਥੇ ਆ ਕੇ ਵੀ ਆਪਾਂ ਬਾਏ ਕਰ ਸਕਦੇ ਹਾਂ 9038। Enough for the day? Enough sir, enough. Okay. So ਅੱਜ ਦਾ ਸੈਸ਼ਨ ਅਸੀਂ ਇੱਥੇ ਹੀ ਕੰਕਲੂਡ ਕਰਦੇ ਹਾਂ। ਇਹ ਰਿਕਾਰਡਡ ਹੋਏਗਾ, YouTube ਤੇ ਵੀ ਜਾ ਕੇ ਦੇਖ ਸਕਦੇ ਹਾਂ। ਨੈਕਸਟ ਸੈਸ਼ਨ 'ਚ ਆਪਾਂ ਇਸ ਤੋਂ ਕੰਟੀਨਿਊ ਕਰਾਂਗੇ। ਜਿਵੇਂ ਮੈਂ ਕਿਹਾ ਸੀਗਾ ਕਿ ਇਟਸ ਨੋਟ ਈਜ਼ੀ ਕਿ ਤੁਹਾਨੂੰ ਅਸੀਂ ਪ੍ਰਾਈਸ ਐਕਸ਼ਨ, ਡਿਮਾਂਡ ਐਂਡ ਸਪਲਾਈ ਦਿਨ 'ਚ ਸਮਝ ਆ ਜਾਏ। ਹੁਣ ਤੁਸੀਂ ਕੀ ਕਰਨਾ ਹੈ, ਸੋਮਵਾਰ ਨੂੰ ਮੰਗਲਵਾਰ ਤੱਕ ਤੁਸੀਂ ਨਾ ਪ੍ਰੈਕਟਿਸ ਕਰਨੀ ਹੈ 2 ਦਿਨਾਂ 'ਚ। ਜਿਵੇਂ ਤੁਸੀਂ ਇੱਕ ਜੌਬ ਲਈ 25-30 ਸਾਲ ਪੜ੍ਹੇ ਹੋ, ਅਮਰਪ੍ਰੀਤ ਸਿੰਘ ਭਾਜੀ ਤਾਂ ਬਹੁਤ ਸਾਲ ਸੀਏ ਕੀਤੀ ਹੈ ਨਾ। ਨੈਚੁਰਲੀ ਸੀਏ ਕਰਨਾ ਇਟਸ ਨੋਟ ਈਜ਼ੀ ਜੌਬ। ਓਕੇ ਸੋ ਇਵੇਂ ਹੀ ਅਸੀਂ ਉਸ ਲੈਵਲ ਦੀ ਪ੍ਰੈਕਟਿਸ ਕਰਨੀ ਹੈ। 2 ਦਿਨ ਹੈਗੇ ਸਾਡੇ ਕੋਲ। ਲੈਵਲਸ ਨੂੰ ਮਾਰਕ ਕਰਨ ਦੀ ਕੋਸ਼ਿਸ਼ ਕਰੋ। ਇਹ ਵੀ ਦੇਖੋ ਕਿ ਮਾਰਕੀਟ ਪਹਿਲਾਂ ਤੁਸੀਂ ਮਤਲਬ ਚਾਰਟ ਨੂੰ ਨਾ ਬੈਕਵਰਡ ਲੈ ਲਓ। ਜਿਵੇਂ ਮੈਂ ਅੱਜ ਚਾਰਟ ਨੂੰ ਬੈਕਵਰਡ ਲੈ ਕੇ ਗਿਆ, ਮੈਂ 2020 ਦੇ ਵਿੱਚ ਚਾਰਟ ਨੂੰ ਲੈ ਕੇ ਗਿਆ
ਤੁਹਾਨੂੰ ਮੈਂ ਦਿਖਾਇਆ ਕਿ ਇਹ ਇੱਕ V ਬਣੀ ਸੀ। ਨੈਕਸਟ ਟਾਈਮ ਸੇਮ ਏਰੀਆ ਐਜ਼ ਏ ਸੈਲਰ ਐਜ਼ ਏ ਸਪਲਾਈ ਜ਼ੋਨ ਕੰਮ ਕੀਤਾ, ਥਰਡ ਟਾਈਮ ਫਿਰ ਕੰਮ ਕੀਤਾ। ਸੋ ਕਿੰਨੀ ਹੀ ਦਫਾ ਉਹ ਜਿਹੜਾ ਹੈਗਾ ਐਜ਼ ਏ V ਜਦੋਂ ਬਣੀ ਸੀਗੀ ਐਜ਼ ਏ ਬਾਇਰਸ ਜ਼ੋਨ ਕੰਮ ਕੀਤਾ। ਨਵਾਂ ਜ਼ੋਨ ਕਿਵੇਂ ਕ੍ਰੀਏਟ ਹੁੰਦਾ ਹੈ, ਕਿਵੇਂ ਉਹ ਜ਼ੋਨ ਬਾਉਂਸ ਕਰਦਾ ਹੈ, ਠੀਕ ਹੈ, ਅਪਸਾਈਡ ਨੂੰ। ਸੋ ਕਿਵੇਂ ਉੱਥੇ ਵੱਡੇ ਟਾਈਮ ਫਰੇਮ ਦੇ ਜ਼ੋਨ ਦੇ ਵਿੱਚ ਸਮਾਲ ਟਾਈਮ ਫਰੇਮ ਦੇ ਇੰਟਰਮੀਡੀਏਟ ਤੇ ਸਮਾਲ ਜ਼ੋਨਸ ਬਣਦੇ ਨੇ, ਸਮਾਲ ਵੀਕ ਕੀ ਲੈਵਲਸ ਬਣਦੇ ਨੇ, ਠੀਕ ਹੈ। ਸੋ ਅਸੀਂ ਸਾਰੀ ਚੀਜ਼ਾਂ ਦੇਖੀਆਂ। ਇਹ ਇੱਕ ਹੈਡ ਐਂਡ ਸ਼ੋਲਡਰ ਦਾ ਪੈਟਰਨ ਹੈਗਾ। ਹੁਣ ਅਸੀਂ ਇੱਕ ਹੋਰ ਟੌਪਿਕ ਰੱਖਾਂਗੇ ਕਿ ਇੱਕ ਅਪ ਟ੍ਰੈਂਡ ਚੱਲ ਰਿਹਾ ਹੈ, ਉਹ ਕਿਹੜੇ ਸਿਗਨਲਸ ਨੇ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਪਤਾ ਚੱਲੇਗਾ ਕਿ ਇਹ ਟ੍ਰੈਂਡ ਵੀਕ ਹੋ ਰਿਹਾ। ਟ੍ਰੈਂਡ ਅਪ ਟ੍ਰੈਂਡ ਜੇ ਵੀਕ ਹੋ ਰਿਹਾ ਫਿਰ ਕੀ ਸ਼ੁਰੂ ਹੋ ਜਾਏਗਾ? ਉਹ ਤੋਂ ਬਾਅਦ ਕੰਸੋਲੀਡੇਸ਼ਨ, ਰਾਈਟ। ਕੰਸੋਲੀਡੇਸ਼ਨ ਤੋਂ ਬਾਅਦ ਕੀ ਹੋ ਜਾਏਗਾ? ਜਾਂ ਤਾਂ ਉਹ ਕੰਟੀਨਿਊ ਕਰੇਗਾ ਅਪਸਾਈਡ ਨੂੰ ਬ੍ਰੇਕਆਊਟ ਦੇ ਕੇ, ਜਾਂ ਫਿਰ ਉਹ ਰਿਵਰਸ ਹੋ ਜਾਏਗਾ, ਰਾਈਟ। ਹਾਂਜੀ ਸਰ। ਸੋ ਇਹ ਚੀਜ਼ਾਂ ਅਸੀਂ ਕਿਸੇ ਹੋਰ ਸੈਸ਼ਨ 'ਚ ਜਿਹੜਾ ਹੈਗਾ ਡਿਸਕਸ ਕਰਾਂਗੇ। ਚਲੋ ਅੱਜ ਦਾ ਅਸੀਂ ਸੈਸ਼ਨ ਕਨਕਲੂਡ ਕਰਦੇ ਹਾਂ। ਹੁਣ ਤੱਕ ਦੀ ਜਿਹੜੀ ਵੀਡੀਓ ਹੈਗੀ ਆ ਉਹ ਮੈਂ ਅੱਜ ਪਾ ਦਾਂਗਾ ਆਈ ਥਿੰਕ YouTube ਦੇ ਉੱਤੇ। ਅਸੀਂ ਇਹਨੂੰ ਬਾਰ-ਬਾਰ ਦੇਖ ਸਕਦੇ ਹਾਂ। ਆਪਣੇ ਕੁਐਸਚਨਸ ਲੈ ਕੇ ਆਓ, ਓਕੇ। ਜਿੰਨੇ ਕੁਐਸਚਨਸ ਕਰੋਗੇ ਨਾ ਉਨਾ ਵਧੀਆ ਰਹੇਗਾ, ਓਕੇ। ਇੱਥੇ ਕੋਈ ਨਹੀਂ ਕਹੇਗਾ ਵੀ ਸਰ ਤੁਸੀਂ ਟੈਸਟ ਵੀ ਦਿੱਤਾ ਸੀਗਾ, ਓਕੇ। ਇਹ ਕੋਈ ਸਕੂਲ ਨਹੀਂ ਹੈ, ਬਟ ਵਾਕਈ ਇਹ ਅਸੀਂ ਕੁਝ ਤੋਂ ਸਿੱਖਣਾ ਹੈਗਾ ਆਪਣੀ ਟੀਮ ਤੋਂ। ਜਿਵੇਂ ਕਿ ਅਮਨਪ੍ਰੀਤ ਕੌਰ ਜੀ ਨੇ ਕਿਹਾ ਕਿ ਇੱਥੇ ਮਾਰਕੀਟ ਕਿਉਂ ਰਿਐਕਟ ਕਰ ਰਹੀ ਹੈ, ਕਿਉਂਕਿ ਇੱਥੇ ਪ੍ਰੀਵੀਅਸ ਸਪੋਰਟ ਹੈਗੀ ਹੈ ਜਿਹੜੀ ਮੈਂ ਉਦੋਂ ਮਾਰਕ ਨਹੀਂ ਸੀ ਕੀਤੀ, ਓਕੇ। ਆਹ ਦੇਖੋ, ਆਹ ਸਪੋਰਟ ਹੈ। ਇਹ ਜਿਹੜੀ ਪੁੱਲ ਬੈਕ ਤੇ ਇਹ ਸਪੋਰਟ ਹੁੰਦੀ ਹੈ, ਡਿਮਾਂਡ ਜ਼ੋਨ ਇਹਨੂੰ ਕਹਿੰਦੇ ਨੇ। ਜਦੋਂ ਅਪਸਾਈਡ ਤੋਂ ਆਏ ਡਾਊਨ ਸਾਈਡ ਨੂੰ ਇਹਨੂੰ ਫਿਰ ਅਸੀਂ ਕਾਰਡ ਸ਼ੋ ਨਹੀਂ ਹੋ ਰਿਹਾ। ਮੈਂ ਉਹੀ ਬੋਲਣ ਲੱਗਾ, ਸ਼ੇਅਰ ਨਹੀਂ ਹੋ ਰਹੀ ਸਕਰੀਨ। ਓਕੇ, GBP JPY, ਓਕੇ। ਹੁਣ ਹੋ ਰਿਹਾ ਸ਼ੋ? ਹਾਂਜੀ ਹਾਂਜੀ। ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਹੈਗਾ ਇੱਕ ਪੁੱਲ ਬੈਕ ਸੀਗਾ ਜਦੋਂ, ਉਹ ਡਿਮਾਂਡ ਜ਼ੋਨ ਹੁੰਦਾ ਹੈ। ਜਿਹੜਾ V ਵਾਲਾ ਹੋਵੇ ਉਹ ਤਾਂ ਇੱਕ ਨੈਚੁਰਲੀ ਸਟਰੋਂਗ ਡਿਮਾਂਡ ਜ਼ੋਨ ਹੁੰਦਾ ਹੈ, ਓਕੇ, V ਵਾਲਾ। ਲੇਕਿਨ ਇਹ ਵੀ ਇੱਕ ਡਿਮਾਂਡ ਜ਼ੋਨ ਜਦੋਂ ਪੁੱਲ ਆਉਂਦਾ ਹੈ ਉੱਥੋਂ ਮਾਰਕੀਟ ਦੁਬਾਰਾ ਰਿਐਕਟ ਕਰਦੀ ਹੈ। ਹੈਡ ਐਂਡ ਸ਼ੋਲਡਰਸ, W ਵਗੈਰਾ ਸਾਰੇ ਇਦਾਂ ਦੇ ਬਣਦੇ ਨੇ, ਓਕੇ। ਸੋ ਉਹਦੀ ਵੀ ਆਪਾਂ ਇੱਕ ਡਿਟੇਲ ਦੇ ਵਿੱਚ ਕਲਾਸ ਲਾਵਾਂਗੇ। ਵੀਰ ਜੀ SL ਦੀ ਕਲਾਸ ਕੱਲ ਹੀ ਰੱਖ ਲਈ ਹੈ ਜਾਂ ਸੰਡੇ ਨੂੰ? ਕੱਲ ਨੂੰ ਜੀ ਆਲਰੇਡੀ ਸੈਸ਼ਨ ਫਿਕਸਡ ਨੇ। ਓਕੇ। ਦਲਜੀਤ ਕੌਰ ਭੈਣ ਜੀ ਜਿਹੜੇ ਹੈਗੇ ਉਹ ਸਟੂਡੈਂਟਸ ਦਾ ਸੈਸ਼ਨ ਲੈ ਰਹੇ ਨੇ ਅੱਜ। ਦੋ ਜਿਹੜੇ ਵੀਕਐਂਡ ਹੁੰਦੇ ਨੇ ਸਾਡੇ ਨਾਲ ਨਵੇਂ ਵੀ ਜਿਹੜੇ ਹੈਗੇ ਉਹ ਆਈ ਥਿੰਕ 25 ਸਟੂਡੈਂਟਸ ਨਵੇਂ ਜਿਹੜੇ ਵੇਟਿੰਗ ਲਿਸਟ 'ਚ ਨੇ ਸਾਡੇ ਕੋਲ। ਸੋ ਮੈਂ ਰਿਕੁਐਸਟ ਕਰਾਂਗਾ ਕਿਉਂਕਿ ਅਸੀਂ ਦਲਜੀਤ ਕੌਰ ਭੈਣ ਜੀ ਨੂੰ ਪੂਰਾ ਬਰਡਨ ਨਹੀਂ ਕਰ ਸਕਦੇ, ਹੈ ਨਾ। ਸਕਰੀਨ ਅਗਰ ਵੀਰ ਜੀ ਬਲੈਕ ਕਰੋ ਤੁਮ, ਓਕੇ। ਰਮਨਜੋਤ ਸਿੰਘ ਬਰਾੜ, ਓਕੇ। ਹੁਣ ਚਲੋ ਸਕਰੀਨ ਨੂੰ ਕਲੋਜ਼ ਕਰਦੇ ਹਾਂ। ਸਕਰੀਨ ਮੈਂ ਹੁਣ ਮੋਰ ਸ਼ੇਅਰ ਨਹੀਂ ਕਰਾਂਗਾ, ਓਕੇ। ਸਰ ਇੱਕ ਬੇਨਤੀ ਹੋ ਰਿਹਾ ਵੀ ਸਟਾਪ ਲਾਸ ਦੇ ਨਾਲ TP ਦਾ ਜ਼ਰੂਰ ਦੱਸੋ ਵੀ TP ਵੀ ਕਿੱਦਾਂ ਸੈੱਟ ਕਰਨੇ ਆ। ਸ਼ਾਇਦ ਉਹਦੇ ਨਾਲ ਹੀ ਇਨਕਲੂਡ ਕਰਦੇ ਤਾਂ ਵਧੀਆ। ਉਹ ਇੰਨਾ ਹੀ ਜ਼ਰੂਰੀ ਹੈ ਸਟਾਪ ਲਾਸ ਤੇ TP, ਤੁਸੀਂ ਸਹੀ ਦੱਸਿਆ ਹੈ, ਕਿਉਂਕਿ ਬੱਸ ਚੜ ਗਏ ਆ, ਉਤਰਨਾ ਕਿੱਥੇ ਪਤਾ ਨਹੀਂ ਸਾਨੂੰ, ਹੈ ਨਾ। ਹਾਂਜੀ ਹਾਂਜੀ, ਉਹ ਨਾ ਗੱਲ ਵੀ ਜ਼ਰੂਰੀ ਹੁੰਦਾ ਹੈ ਕਿ ਅਸੀਂ ਕਿਸ ਲੈਵਲ ਤੱਕ ਅਸੀਂ ਆਪਣਾ ਪਾਰਸ਼ਲੀ ਬੁੱਕ ਕਰਨਾ ਹੈ ਪ੍ਰੋਫਿਟ, ਅਸੀਂ ਫੁੱਲੀ ਆਪਣੀ ਟ੍ਰੇਡ ਕਲੋਜ਼ ਕਰ ਦੇਣੀ ਹੈ, ਹੈ ਨਾ। ਜੇ ਕੋਈ ਸਟਰੋਂਗ ਲੈਵਲ ਹੈਗਾ ਹੈ, ਆਲ ਟਾਈਮ ਹਾਈ ਕੋਈ ਹੈਗਾ, ਉੱਥੇ ਆ ਕੇ ਮਾਰਕੀਟ ਰਿਵਰਸ ਕਰੇਗੀ, ਲਾਜ਼ਮ ਹੁੰਦਾ ਹੈ ਇਦਾਂ ਪੋਸੀਬਲ। ਕਿਸੇ ਵੇਲੇ ਅਸੀਂ ਵੇਟਿੰਗ ਹੀ ਕਰਦੇ ਰਹਿ ਜਾਂਦੇ ਆ ਤੇ ਫਿਰ ਬੱਸ ਫਿਰ ਵਾਪਸ ਆ ਜਾਂਦੀ ਹੈ ਨਾ। ਹਾਂਜੀ, ਦੁਬਾਰੇ ਆ ਜਾਂਦੀ, ਬਿਲਕੁਲ ਜੀ। ਸੋ ਜਿਹੜਾ ਦੁਬਾਰੇ ਰੀਟੈਸਟ ਹੁੰਦਾ ਨਾ, ਇਹ ਬੱਸ ਦੁਬਾਰੇ ਆ ਕੇ ਕਹਿੰਦੀ ਭਾਈ ਤੁਸੀਂ ਰਹਿ ਗਏ ਹੋ, ਆ ਜਾਓ ਚੜ ਜਾਓ, ਠੀਕ ਹੈ। ਰੀਟੈਸਟ ਉਹਨੂੰ ਕਹਿੰਦੇ ਆਪਾਂ, ਹੈ ਨਾ। ਹਾਂਜੀ ਹਾਂਜੀ ਹਾਂਜੀ। ਉਹ ਮੈਂ ਤਾਂ ਕਹਿੰਦਾ ਪਿੱਛੇ ਇਨਕਲੂਡ ਕਰ ਦੋਗੇ ਤਾਂ ਵਧੀਆ ਹੋਊਗਾ, ਦੋਵੇਂ ਈਜ਼ੀਲੀ ਸਮਝੇ ਜਾਣਗੇ। ਠੀਕ ਹੈ ਜੀ। ਸੰਡੇ ਨੂੰ ਆਪਾਂ ਡਿਸਕਸ ਕਰਾਂਗੇ ਸਟਾਪ ਲਾਸ ਤੇ TP। ਤੇ TP ਨੂੰ ਅਸੀਂ ਅਗਰ ਟ੍ਰੇਲ ਕਰਨਾ ਹੈਗਾ ਤਾਂ ਅਸੀਂ ਕਿਸ ਲੈਵਲ ਤੇ ਅਸੀਂ ਨੈਕਸਟ ਸਟਾਪ ਲਾਸ ਲਾਣਾ ਹੈਗਾ ਟ੍ਰੇਲਿੰਗ ਕਰਦੇ ਹੋਏ, ਰਾਈਟ। ਅਸੀਂ ਮਤਲਬ ਕਿਸੇ ਨੂੰ ਆਪਣਾ ਆਸਾਨ ਸ਼ਿਕਾਰ ਨਹੀਂ ਕਰਨ ਦੇਣਾ ਸਟਾਪ ਲਾਸ ਦਾ, ਓਕੇ। ਜਿਹੜਾ ਸਾਡਾ TP ਹੋਏ ਉਹ ਵੀ ਇੱਕ ਈਜ਼ੀ ਹੋਏ ਤੇ ਵਾਇਬਲ ਹੋਏ। ਇਹ ਨਹੀਂ ਕਿ ਉਹ ਅਸੀਂ ਇੰਪੋਸੀਬਲ ਜੇ ਆਪਣੇ ਲੈਵਲ ਆਪਣੇ ਹਿਸਾਬ ਨਾਲ ਮਾਰਕ ਕਰਕੇ ਜਿਹੜੇ ਹੈਗੇ ਬਹਿ ਗਏ ਨੇ ਕਿਤੇ। ਸੋ ਦੈਟਸ ਨਾਟ ਗੁੱਡ ਜੀ। ਕੁੰਵਰ ਪ੍ਰਤਾਪ ਸਿੰਘ ਜੀ, ਭਾਈ TP ਕੀ ਹੁੰਦਾ? TP ਪਰਫਾਰਮ ਪਲੀਜ਼। ਟੇਕ ਪ੍ਰੋਫਿਟ ਅਸੀਂ ਕਿੱਥੇ ਲੈਣਾ ਹੈ, ਕਿੱਥੇ ਆ ਕੇ ਅਸੀਂ ਆਪਣੀ ਟ੍ਰੇਡ ਕਲੋਜ਼ ਕਰਨੀ ਹੈ ਜੇ ਅਸੀਂ ਪ੍ਰੋਫਿਟ ਚੱਲ ਰਹੇ ਹਾਂ, ਠੀਕ ਹੈ ਜੀ। ਤੁਸੀਂ ਵੈਬਸਾਈਟ ਤੇ ਜਾਓ ਸਾਡੀ ਤੇ, ਉੱਥੇ ਇੱਕ ਪ੍ਰੋਪਰ ਗਰੋਸਰੀ ਪਈ ਹੈ ਡੇਲੀ ਡੋਜ਼ ਦੇ ਨਾਂ ਤੇ। ਤੁਸੀਂ ਪੇਜ ਅਗਰ ਸਕਰੋਲ ਕਰੋਗੇ, ਠੀਕ ਹੈ, ਉੱਥੇ ਸਾਰੀ ਟਰਮ ਜਿਹੜੀ ਹੈਗੀ ਹੈ ਇਹਨਾਂ ਦੀ ਪ੍ਰੋਪਰਲੀ ਵੈਲ ਡਿਫਾਈਨਡ ਹੈਗੀ ਹੈ, ਓਕੇ। ਪੰਜਾਬੀ 'ਚ ਤੁਸੀਂ ਇਹਨੂੰ ਟ੍ਰਾਂਸਲੇਟ ਕਰ ਸਕਦੇ ਹੋ, ਇੰਗਲਿਸ਼ ਜ਼ਿਆਦਾ ਵਧੀਆ ਹੈ, ਓਕੇ। ਸੋ ਐਨੀ ਹਾਓ ਜੋ ਵੀ ਹੈ। ਸੋ ਉਸ ਦਿਨ ਆਪਾਂ ਗੱਲ ਕਰਾਂਗੇ TP ਤੇ ਸਟਾਪ ਲਾਸ ਦੀ, ਕਿਵੇਂ ਕਿੱਥੇ ਅਸੀਂ ਜਿਹੜੇ ਹੈਗੇ ਉਹ ਸਿਕਿਉਰਲੀ ਸੈੱਟ ਕਰਨੇ ਨੇ। ਬ੍ਰੀਚ ਹੁੰਦੇ ਨੇ ਫਿਰ ਵੀ, ਬਟ ਵੀ ਵਿਲ ਟਰਾਈ ਅਵਰ ਲੈਵਲ ਬੈਸਟ ਕਿ ਸਾਡੇ ਜਿਹੜੇ ਸਟਾਪ ਲਾਸ ਨੇ ਘੱਟ ਤੋਂ ਘੱਟ ਹੰਟ ਹੋਵੇ, ਹੈ ਨਾ, ਤੇ ਅਸੀਂ ਮੈਕਸਿਮਾਈਜ਼ ਆਪਣੇ ਵਿਨਿੰਗ ਚਾਂਸਿਸ ਨੂੰ ਕਰੀਏ।
ਤਾਂ ਕਿ ਜਿਹੜਾ ਸਾਡਾ ਪ੍ਰੋਫਿਟ ਜਿਹੜਾ ਹੋਵੇ, ਤਾਂ ਕਿ ਅਸੀਂ ਜਿਹੜੀ ਸਾਡੀ ਟ੍ਰੈਡੀਸ਼ਨਲ ਜਿਸ ਜੋਬ ਅਸੀਂ ਕਰ ਰਹੇ ਹਾਂ ਉਹ 'ਤੇ ਆਪਾਂ ਖਹਿੜਾ ਛੁਡਾਈਏ। ਓਕੇ, ਸੋ ਹੁਣ ਤੱਕ ਜੀ ਕੋਈ ਕੁਐਸਚਨ?